ਉਹ AK-47 ਵੀ ਚਲਾ ਸਕਦਾ ਹੈ ਕਿਉਂਕਿ ਉਸ ਦਾ ਧੱਕਾ ਚੱਲਦਾ ਹੈ। ਉਹ ਪਰਚੇ ਤੋਂ ਬਾਅਦ ਸ਼ਰੇਆਮ ਸਰੇ ਬਾਜ਼ਾਰ ਨਜ਼ਾਰੇ ਵੀ ਲੁੱਟ ਸਕਦਾ ਹੈ ਕਿਉਂਕਿ ਸ਼ਾਇਦ ਉਸ ਤੇ ਉਹ ਕਾਨੂੰਨ ਲਾਗੂ ਨਹੀਂ ਹੁੰਦਾ ਜੋ ਭਾਰਤ ਦੇ ਹਰ ਆਮ ਇਨਸਾਨ ਤੇ ਹੁੰਦਾ ਹੈ। ਉਹ ਸਿੱਧੂ ਮੂਸੇਵਾਲਾ ਹੈ ਜਿਸ ਨੂੰ ਫੜਨ 'ਚ ਖਾਕੀ ਵਰਦੀ ਵਾਲੇ ਵੀ ਪਰਹੇਜ਼ ਕਰਦੇ ਹਨ। ਕਿ ਸਿੱਧੂ ਮੂਸੇਵਾਲਾ ਦੇ ਹੱਥ ਕਾਨੂੰਨ ਤੋਂ ਵੀ ਲੰਬੇ ਹਨ। ਪੰਜਾਬ ਪੁਲਿਸ ਕਿਉਂ ਰਹਿਨੁਮਾ ਬਣ ਰਹੀ ਹੈ ਸਿੱਧੂ ਮੂਸੇਵਾਲਾ ਦੀ। ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੀ ਹਮਾਇਤ ਕਰਨਾ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੇ ਬਰਾਬਰ ਨਹੀਂ। ਵਕੀਲ ਰਵੀ ਜੋਸ਼ੀ ਦੇ ਫੋਨ ਕਰਕੇ ਦੱਸਣ ਦੇ ਬਾਵਜੂਦ SHO ਸਾਹਿਬ ਲਈ ਕਿਉਂ ਸੀ ਮੁਸ਼ਕਲ ਸਿੱਧੂ ਨੂੰ ਗ੍ਰਿਫਤਾਰ ਕਰਨਾ। ਸਿੱਧੂ ਪਰਚੇ ਤੋਂ ਬਾਅਦ ਵੀ ਬੇਪਰਵਾਹ ਕਾਲੀ ਰੇਂਜ 'ਚ ਘੁੰਮਦਾ ਨਜ਼ਰ ਆਇਆ। ਗੀਤਾਂ 'ਚ ਧੱਕਾ ਦੱਸਣ ਵਾਲਾ ਸਿੱਧੂ ਕਿ ਕਾਨੂੰਨ ਨਾਲ ਵੀ ਕਰ ਰਿਹਾ ਧੱਕਾ। ਸਿੱਧੂ ਮੂਸੇਵਾਲਾ ਤੇ ਭਾਰਤ ਦਾ ਕਾਨੂੰਨ ਕਿਉਂ ਨਹੀਂ ਹੁੰਦਾ ਲਾਗੂ? ਕਿ ਪੰਜਾਬ ਪੁਲਿਸ ਵੀ ਕਿਸੇ ਦਬਾਅ ਹੇਠ ਸਿੱਧੂ ਤੋਂ ਬਣਾ ਰਹੀ ਹੈ ਦੂਰੀ। ਚਰਚਾ ਦੇ ਵਿੱਚ ਅੱਜ ਸ਼ਾਮਲ ਹੋਣਗੇ ਰਵੀ ਜੋਸ਼ੀ ਜਿਨ੍ਹਾਂ ਦੀ PIL ਤੋਂ ਬਾਅਦ ਪੁਲਿਸ ਨੂੰ ਆਰਮਸ ਐਕਟ ਦੇ ਤਹਿਤ ਸਿੱਧੂ ਤੇ ਪਰਚਾ ਕਰਨਾ ਪਿਆ। ਰਿਟਾਇਰਡ ਸੈਸ਼ਨ ਜੱਜ ਲਛਮਣ ਸਿੰਘ ਤੋਂ ਜਾਣਾਂਗੇ ਕਿ ਉਹ ਪੁਲਿਸ ਨੇ ਗ੍ਰਿਫਤਾਰ ਕਰਨ 'ਚ ਢਿੱਲ ਵਰਤੀ। ਐਡਵੋਕੇਟ ਜਗਮੋਹਨ ਸਿੰਘ ਪੱਟੀ ਜਿਨ੍ਹਾਂ ਦੀ ਬੇਬਾਕ ਜ਼ੁਬਾਨ ਪੁਲਿਸ ਦੀ ਨਾਕਾਮੀ ਦੇ ਤਿੱਖੇ ਵਾਰ ਕਰੇਗੀ। ਰਵੀ ਜੀ ਤੁਹਾਡੇ ਵੱਲ ਆਵਾਂਗਾ। ਮੇਰੇ ਚਿਹਰੇ ਤੇ ਹਲਕੀ ਜੀ ਮੁਸਕਰਾਹਟ ਹੈ ਕਿਉਂਕਿ ਮੈਨੂੰ ਉਹ ਗਾਣਾ ਯਾਦ ਆਂਦਾ ਹੈ कि दिल के अरमा आंसुओं में बह गए, हम वफा करके भी तनहा रह गए। SHO साहब ਨੂੰ ਫੋਨ ਲਾਉਂਦੇ ਹੋ, ਦੱਸ ਵੀ ਦਿੰਦੇ ਹੋ, ਇਤਲਾਹ ਕਰ ਦਿੰਦੇ ਹੋ ਕਿ ਜੀ ਫੜਿਆ ਗਿਆ, ਇਹਦੇ ਉੱਤੇ FIR ਹੈਗੀ ਹੈ, ਮੈਂ ਡਾਕੂਮੈਂਟਸ ਭੇਜ ਦਿੰਦਾ, ਇਹਨੂੰ ਗ੍ਰਿਫਤਾਰ ਕਰੋ, ਪਰ ਤੁਹਾਡੀ ਸੁਣਵਾਈ ਕਿਤੇ ਨਹੀਂ ਹੁੰਦੀ। ਸਰ ਉਹ ਤਾਂ ਦੇਖੋ, ਮੈਂ ਲੰਕੇਸ਼ ਜੀ ਗੱਲ ਕਹੂੰਗਾ ਵੀ ਸਾਡਾ ਜਿਹੜਾ ਫਰਜ਼ ਸੀਗਾ ਅਸੀਂ ਉਹ ਨਿਭਾਇਆ। ਬਾਕੀ ਮੇਰੇ ਇੱਕ ਫਰੈਂਡ ਸੀਗੇ, ਉਹਨਾਂ ਨੇ ਮੈਨੂੰ ਇੰਟੀਮੇਟ ਕੀਤਾ ਵੀ ਇੱਦਾਂ ਕਰਕੇ ਉੱਥੇ ਸਿੱਧੂ ਮੂਸੇਵਾਲਾ ਜਿਹੜਾ ਹੈ SHO ਜਿਹੜੇ ਲੋਕਲ ਨੇ ਉੱਥੇ ਕੋਈ ਚੌਂਕ ਸੀਗਾ, ਮੈਨੂੰ ਹੁਣ ਨਾਂ ਨਹੀਂ ਯਾਦ ਆ, ਬੋਰਾ ਚੌਂਕ ਆਈ ਥਿੰਕ ਇੱਦਾਂ ਕੁਛ ਸੀਗਾ। ਸੋ ਨਾਭੇ ਦੇ ਵਿੱਚ ਉੱਥੇ ਫੜਿਆ ਹੋਇਆ ਅਤੇ ਕਹਿੰਦੇ ਵੀ ਇਹਨਾਂ ਨੂੰ ਕੰਟੈਕਟ ਕੀਤਾ ਜਾਵੇ ਅਤੇ ਇਹਨੂੰ ਅਰੈਸਟ ਕਰਾਇਆ ਜਾਵੇ। ਸੋ ਉਹਨਾਂ ਨੇ ਵੀ ਆਪਣੀ ਮੋਰਲ ਡਿਊਟੀ ਜਿਹੜੀ ਹੈ ਨਿਭਾਈ ਬੀਇੰਗ ਐਨ ਐਡਵੋਕੇਟ, ਅਤੇ ਉਹਨਾਂ ਨੂੰ ਪਤਾ ਸੀ ਕਿਧਰੇ ਨਾ ਕਿਧਰੇ ਵੀ ਅਸੀਂ ਉਸ ਕੇਸ ਦੇ ਵਿੱਚ ਅਸੀਂ ਕਰ ਰਹੇ ਹਾਂ। ਅਤੇ ਅਸੀਂ ਉਹਨਾਂ ਨੂੰ ਜਦੋਂ ਕੰਟੈਕਟ ਕੀਤਾ ਅਤੇ SHO ਨੇ ਸਾਨੂੰ ਗੱਲ ਕਹੀ ਵੀ ਦੇਖੋ ਜੀ, ਮੈਨੂੰ ਤਾਂ ਮੇਰੇ ਜਿਹੜੇ ਸੀਨੀਅਰਸ ਨੇ ਉਹਨਾਂ ਵੱਲੋਂ ਜਿਹੜੀ ਇੰਸਟਰਕਸ਼ਨਸ ਹੋਣਗੀਆਂ ਮੈਂ ਤਾਂ ਉਹ ਫੋਲੋ ਕਰਨੀ ਹੈ। ਫਿਰ ਅਸੀਂ ਉਹਨਾਂ ਨੂੰ ਮੈਂ ਇਹ ਵੀ ਗੱਲ ਕਹੀ, ਮੈਂ ਕਿਹਾ ਜੀ ਮੈਂ ਤੁਹਾਡੀ ਇਹ ਕਨਵਰਸੇਸ਼ਨ ਰਿਕਾਰਡ ਕਰ ਰਿਹਾ ਫॉर ਐਵੀਡੈਂਸ, ਬਿਕੋਜ਼ ਮੈਂ ਤੁਹਾਨੂੰ ਇੰਟੀਮੇਟ ਕਰਤਾ ਵੀ ਇਹਨਾਂ ਦੇ ਅਗੇਂਸਟ ਜਿਹੜੀ ਨਾਨ ਅਵੇਲੇਬਲ ਜਿਹੜੀ ਧਾਰਾਵਾਂ ਲੱਗੀਆਂ ਹੋਈਆਂ, 2 FIR ਨੇ, ਇੱਕ ਸੰਗਰੂਰ ਅਤੇ ਇੱਕ ਬਰਨਾਲਾ। ਸੋ ਇਸ ਕਰਕੇ ਹਲੇ ਐਂਟੀਸਪੇਟਰੀ ਬੇਲ ਇਹਨਾਂ ਦੇ ਉੱਤੇ ਇਹਨਾਂ ਨੇ ਕੋਈ ਲਈ ਨਹੀਂ ਹੈ, ਨਾ ਇਹ ਬੇਲ 'ਤੇ ਨੇ। ਬਟ ਉਹ ਕਹਿੰਦੇ ਨਹੀਂ ਜੀ ਸਰ, ਮੈਨੂੰ ਤੁਸੀਂ ਡਾਕੂਮੈਂਟ ਭੇਜ ਦਿਓ। ਮੈਂ ਡਾਕੂਮੈਂਟ ਵੀ ਭੇਜੇ ਉਹਨਾਂ ਨੂੰ, ਅਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਨਹੀਂ ਕੀਤਾ। ਅਤੇ ਉਹਨਾਂ ਦੀ ਆਪਣੀ ਕਾਲ ਹੈ ਵੀ ਉਹਨਾਂ ਨੇ ਕਿਉਂ ਨਹੀਂ ਕੀਤਾ, ਬਿਕੋਜ਼ ਉਹਨਾਂ ਨੇ ਮੈਨੂੰ ਫੋਨ ਕਰਦੇ ਸਾਰੀ ਉਹਨਾਂ ਨੇ ਗੱਲ ਕਹਿ ਦਿੱਤੀ ਵੀ ਮੇਰੇ ਸੀਨੀਅਰਸ ਦੀ ਜਿਹੜੀ ਹੈ ਮੈਂ ਇੰਸਟਰਕਸ਼ਨ ਮੰਨਣੀ ਹੈ। ਅਤੇ ਕਿਧਰੇ ਨਾ ਕਿਧਰੇ ਸੀਨੀਅਰਸ ਦੀ ਇੰਸਟਰਕਸ਼ਨ ਆਲਰੇਡੀ ਉਹਨਾਂ ਨੂੰ ਸੀਗੀਆਂ ਵੀ ਕਿਧਰੇ ਸਿੱਧੂ ਮੂਸੇਵਾਲਾ ਪੰਜਾਬ ਦੇ ਵਿੱਚ ਟੈਰੀਟਰੀ 'ਚ ਹੋਏਗਾ ਅਤੇ ਉਹਨੂੰ ਅਰੈਸਟ ਨਾ ਕੀਤਾ ਜਾਵੇ। ਲਛਮਣ ਸਿੰਘ ਜੀ, ਜੌਲੀ LLB ਦੇਖੀ ਸੀਗੀ, ਉਹਦੇ ਵਿੱਚ ਜੱਜ ਸਾਹਿਬ ਅਕਸਰ ਕਹਿੰਦੇ ਸੀਗੇ ਕਿ ਜਦੋਂ ਮੁਜਰਮ ਤੇ ਪੁਲਿਸ ਵਾਲੇ ਸਾਡੇ ਸਾਹਮਣੇ ਆਉਂਦੇ ਨੇ, ਸਾਨੂੰ ਪਹਿਲੇ ਦਿਨ 'ਚ ਹੀ ਪਤਾ ਲੱਗ ਜਾਂਦਾ ਕਿ ਕੌਣ ਕਸੂਰਵਾਰ ਹੈਗਾ। ਇੱਕ ਜੱਜ ਦੀ ਜਿਹੜੀ ਨਿਗਾਹ ਹੈਗੀ ਹੈ ਉਹ ਕੀ ਦੇਖਦੀ ਹੈ? ਪੁਲਿਸ ਵਾਲੇ ਛੱਡਦੇ ਪਏ ਨੇ ਜਾਂ ਕਿਹੜਾ ਇਹੋ ਜਿਹੀ ਪਾਵਰ ਸਿੱਧੂ ਮੂਸੇਵਾਲਾ ਲੈ ਕੇ ਘੁੰਮਦਾ ਪਿਆ ਜੋ ਪੁਲਿਸ ਵਾਲੇ ਜਿਹੜੇ ਹੈਗੇ ਨੇ ਉਹਨੂੰ ਹੱਥ ਨਹੀਂ ਪਾਉਂਦੇ ਪਏ? ਦੇਖੋ, ਕਿਹਾ ਜਾਂਦਾ ਹੈ ਕਾਨੂੰਨ ਦੇ ਹੱਥ ਬਹੁਤ ਹੀ ਲੰਬੇ ਹੁੰਦੇ ਨੇ। ਸੋ 2 FIR, ਇੱਕ ਸੰਗਰੂਰ ਅਤੇ ਇੱਕ ਬਰਨਾਲਾ, ਆਲਰੇਡੀ ਉਹਨਾਂ ਦੇ ਅਗੇਂਸਟ ਹੈਗੀਆਂ ਨੇ। ਅਤੇ ਮੀਡੀਆ ਰਿਪੋਰਟਸ ਤੋਂ ਪਤਾ ਲੱਗਿਆ ਕਿ ਨਾਭਾ ਟ੍ਰੈਫਿਕ ਚਲਾਨ ਦੇ ਅੰਡਰ ਉਹਨਾਂ ਨੂੰ ਫੜ ਕੇ ਛੱਡ ਦਿੱਤਾ ਗਿਆ। ਅਤੇ ਇਹ ਵੀ ਪਤਾ ਲੱਗਿਆ ਕਿ ਵੈਰੀਫਾਈ ਕੀਤਾ ਵੀ ਉਹਨਾਂ ਨੇ ਔਰਲੀ ਕਿਹਾ ਕਿ ਆਈ ਐਮ ਔਨ ਐਂਟੀਸਪੇਟਰੀ ਬੇਲ, ਬਟ ਕਿਸੇ ਨੇ ਵੈਰੀਫਾਈ ਨਹੀਂ ਕੀਤਾ। ਇਤਨਾ ਹਾਈਪ ਹੋਇਆ ਕੇਸ ਕਿ ਸਾਰਿਆਂ ਨੂੰ ਪਤਾ ਹੀ ਆ। ਸੋ ਫਰਜ਼ ਤਾਂ ਇਹੀ ਬਣਦਾ ਸੀ ਕਿ ਰਿਟਨ ਆਰਡਰ ਦੇਖ ਲੈਂਦੇ ਜੇ ਕੋਈ ਇਨ ਫੇਵਰ ਸੀਗਾ। ਪੱਟੀ ਸਾਹਿਬ, ਤੁਹਾਡੇ ਕੋਲ ਆਵਾਂਗਾ, ਤੁਹਾਡਾ ਕਾਫੀ ਤਜਰਬਾ ਹੈਗਾ, ਅਤੇ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਸਿੱਧੂ ਮੂਸੇਵਾਲੇ ਦਾ ਟੌਪਿਕ ਸਾਹਮਣੇ ਲੈ ਕੇ ਆਉਂਦੇ ਹਾਂ, ਤਾਂ ਅਕਸਰ ਕਮੈਂਟ ਬਾਕਸ ਦੇ ਵਿੱਚ ਰਵੀ ਜੋਸ਼ੀ ਸਾਹਿਬ ਨੂੰ ਉਹਨਾਂ ਦੇ ਜਿਹੜੇ ਸ਼ੁਭ ਚਿੰਤਕ ਹੁੰਦੇ ਨੇ ਕਾਫੀ ਚੰਗੀਆਂ ਚੀਜ਼ਾਂ ਵੀ ਕਹਿੰਦੇ ਨੇ। ਚੰਗੀਆਂ ਚੀਜ਼ਾਂ ਤੋਂ ਮੇਰਾ ਮਕਸਦ ਇਹ ਹੈ ਕਹਿਣ ਦਾ ਕਿ ਕ੍ਰਿਟਿਸਿਜ਼ਮ ਹੁੰਦਾ ਰਵੀ ਜੋਸ਼ੀ ਸਾਹਿਬ ਦਾ। ਪੱਟੀ ਸਾਹਿਬ, ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਕਿ ਕਈ ਵਾਰ ਵਕੀਲ ਇਸ ਨੂੰ ਪ੍ਰੈਸਟੀਜ ਇਸ਼ੂ ਵੀ ਬਣਾ ਲੈਂਦੇ ਨੇ। ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅੱਜ ਫੋਨ ਕੀਤਾ ਗਿਆ ਰਵੀ ਜੋਸ਼ੀ ਸਾਹਿਬ ਵੱਲੋਂ, ਉੱਥੇ ਉਹ ਜਾਇਜ਼ ਸੀ, ਹੋਣਾ ਚਾਹੀਦਾ ਸੀ ਜਾਂ ਕੀ ਸੀ? ਜੋਸ਼ੀ ਸਾਹਿਬ ਨੇ ਫੋਨ ਕਰਕੇ ਆਪਣਾ ਫਰਜ਼ ਨਿਭਾਇਆ ਔਰ ਇਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਜੇ ਕੋਈ ਵੀ ਕਿਸੇ ਤਰ੍ਹਾਂ ਦਾ ਲੈਪਸ ਹੈ, ਇੱਕ ਵਰਡ ਇਨਫਾਰਮਰ ਹੁੰਦਾ
ਇਨਫੋਰਮਰ ਦੀ ਜਿਹੜੀ ਹੈ ਇਨਫੋਰਮੇਸ਼ਨ ਉਹਦੇ ਉੱਤੇ ਜੇ ਪੁਲਿਸ ਐਕਟ ਕਰ ਸਕਦੀ ਹੈ, ਇਹ ਤਾਂ ਕਲੀਅਰ ਕੱਟ ਇਨਫੋਰਮੇਸ਼ਨ ਸੀ ਵੀ FIR ਹੈਗੀਆਂ ਔਰ ਫਲਾਨੀ ਉਹਦੀ ਲੋਕੇਸ਼ਨ ਹੈ, ਤੁਸੀਂ ਉਹਨੂੰ ਅਰੈਸਟ ਕਿਉਂ ਨਹੀਂ ਕਰਦੇ। ਔਰ ਅੱਗੋਂ ਉਹਨਾਂ ਦਾ ਇਨਸਟੈਂਟ ਜਵਾਬ ਜੋ ਹੁਣ ਗੱਲ ਵਿੱਚੋਂ ਨਿਕਲਿਆ ਉਹ ਇਹ ਸੀਗਾ ਵੀ ਮੈਨੂੰ ਵੱਡੇ ਅਫਸਰ ਕਹਿਣਗੇ ਵੀ ਜਦੋਂ ਕਿਸੇ ਨੂੰ ਫੜਨਾ ਹੁੰਦਾ ਉਦੋਂ ਵੱਡੇ ਅਫਸਰਾਂ ਇਹ ਕਿਤੇ ਫੜਦੇ ਨੇ ਜਾਂ ਛੋਟੇ ਅਫਸਰ ਆਪਣੇ ਆਪ ਵੀ ਮਨਮਾਨੀ ਕਰ ਲੈਂਦੇ ਨੇ। ਜੇ ਇਹ ਦੇਖਿਆ ਜਾਏ ਕਈ ਵਾਰੀ ਕੋਰਟ ਬੇਲ ਡਿਕਲਾਈਨ ਕਰ ਦਿੰਦੀ ਹੈ ਔਰ SHO ਸਾਹਿਬ ਫੜਦੇ ਨਹੀਂ, ਉਹਦੇ ਵਿੱਚ ਕਾਰਨਾਮਾ ਕਿਸ ਚੀਜ਼ ਦਾ ਹੁੰਦਾ? ਚਾਂਦੀ ਦੇ ਰੁਪਈਆਂ ਦਾ। ਜਿਹੜੇ ਚਾਂਦੀ ਦੇ ਰੁਪਈਏ ਹਨ ਉਹਨਾਂ ਦਾ ਬੜਾ ਵੱਡਾ ਅਰਥ ਹੁੰਦਾ। ਆਮ ਤੌਰ 'ਤੇ ਇਹ ਕਿਹਾ ਜਾਂਦਾ ਵੀ ਜਦੋਂ ਵੀ ਕੋਈ ਕੰਮ ਕਰਾਉਣਾ ਹੋਵੇ ਚਾਂਦੀ ਦੇ ਪਹੀਏ ਲਾ ਦਿਓ। ਇਹਦਾ ਮਤਲਬ ਇਹ ਹੈ ਕਰਪਸ਼ਨ ਦੀ ਇੱਕ ਮੋਡੀਫਾਈਡ ਫਾਰਮ ਜਿਹੜੀ ਹੈ ਡੀਸੈਂਟ ਮੈਨਰ ਵਿੱਚ ਇਹ ਕਹੀ ਗਈ ਹੈ। SHO ਸਾਹਿਬ ਕਹਿੰਦੇ ਆ ਤੂੰ ਵਕੀਲ ਕੋਲ ਜਾ ਕੇ ਕੀ ਕਰਨਾ, 302 ਦਾ ਕੇਸ ਹੈ ਨਾ, ਫੜਨਾ ਤੇ ਤੈਨੂੰ ਮੈਂ, ਤੂੰ ਉੱਥੇ ਲੱਖ ਰੁਪਈਆ ਖਰਚ ਕਰੇਗਾ, 50,000 ਖਰਚ ਕਰੇਗਾ, ਲਿਆ 20,000 ਮੈਨੂੰ ਦੇ, ਮੈਂ ਤੈਨੂੰ ਫੜਦਾ ਹੀ ਨਹੀਂ। ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਅਗਰ ਜੇ ਇਹ ਦੇਖਿਆ ਜਾਏ, ਇਹ ਨਹੀਂ ਮੈਂ ਕਹਿ ਸਕਦਾ ਵੀ ਇਹ ਮਾਨਯੋਗ ਜੱਜਾਂ ਦੇ ਧਿਆਨ ਵਿੱਚ ਇਹ ਗੱਲਾਂ ਨਹੀਂ ਹਨ, ਇਹ ਗੱਲਾਂ ਉਹਨਾਂ ਦੇ ਧਿਆਨ ਵਿੱਚ ਵੀ ਹਨ, ਲੇਕਿਨ ਉਹ ਕਾਰਵਾਈ ਕਿਉਂ ਨਹੀਂ ਕਰਦੇ। ਅੱਜ ਜੇ ਇੱਕ ਮੇਰੇ ਕੋਲ WhatsApp ਆਇਆ ਹੈ, ਉਹਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਆਰਮੀ ਕਮਾਂਡਰ ਨੇ ਇਹ ਕਿਹਾ, ਡੋਨਲਡ ਟਰੰਪ ਨੂੰ ਅਸੀਂ ਬਚਾਉਣ ਲਈ ਨਹੀਂ ਬੈਠੇ, ਵੀ ਆਰ ਫॉर ਦੀ ਪ੍ਰੋਟੈਕਸ਼ਨ ਆਫ ਆਵਰ ਕੌਨਸਟੀਟਿਊਸ਼ਨ ਐਂਡ ਕੌਨਸਟੀਟਿਊਸ਼ਨ ਇਜ਼ ਪ੍ਰੋਟੈਕਟਿੰਗ ਇਟਸ ਸਿਟੀਜ਼ਨਸ। ਇਹਦੇ ਵਿੱਚ ਉਹਨਾਂ ਨੇ ਬੜਾ ਸਾਫ਼ ਤੇ ਸਪਸ਼ਟ ਕਲੀਅਰ ਕਰ ਦਿੱਤਾ ਵੀ ਡੋਨਲਡ ਟਰੰਪ ਸਾਹਿਬ ਅਸੀਂ ਤੁਹਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰ ਸਕਦੇ। ਭਾਰਤ ਵਿੱਚ ਅਜਿਹਾ ਸੁਣਨਾ ਦੇਖਣਾ ਬੜੀ ਦੂਰ ਦੀ ਗੱਲ ਹੈ, ਹੋਣਾ ਤਾਂ ਇੱਕ ਅਜੀਬੋ-ਗਰੀਬੀ ਗੱਲ ਹੋਏਗੀ, ਜੇ ਹੋ ਜਾਏ ਤਾਂ ਬੜੀ ਵੱਡੀ ਅਜੀਬੋ-ਗਰੀਬ ਗੱਲ ਹੋ ਜਾਏਗੀ। ਜਿਵੇਂ ਇਸ ਵੇਲੇ ਕ੍ਰਿਟਿਸਿਜ਼ਮ ਆ ਰਿਹਾ ਸਾਡੇ ਮਾਨਯੋਗ ਜੱਜਾਂ ਦੀਆਂ ਐਲੀਵੇਸ਼ਨਸ ਹੋ ਰਹੀਆਂ ਹਾਈ ਕੋਰਟ ਦੇ ਵਿੱਚ, ਜਿਵੇਂ ਉਹਨਾਂ ਦਾ ਜੋ ਵੀ ਹੈ ਇੱਕ ਕ੍ਰਾਈਟੀਰੀਆ ਜਾਂ ਗ੍ਰਾਫ ਦੇਖਿਆ ਜਾਂਦਾ ਹੈ, ਉਸ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾ ਕੇ ਉਹਨਾਂ ਨੂੰ ਐਲੀਵੇਟ ਕਰਨ ਦੀਆਂ ਯੋਜਨਾਵਾਂ ਆ ਰਹੀਆਂ। ਜਿਵੇਂ 17 ਜੱਜ ਜਿਹੜੇ ਨੇ ਰਾਜਸਥਾਨ ਹਾਈ ਕੋਰਟ ਦੇ ਰਿਕਮੈਂਡ ਕੀਤੇ ਗਏ ਨੇ ਔਰ ਉਹਨਾਂ ਬੜੇ ਐਡਵਰਸ ਔਰ ਨੈਗੇਟਿਵ ਰਿਮਾਰਕਸ ਆਏ ਨੇ, ਉਹ ਦੇਖਣ ਯੋਗ ਮਾਨਯੋਗ ਸੁਪਰੀਮ ਕੋਰਟ ਦੀ ਕੋਲੀਜੀਅਮ ਕਰੇਗੀ ਵਿਚਾਰ ਜਾਂ ਨਹੀਂ ਕਰੇਗੀ। ਫਿਰ ਸੁਪਰੀਮ ਕੋਰਟ ਨੂੰ ਜੇ ਇਹ ਕਹਿਣਾ ਪਵੇ ਵੀ ਸਾਨੂੰ ਉਹ ਜਜਮੈਂਟਾਂ ਕਰਨੀਆਂ ਚਾਹੀਦੀਆਂ ਵੀ ਪਬਲਿਕ ਫੇਥ ਸ਼ੁੱਡ ਨਾਟ ਬੀ ਸ਼ੇਕਨ, ਅਤੇ ਪਬਲਿਕ ਫੇਥ ਤਾਂ ਹੀ ਤੁਹਾਡਾ ਕਾਇਮ ਰਹੇਗਾ ਨਾ ਜੇ ਅਪਰਾਈਟ ਜੱਜ ਆਉਣਗੇ। ਮੇਰੇ ਨਾਲ ਜੱਜ ਸਾਹਿਬ ਬੈਠੇ ਨੇ, ਉਹ ਇਸ ਗੱਲ ਨਾਲ ਸਹਿਮਤ ਹੋਣਗੇ ਕਈ ਵਾਰੀ ਪੁਲਿਸ ਵਾਲੇ ਕਿਸ ਤਰ੍ਹਾਂ ਦੀਆਂ ਕੁਤਾਹੀਆਂ ਕਰਦੇ ਆ ਔਰ ਕਈ ਆਪਣੀ ਜਿਹੜੀਆਂ ਕੋਰਟ ਦੇ ਆਰਡਰ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਸਖਤ ਆਰਡਰ ਕਰਕੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ, ਸੈਲਰੀ ਅਟੈਚ ਕੀਤੀ ਜਾਂਦੀ ਹੈ ਉਹਨਾਂ ਦੀ ਪੁਲਿਸ ਆਫਿਸਰ ਦੀ, ਤੁਸੀਂ ਇੱਥੇ ਆਏ ਕਿਉਂ ਨਹੀਂ, ਪੇਸ਼ ਕਿਉਂ ਨਹੀਂ ਹੋਏ। ਇਹ ਕੀ ਹੈ? ਇਹ ਸਾਰੀਆਂ ਕੰਸੈਸ਼ਨਸ ਜਿਹੜੀਆਂ ਜਿਵੇਂ ਜੋਸ਼ੀ ਸਾਹਿਬ ਨੇ ਕਿਹਾ ਇਹ ਮਿਲਦੀਆਂ। ਔਰ ਇਹ ਕੰਸੈਸ਼ਨਸ ਕਿਵੇਂ ਮਿਲਦੀਆਂ? ਪਿੱਛੇ ਜਿਹਾ ਇੱਕ ਕੇਸ ਬਿਲਕੁਲ ਸਾਹਮਣੇ ਆਇਆ ਜਿਹਦੇ ਵਿੱਚ ਸੁਮੇਧ ਸਿੰਘ ਸੈਣੀ DGP ਫਾਰਮਰ DGP ਜਿਹੜੇ ਪੰਜਾਬ ਦੇ ਨੇ, ਇਸ ਵੇਲੇ ਵੀ ਉਹ ਅਹੁਦੇ 'ਤੇ ਨੇ, ਬਰਕਰਾਰ ਨੇ, ਉਹ ਪਿਛਲੇ 29 ਸਾਲ ਤੋਂ ਕਿਵੇਂ ਕਾਨੂੰਨ ਨਾਲ ਖਿਲਵਾੜ ਕਰ ਰਹੇ ਨੇ। ਇਦੋਂ ਵੱਡਾ ਹੋਰ ਕੀ ਕਾਨੂੰਨ ਦਾ ਰੇਪ ਹੋਏਗਾ, ਇਹਨੂੰ ਮੈਂ ਕਾਨੂੰਨ ਦਾ ਰੇਪ ਕਹਾਂਗਾ। ਔਰ ਉਹਨਾਂ ਨੂੰ ਹਿਮਾਚਲ ਵਿੱਚ ਜਦੋਂ ਭੱਜਣ ਲੱਗੇ ਸੀ, ਉੱਥੋਂ ਦੀ ਪੁਲਿਸ ਨੇ ਇਮਾਨਦਾਰੀ ਦਿਖਾ ਕੇ ਉਹਨਾਂ ਨੂੰ ਕਿਹਾ ਨਹੀਂ ਜਨਾਬ ਤੁਸੀਂ ਇੱਥੋਂ ਵਾਪਸ ਜਾਓ, ਅਸੀਂ ਤੁਹਾਨੂੰ ਇੱਥੇ ਹਿਮਾਚਲ ਐਂਟਰ ਨਹੀਂ ਕਰਨ ਦਿੰਦੇ, ਔਰ ਉਹਨਾਂ ਨੂੰ ਉੱਥੋਂ ਵਾਪਸ ਆਉਣਾ ਪਿਆ। ਜੋਸ਼ੀ ਸਾਹਿਬ ਤੁਹਾਡੇ ਕੋਲ ਆਵਾਂਗਾ, ਗੁਸਤਾਖੀ ਮਾਫ ਭੱਟੀ ਸਾਹਿਬ, ਉਹਨਾਂ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ। ਜੋਸ਼ੀ ਸਾਹਿਬ ਇੱਕ ਚੀਜ਼ ਦੱਸੋ, ਅਸੀਂ ਅਕਸਰ ਜਦੋਂ ਬਾਹਰ ਚਲੇ ਜਾਂਦੇ ਹਾਂ, ਬਹੁਤ ਸਾਰੇ ਜਿਹੜੇ ਨੌਜਵਾਨ ਹੈਗੇ ਨੇ ਸਾਡੇ ਕੋਲ ਆਉਂਦੇ ਹੁੰਦੇ ਨੇ, ਕਹਿੰਦੇ ਨੇ ਕਿ ਯਾਰ ਅਸੀਂ ਮਾਸਕ ਨਹੀਂ ਲਾਇਆ ਸੀ, ਸਾਡਾ 500 ਦਾ ਚਲਾਨ ਕਰ ਦਿੱਤਾ। ਮੈਨੂੰ ਇੱਕ ਚੀਜ਼ ਦੱਸੋ ਜੋਸ਼ੀ ਸਾਹਿਬ, ਜਿਹੜੇ SHO ਸਾਹਿਬ ਸੀਗੇ ਜਿਨ੍ਹਾਂ ਨੂੰ ਤੁਸੀਂ ਵੀ ਇਤਲਾਹ ਕੀਤੀ, ਤੁਸੀਂ ਇਨਫੋਰਮੇਸ਼ਨ ਦਿੱਤੀ ਬਕਾਇਦਾ ਫ਼ੋਨ ਕਰਕੇ, ਇਨਫੋਰਮੇਟਿਵ ਜੋ ਉਹਨਾਂ ਨੂੰ ਚਾਹੀਦੀ ਸੀਗੀ ਜਾਣਨੀ, ਜਾਂ ਤੁਸੀਂ ਕਿਹਾ ਕਿ ਮੈਂ ਡਾਕੂਮੈਂਟਸ ਭੇਜ ਦਿੰਦਾ, ਤੁਸੀਂ ਉਹਨੂੰ ਦੇਖ ਕੇ ਜੋ ਕਾਰਵਾਈ ਕਰਨਾ ਚਾਹੁੰਦੇ ਹੋ ਕਰੋ। ਇਹ ਜਿਹੜਾ ਬੰਦਾ ਹੈ ਸਿੱਧੂ ਮੂਸੇਵਾਲਾ, ਕਾਫੀ ਲੰਬੇ ਸਮੇਂ ਤੋਂ ਆਪਣੇ ਪਿੰਡ 'ਚ ਵੀ ਨਹੀਂ ਹੈਗਾ, ਬੜੇ ਟਾਈਮ ਬਾਅਦ ਸਾਹਮਣੇ ਆਉਂਦਾ ਕੈਮਰੇ ਦੇ। ਤੁਹਾਨੂੰ ਲੱਗਦਾ ਹੈ ਕਿ ਜਿਹੜੇ SHO ਮੌਕੇ 'ਤੇ ਮੌਜੂਦ ਸੀਗੇ, ਹੁਣ ਤੁਸੀਂ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਤੁਸੀਂ ਇਤਲਾਹ ਦਿੱਤੀ ਸੀਗੀ? ਸਰ ਬਿਲਕੁਲ ਹੋਣੀ ਚਾਹੀਦੀ ਹੈ, ਬਿਕੋਜ਼ ਤੇ ਅਸੀਂ ਆਨਰੇਬਲ ਹਾਈ ਕੋਰਟ ਦੇ ਵਿੱਚ ਇਹ ਜਿਹੜਾ ਮਾਮਲਾ ਅਸੀਂ ਲੈ ਕੇ ਵੀ ਜਾਵਾਂਗੇ ਇਨ ਫਿਊਚਰ। ਸੋ ਬਿਕੋਜ਼ ਹਾਲੇ ਤਾਂ ਸ਼ਾਇਦ ਮੇਰੇ ਇੱਕ ਫਰੈਂਡ ਨੂੰ ਫੋਨ ਆਇਆ ਸੀਗਾ ਉਹਨਾਂ ਦੇ DSP ਦਾ, ਮਿਸਟਰ ਛਿੱਬੜ ਆਈ ਥਿੰਕ, ਅਤੇ ਉਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ, ਸਾਡੇ ਅਗੇਂਸਟ ਤੁਸੀਂ ਕੋਈ ਕਾਰਵਾਈ ਨਾ ਕਰੋ, ਸਾਡੀ ਮਿਸਅੰਡਰਸਟੈਂਡਿੰਗ ਹੋ ਗਈ, ਬਿਕੋਜ਼ ਉਹਨੇ ਸਾਨੂੰ ਕਿਤੇ ਮਿਸਗਾਈਡ ਕੀਤਾ ਵੀ ਮੇਰੀ ਐਂਟੀਸਪੈਕਟਰੀ ਬੇਲ ਹੋਈ ਵੀ ਆ, ਅਤੇ ਮੈਨੂੰ ਨੋਟਿਸ ਉਹਨਾਂ ਨੇ ਦਿੱਤਾ ਅਤੇ ਮੈਂ ਅੱਗੇ 12 ਜੂਨ ਨੂੰ ਜਿਹੜਾ ਹੈਗਾ ਮੈਂ ਉਹਦੇ 'ਚ ਅਪੀਅਰ ਹੋਣਾ। ਸੋ
ਮੈਨੂੰ ਨਹੀਂ ਲੱਗਦਾ ਵੀ ਡੀਐਸਪੀ ਸਾਹਿਬ ਨੇ ਉੱਥੇ ਜਿਹੜੇ ਚਿੱਬੜ ਸਾਹਿਬ ਨੇ ਉਹਨਾਂ ਨੇ ਕੋਈ ਰੈਲੇਵੈਂਸੀ ਵਾਲੀ ਗੱਲ ਕੀਤੀ ਆ ਜਿਹੜੇ ਮਿਸਟਰ ਹਰਿੰਦਰ ਪਰ ਰਾਣਾ ਜੋਸ਼ੀ ਸਾਹਿਬ ਜੇ ਇਸ ਤਰ੍ਹਾਂ ਜਿਹੜਾ ਗੁਨੇਗਾਰ ਹੁੰਦਾ ਹੈ ਜਾਂ ਜਿਹਦੇ ਉੱਤੇ FIR ਹੋਈ ਹੁੰਦੀ ਹੈ ਉਹ ਇਸ ਤਰ੍ਹਾਂ ਜੇ DSP ਰੈਂਕ ਦੇ ਬੰਦੇ ਨੂੰ ਇਹ ਕਹੇ ਕਿ ਮੇਰੀ ਐਂਟੀਸਪੇਟਰੀ ਬੇਲ ਹੋਈ ਹੈ ਜਾਂ ਕੁਝ ਵੀ, ਤਾਂ DSP ਨੂੰ ਚਾਹੀਦਾ ਨਹੀਂ ਕਿ ਇਨਵੈਸਟੀਗੇਸ਼ਨ ਕਰੇ ਜਾਂ ਉਸ ਚੀਜ਼ ਦੇ ਉੱਤੇ ਪੂਰਨ ਤੌਰ ਤੇ ਇੱਕ ਨੌਲੇਜ ਹੋਣੀ ਚਾਹੀਦੀ ਹੈ ਉਸ ਨੂੰ? ਇਨਵੈਸਟੀਗੇਸ਼ਨ ਕੀ ਕਰਨੀ ਸੀ ਜਦੋਂ ਉਹਨਾਂ ਨੂੰ ਡਾਕੂਮੈਂਟ ਹੀ ਭੇਜਤੇ ਸੀਗੇ। ਜਦੋਂ ਅਸੀਂ PL ਫਾਈਲ ਕੀਤੀ ਸਾਡੀ ਕੇਸ ਉਹਨਾਂ ਨੂੰ ਦੱਸਤਾ ਵੀ ਅਸੀਂ ਇਹਨਾਂ ਦੀ ਬੇਲਾਂ ਪੋਜ਼ ਕੀਤੀਆਂ, ਸਭ ਕੁਝ ਉਹਨਾਂ ਦੇ ਮਾਮਲੇ ਦੇ ਜਿਹੜਾ ਉਹਨਾਂ ਦੇ ਧਿਆਨ 'ਚ ਸੀਗਾ ਤੇ ਉਹ ਸਾਡੇ ਤੋਂ ਹੀ ਪੁੱਛ ਲੈਂਦੇ। ਬਾਅਦ 'ਚ SHO ਨੇ ਫੋਨ ਵੀ ਨਹੀਂ ਚੁੱਕਿਆ। ਜਦੋਂ SHO ਨੂੰ ਮੈਂ ਗੱਲ ਕਹਿਤੀ, ਮੈਂ ਕਿਹਾ SHO ਸਾਹਿਬ ਵੀ ਮੈਂ ਤੁਹਾਡੀ ਆਵਾਜ਼ ਜਿਹੜੀ ਹੈ ਕਨਵਰਸੇਸ਼ਨ ਇਹ ਰਿਕਾਰਡ ਕਰ ਰਿਹਾ, ਉਸ ਤੋਂ ਬਾਅਦ ਉਹਨਾਂ ਦਾ ਇੱਕਦਮ ਜਿਹੜਾ ਹੈਗਾ ਰਵੱਈਆ ਹੀ ਗੱਲ ਕਰਨ ਦਾ ਚੇਂਜ ਹੋ ਗਿਆ। ਉਹ ਕਹਿੰਦੇ ਜੀ ਮੈਂ ਤਾਂ ਐਜ਼ ਪਰ ਲਾਅ ਜਿਹੜਾ ਹੈਗਾ ਮੈਂ ਚਲਾਨ ਕੱਟ ਰਿਹਾ ਤੇ ਮੈਨੂੰ ਇੰਟੀਮੇਸ਼ਨ ਹੋਊਗੀ ਦੈਨ ਮੈਂ ਕਰਾਂਗਾ। ਮੈਂ ਕਿਹਾ ਇੰਟੀਮੇਸ਼ਨ ਤੁਹਾਨੂੰ ਦੇਤੀ, ਇੰਟੀਮੇਸ਼ਨ ਮੈਂ ਤੁਹਾਨੂੰ ਦੇਤੀ ਦੇ ਕੇਸ 2 ਪਰਚੇ ਨੇ, ਨਹੀਂ ਤਾਂ ਮੇਰਾ ਦਿਮਾਗ ਥੋੜ੍ਹਾ ਖਰਾਬ ਹੋਈ। ਮੈਂ ਚੰਡੀਗੜ੍ਹ ਤੋਂ ਨਾਭੇ ਫੋਨ ਕਰ ਰਿਹਾ SHO ਨੂੰ ਵੀ ਸਾਨੂੰ ਕੀ ਪਤਾ ਵੀ ਇਹ ਬੰਦਾ ਜਿਹੜਾ ਉੱਥੇ ਫੜਿਆ ਗਿਆ, ਕਿਸੇ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੋਣੀ ਹੈ ਤੇ ਸਾਡਾ ਫਰਜ਼ ਬਣਦਾ ਸੀ ਅਸੀਂ ਉਹ ਨਿਭਾਤਾ। ਬਾਕੀ ਦੂਜੀ ਗੱਲ ਉਹਦਾ ਫਰਜ਼ ਇਹ ਬਣਦਾ ਸੀਗਾ ਵੀ ਇੱਕ ਵਾਰੀ ਸਾਨੂੰ ਫੇਰ ਫੋਨ ਕਰਦਾ ਜਾਂ ਫਿਰ ਆਪਣੇ ਸੀਨੀਅਰ ਆਫੀਸ਼ੀਅਲਸ ਨੂੰ ਗੱਲ ਕਹਿੰਦਾ ਵੀ ਮੈਨੂੰ ਇੱਦਾਂ ਦਾ ਕਰਕੇ ਇੱਕ ਐਡਵੋਕੇਟ ਰਵੀ ਜੋਸ਼ੀ ਆ ਉਹਦਾ ਨਾਂ ਦਾ ਫੋਨ, ਬੰਦੇ ਦਾ ਨਾਂ ਦਾ ਫੋਨ ਆਇਆ ਵੀ ਇਹਦੇ ਅਗੇਂਸਟ 2 ਨੇ। ਨਾਲੇ ਇਹ ਤਾਂ ਕਲੀਅਰ ਕੱਟ ਉਹਨੇ ਸਾਰਿਆਂ ਵੀ ਝੂਠ ਬੋਲਿਆ ਨਾ, ਬਿਕੋਜ਼ ਉਹਨੇ ਗੱਲ ਕਹੀ ਵੀ ਮੈਂ ਕਿਹਾ ਇਹਨੂੰ ਅਰੈਸਟ ਕਰੋ। ਉਹ ਕਹਿੰਦਾ ਨਹੀਂ ਜੀ ਮੈਂ ਸੀਨੀਅਰ ਜਿਹੜੇ ਨੇ ਮੇਰੇ, ਮੈਂ ਉਹਨਾਂ ਦੀ ਇੰਸਟਰਕਸ਼ਨ ਦੇ ਅਕੋਰਡਿੰਗਲੀ ਚੱਲਣਾ। ਇਟ ਮੀਨਸ ਕਿਧਰੇ ਨਾ ਕਿਧਰੇ ਉਹਨੂੰ ਪਤਾ ਸੀ ਵੀ ਮੈਂ ਕਿਉਂ ਅਰੈਸਟ ਕਰਨ ਵਾਸਤੇ ਕਹਿ ਰਿਹਾ ਇਹਨੂੰ। ਸੈਕੰਡਲੀ ਗੱਲ ਇਹ ਆ, ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਲੈ ਗਿਆ। ਜੇ ਉਹਨੇ ਸਿੰਪਲ ਚਲਾਨ ਕੱਟਣਾ ਹੁੰਦਾ ਤੇ ਉਹਨੂੰ ਆਪਣੀ ਜਿਹੜੀ ਮਹਿੰਦਰਾ ਕੈਂਪਰ ਆ ਉਹਦੇ ਵਿੱਚ ਕਿਉਂ ਬਿਠਾ ਕੇ ਲੈ ਕੇ ਗਏ? ਉਹ DSP ਆਫਿਸ ਕਿਉਂ ਲੈ ਕੇ ਗਏ? ਉੱਥੇ DSP ਆਫਿਸ ਦੇ ਵਿੱਚ ਕਿਹਦਾ ਫੋਨ ਆਇਆ, ਕਿਹੜੇ ਸੀਨੀਅਰ ਫੋਨ ਦਾ ਆਇਆ? ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹਾਂਗਾ, ਉਹ ਵੀ ਅਸੀਂ ਟਾਈਮ ਟੂ ਟਾਈਮ ਅਸੀਂ ਅੱਗੇ ਜਿਹੜਾ ਹੈਗਾ ਉਹ ਵੀ ਅਸੀਂ ਪ੍ਰੂਵ ਕਰਾਂਗੇ। ਮੈਂ ਬਿਕੋਜ਼ FIR ਜਿਹੜੀ ਅਸੀਂ PL ਫਾਈਲ ਕੀਤੀ ਸੀ ਉਹਦੇ 'ਚ ਜਿਹੜੇ ਆਪਣੇ IG ਪਟਿਆਲਾ ਰੇਂਜ ਨੇ ਮਿਸਟਰ ਜਤਿੰਦਰ ਸਿੰਘ ਔਲਖ, ਉਹਨਾਂ ਨੇ ਇੱਕ 14 ਤਰੀਕ ਨੂੰ FIR ਫਾਈਲ ਕੀਤਾ ਸੀਗਾ ਜਿਹਦੇ 'ਚ ਉਹਨਾਂ ਨੇ ਉਹਦੇ 'ਚ ਕਿਹਾ ਸੀਗਾ ਵੀ ਅਸੀਂ ਬਿਲਕੁਲ ਫੇਅਰ ਇਨਕੁਆਇਰੀ ਕਰਾਂਗੇ ਤੇ ਅਸੀਂ 188 ਤੇ 51 ਡਿਜ਼ਾਸਟਰ ਐਂਡ ਮੈਨੇਜਮੈਂਟ ਐਕਟ ਦਾ ਪਰਚਾ ਦਰਜ ਕਰਤਾ। ਤੇ ਨਾਲੇ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਸੀਕ੍ਰੇਟ ਇਨਫੋਰਮੇਸ਼ਨ ਸਾਨੂੰ ਮਿਲੀ ਸੀਗੀ ਵੀ ਸੰਗਰੂਰ ਤੇ ਬਰਨਾਲਾ ਦੋਨਾਂ ਦੇ ਵਿੱਚ ਬਾਏ ਨੇਮ ਉਹਨਾਂ ਨੇ FIR ਕੱਟੀਆਂ ਨੇ। ਤੇ ਨਾਲੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਵੀ ਸੀਕ੍ਰੇਟ ਇਨਫੋਰਮੇਸ਼ਨ ਦੇ ਅਕੋਰਡਿੰਗਲੀ ਸਾਨੂੰ ਇਹ ਵੀ ਪਤਾ ਲੱਗਿਆ ਉਹਨਾਂ ਨੇ ਵੈਪਨ ਯੂਜ਼ ਕੀਤੇ ਨੇ। ਉਹਨਾਂ ਨੇ 14 ਤਰੀਕ ਦੇ ਐਫੀਡੇਵਿਟ ਦੇ ਵਿੱਚ ਮੰਨ ਲਿਆ ਵੀ ਜਿਹੜਾ ਉੱਥੇ ਵੈਪਨ ਵੀ ਯੂਜ਼ ਹੋਏ ਨੇ ਤੇ ਉਹਦੇ 'ਚ ਆਰਮਸ ਐਕਟ ਨਹੀਂ ਲਾਇਆ। ਬਟ ਜਦੋਂ 18 ਤਰੀਕ ਨੂੰ PIL ਸਾਡੀ ਲੱਗੀ ਸੀ ਉਹ ਤੋਂ 50 ਮਿੰਟ ਪਹਿਲਾਂ 10:23 ਤੇ ਇੱਕ ਐਡੀਸ਼ਨਲ ਐਫੀਡੇਵਿਟ ਫਾਈਲ ਹੁੰਦਾ 1.5 ਪੇਜ ਦਾ, ਜਿਹਦੇ 'ਚ ਜਤਿੰਦਰ ਸਿੰਘ ਔਲਖ ਜੀ ਦੇ ਸਾਈਨ ਸੀਗੇ। ਉਹਨਾਂ ਨੇ ਐਫੀਡੇਵਿਟ ਦਿੱਤਾ ਵੀ ਅਸੀਂ ਦੋਨਾਂ ਆਪਣੇ FIR ਦੇ ਵਿੱਚ ਅਸੀਂ ਬਰਨਾਲਾ ਐਂਡ ਸੰਗਰੂਰ ਅਸੀਂ ਆਰਮਸ ਐਕਟ ਲਾਤਾ, 25-30 ਲਾਤਾ ਆਰਮਸ ਐਕਟ ਲਾਤਾ। ਉਹਦੇ 'ਚ ਜਿਹੜੀ ਬਰਨਾਲੇ FIR ਹੈ ਤੇ ਰੈਡ ਵਿੱਚ ਸੈਕਸ਼ਨ 120B ਤੇ 25-29 ਤੇ 30 ਆਰਮਸ ਐਕਟ ਲਾਤਾ ਉਹਨਾਂ ਨੇ ਸੰਗਰੂਰ ਦੇ ਵਿੱਚ, ਜਿਹਦੇ ਕਰਕੇ ਹੁਣ ਅੱਗੇ ਦੀ ਫਰਦਰ ਉਹਨਾਂ ਨੂੰ ਵੀ ਮੈਂ ਇੱਕ ਤਾਂ ਸਪੋਰਟ ਦਾ ਜਿਹੜਾ ਆਫੀਸਰ ਸੀਗਾ, ਇੱਕ ਮੈਂ ਸਭ ਤੋਂ ਪਹਿਲਾਂ ਇਤਲਾਹ ਦੇਣੀ ਉਹਨਾਂ ਨੂੰ ਸਮਝੀ, ਫਿਰ ਉਹਨੂੰ ਮੈਂ ਡਾਕੂਮੈਂਟ ਭੇਜੇ। ਜਦ ਤੱਕ ਮੈਂ ਉਹਨਾਂ ਨੂੰ ਡਾਕੂਮੈਂਟ ਭੇਜੇ ਮੇਰੇ ਕੋਲ ਸਕੈਨ ਸੀਗੇ, ਮੈਂ ਨਾਲ ਦੀ ਨਾਲ ਸਾਰੇ ਡਾਕੂਮੈਂਟ ਭੇਜਤੇ ਉਹਨਾਂ ਨੂੰ SHO ਚੀਮਾ ਨੂੰ। ਦੈਨ ਫਿਰ ਮੈਂ IG ਸਾਹਿਬ ਨੂੰ ਵੀ ਫੋਨ ਕੀਤਾ, IG ਸਾਹਿਬ ਨੂੰ ਵੀ ਮੈਂ ਦੱਸਿਆ। IG ਸਾਹਿਬ ਨੂੰ ਮੈਂ ਕਿਉਂ ਦੱਸਿਆ, ਮੈਂ SSP ਨੂੰ ਪਟਿਆਲਾ ਨੂੰ ਵੀ ਦੱਸ ਸਕਦਾ ਸੀਗਾ ਬਟ ਮੈਂ ਮੁਨਾਸਿਬ ਇਹ ਸਮਝਿਆ ਵੀ IG ਪਟਿਆਲਾ ਨੂੰ ਦੱਸਦੇ ਆ ਬਿਕੋਜ਼ ਉਹਨਾਂ ਨੇ ਐਫੀਡੇਵਿਟ ਆਨਰੇਬਲ ਹਾਈ ਕੋਰਟ ਦੇ ਵਿੱਚ 2 ਐਫੀਡੇਵਿਟ ਫਾਈਲ ਕੀਤੇ ਹੋਏ ਨੇ ਵੀ ਅਸੀਂ ਬਿਲਕੁਲ ਫੇਅਰ ਇਨਕੁਆਇਰੀ ਕਰਾਂਗੇ ਤੇ ਇਹਦੇ 'ਚ ਕੋਈ ਅਸੀਂ ਸਪੈਸ਼ਲ ਟ੍ਰੀਟਮੈਂਟ ਨਹੀਂ ਦੇਵਾਂਗੇ। ਜਦੋਂ ਅਸੀਂ ਉਹਨਾਂ ਨੂੰ ਦੱਸਤਾ ਤੇ ਉਹਨਾਂ ਦਾ ਫਰਜ਼ ਇਹ ਬਣਦਾ ਸੀ ਵੀ ਉਹ ਇਮੀਡੀਏਟਲੀ ਆ ਉਹਨਾਂ ਨੂੰ ਇੰਸਟਰਕਸ਼ਨ ਦੇਣ, ਜਿਹੜਾ ਕਿ ਮੈਂ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਵੀ ਇੱਦਾਂ SHO ਜਿਹੜੇ ਹੈਗੇ ਨੇ ਚੀਮਾ ਨਾਭੇ ਦੇ ਵਿੱਚ ਜਿਹੜੇ SHO ਲੱਗੇ ਨੇ ਮਿਸਟਰ ਚੀਮਾ, ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਫੜਿਆ ਹੋਇਆ ਤੇ ਉਹ ਇਹ ਗੱਲ ਕਹਿ ਰਹੇ ਨੇ ਵੀ ਮੈਂ ਜਦੋਂ ਸੀਨੀਅਰ ਇੰਸਟਰਕਸ਼ਨਸ ਹੋਣਗੀਆਂ ਤੇ ਉਹਦੇ ਅਕੋਰਡਿੰਗਲੀ ਮੈਂ ਅੱਗੇ ਵਰਕ ਕਰਾਂਗਾ, ਉਹਨੂੰ ਅਰੈਸਟ ਕਰਾਂਗਾ। ਮੈਂ ਕਿਹਾ ਸਰ ਤੁਸੀਂ ਇਨੀਸ਼ੀਏਟਿਵ ਲਓ ਤੇ ਤੁਸੀਂ ਉਹਦੇ 'ਚ ਇਹਨਾਂ ਨੂੰ ਕਹੋ ਵੀ ਅੱਗੇ ਫਰਦਰ ਇੰਸਟਰਕਸ਼ਨ ਦਿਓ ਵੀ ਤੁਸੀਂ ਇਹਨੂੰ ਅਰੈਸਟ ਕਰੋ। ਦੈਨ ਦਿਸ ਹੀ ਸੈਡ ਵੀ ਮੈਂ ਹਾਲੇ ਕਿਤੇ ਬਾਹਰ ਆ, ਮੈਂ ਦੇਖਣਾ ਇਹਦੇ 'ਚ ਮੈਂ ਕੀ ਇੰਸਟਰਕਸ਼ਨ ਦੇਣੀਆਂ ਨੇ। ਤੇ ਉਸ ਤੋਂ ਬਾਅਦ ਫੋਨ ਕੱਟ ਹੋ ਗਿਆ ਤੇ ਮੈਨੂੰ ਇਹ ਲੱਗਦਾ ਸੀਗਾ ਵੀ ਸ਼ਾਇਦ ਕਿਧਰੇ ਉਹ ਉਹਨਾਂ ਨੇ DSP ਨੂੰ ਜਾਂ SSP ਪਟਿਆਲਾ ਦੇ ਥਰੂ ਉਹਨਾਂ ਨੂੰ ਮੈਸੇਜ ਕਰਨਗੇ ਵੀ ਮੈਨੂੰ ਹਾਈ ਕੋਰਟ ਦੇ ਐਡਵੋਕੇਟ ਰਵੀ ਜੋਸ਼ੀ ਦਾ ਫੋਨ ਆਇਆ ਜਿਨ੍ਹਾਂ ਨੇ PL ਪਾਈ ਸੀ ਤੇ ਉਹਨੂੰ ਕਿਧਰੇ ਨਾ ਕਿਧਰੇ ਅਰੈਸਟ ਕਰਨ ਦਾ ਜਿਹੜਾ ਹੈਗਾ ਆਰਡਰ ਦੇਣਗੇ। ਬਟ ਮੇਰੇ ਹਿਸਾਬ ਨਾਲ ਉਹਨਾਂ ਨੇ ਤਾਂ ਧੱਜੀਆਂ ਉਡਾਤੀਆਂ ਕਾਨੂੰਨ ਦੀਆਂ। ਜਿਹੜਾ ਐਫੀਡੇਵਿਟ ਫਾਈਲ ਕੀਤਾ ਉਹਨਾਂ ਨੇ ਉਹ ਵੀ ਮੇਰੇ ਖਿਆਲ 'ਚ ਉਹਨਾਂ ਨੇ ਰੋਂਗ ਫਾਈਲ ਕੀਤਾ। ਸੋ ਕਿਧਰੇ ਨਾ ਕਿਧਰੇ ਉਹਨੂੰ ਸਿੱਧੂ ਮੂਸੇਵਾਲੇ ਨੂੰ ਕਲੀਅਰ ਕੱਟ ਬਚਾਉਣ ਦੀ ਕੋਸ਼ਿਸ਼ ਜਿਹੜੀ ਅਸੀਂ ਪਿਛਲੇ 1 ਮਹੀਨੇ ਤੋਂ ਕਹਿ ਰਹੇ ਹਾਂ ਅੱਜ ਇਹ ਪ੍ਰੂਵ ਹੋ ਗਈ।
ਲక్ష్ਮਣ ਸਿੰਘ ਜੀ, ਮੈਂ ਤੁਹਾਡੇ ਕੋਲੋਂ ਜਾਨਣਾ ਚਾਹੁੰਦਾ ਕਿ ਕਈ ਵਾਰੀ ਇਹ ਵੀ ਕਿਹਾ ਜਾਂਦਾ, ਕਈ ਲੋਕ ਤਰਕ ਇਸ ਤਰ੍ਹਾਂ ਵੀ ਦਿੰਦੇ ਨੇ, ਜਦੋਂ ਅੱਜ ਦਾ ਵਾਕਿਆ ਸਾਹਮਣੇ ਆਇਆ ਉਸ ਤੋਂ ਬਾਅਦ ਤਰਕ ਇਹ ਦਿੱਤਾ ਗਿਆ ਕਈ ਲੋਕਾਂ ਦੇ ਵੱਲੋਂ ਕਿ ਸਪੈਸ਼ਲੀ ਪੀਓ ਜਿਹੜੀ ਹੁੰਦੀ ਹੈ ਉਹ ਦਿੱਤੀ ਜਾਂਦੀ ਹੈ, ਇੱਕ ਲੰਬਾ ਪ੍ਰੋਸੀਜਰ ਹੁੰਦਾ ਹੈ, ਜਦੋਂ ਬੰਦਾ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਉਦੋਂ ਜਿਹੜੇ ਜੱਜ ਸਾਹਿਬਾਨ ਹੁੰਦੇ ਨੇ ਉਹ ਦੱਸਦੇ ਨੇ ਕਿ ਹਾਂ ਇਹ ਜਿਹੜਾ ਬੰਦਾ ਹੈਗਾ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਆਉਂਦਾ ਪਿਆ, ਜਿੱਥੇ ਤੁਹਾਨੂੰ ਮਿਲੇ ਇਹਨੂੰ ਫੜ ਲਿੱਤਾ ਜਾਏ। ਇਹ ਜਿਹੜਾ ਪੂਰਾ ਇੱਕ ਸਵਾਲ ਖੜਾ ਹੁੰਦਾ ਹੈ ਇਸ ਪ੍ਰੋਸੈਸ ਦੇ ਵਿੱਚ, ਇਹ ਕਿੰਨਾ ਵਾਜਿਬ ਹੈ? ਦੇਖੋ, ਜਦੋਂ ਵੀ ਨਾਨ ਅਵੇਲੇਬਲ ਆਫੈਂਸ ਦੇ ਵਿੱਚ FIR ਹੋ ਜਾਂਦੀ ਹੈ ਤਾਂ ਇਨਵੈਸਟੀਗੇਟਿੰਗ ਆਫੀਸਰ ਰੇਡ ਕਰਦਾ ਅਕਿਊਜ਼ਡ ਦੇ ਘਰ ਜਾ ਕੇ, ਉਹਨੂੰ ਰੋਜ਼ ਦੀ ਕੋਈ ਨਾ ਕੋਈ ਜਿਮਨੀ ਲਿਖਣੀ ਹੁੰਦੀ ਆ। ਉਹ ਤੋਂ ਬਾਅਦ ਜੇ ਨਹੀਂ ਲੱਭਿਆ ਜਾਂਦਾ, ਫੜਿਆ ਜਾਂਦਾ ਤਾਂ ਅਰੈਸਟ ਵਾਰੰਟ ਵੀ ਲੈ ਜਾਂਦੇ ਨੇ। ਅਰੈਸਟ ਵਾਰੰਟ ਲਿਜਾਣ ਤੋਂ ਬਾਅਦ ਬਾਰ-ਬਾਰ ਫੇਰ ਨਹੀਂ ਮਿਲਦਾ ਤਾਂ ਫਿਰ PO ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਆ। ਹੁਣ ਮੈਨੂੰ ਨਹੀਂ ਪਤਾ ਇਸ ਕੇਸ ਦੇ ਵਿੱਚ ਉਹਨਾਂ ਨੇ ਕੁਝ ਕੀਤਾ ਜਾਂ ਨਹੀਂ। ਭੱਟੀ ਸਾਹਿਬ, ਇੱਕ ਚੀਜ਼ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ। ਇੱਕ ਪਾਸੇ ਤਾਂ ਅਸੀਂ ਕਹਿੰਦੇ ਪਏ ਹਾਂ ਕਿ ਪੁਲਿਸ ਵਾਲੇ ਜਿਹੜੇ ਹੈਗੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਸ਼ਿਰਕਤ ਹੋਏਗੀ ਜਾਂ ਮਿਲੇ ਹੋ ਸਕਦੇ ਨੇ ਜਾਂ ਉਹਦੇ ਉੱਤੇ ਛਤਰੀ ਦੀ ਤਰ੍ਹਾਂ ਕੰਮ ਕਰਦੇ ਪਏ ਨੇ, ਪਰ ਇੱਕ SHO ਉੱਥੇ ਖੜਾ ਹੋ ਕੇ ਸਿੱਧੂ ਮੂਸੇਵਾਲੇ ਨੂੰ ਪਛਾਣਦਾ ਤੇ ਹੋਏਗਾ, ਉਹ ਚਲਾਨ ਵੀ ਕਰਦਾ ਪਿਆ ਉੱਥੇ। ਕਈ ਲੋਕਾਂ ਨੇ ਇਹ ਵੀ ਕਿਹਾ ਕਿ ਹਾਂ SHO ਨੇ ਚਲਾਨ ਵੀ ਕੀਤਾ ਉਹਦਾ, ਜੇ ਇੰਨਾ ਹੀ ਸੈਲੈਬ੍ਰਿਟੀ ਹੁੰਦਾ ਤੇ ਚਲਾਨ ਵੀ ਨਾ ਹੁੰਦਾ ਉਹਦਾ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, 1947 ਚ ਭਾਰਤ ਆਜ਼ਾਦ ਹੋਇਆ ਸੀ। 1960 ਚ ਇਲਾਹਾਬਾਦ ਹਾਈ ਕੋਰਟ ਨੇ ਇਹ ਇੱਕ ਫੈਸਲਾ ਦਿੱਤਾ ਸੀਗਾ, ਪੁਲਿਸ ਇਜ਼ ਐਨ ਆਰਗੇਨਾਈਜ਼ਡ ਗੈਂਗ ਆਫ ਡਕੈਟਸ ਇਨ ਡਰੈਸ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ, ਔਰ ਸਾਡੀ ਮਾਨਯੋਗ ਜੋਸ਼ੀ ਸਾਹਿਬ ਦੇ ਚਿਹਰੇ ਤੇ ਮੁਸਕਰਾਹਟ ਆ ਰਹੀ ਹੈ ਚੀਜ਼ ਸੁਣ ਕੇ। ਸਾਡੀ ਜਿਹੜੀ ਹੈ ਮਾਨਯੋਗ ਸੁਪਰੀਮ ਕੋਰਟ ਉਹਨੇ ਇਹ ਜਿਹੜੇ ਰਿਮਾਰਕਸ ਸੀਗੇ ਐਕਸਪੰਜ ਕਰ ਦਿੱਤੇ ਸੀ। ਉਸ ਤੋਂ ਬਾਅਦ ਇਲਾਹਾਬਾਦ ਹਾਈ ਕੋਰਟ ਦੀਆਂ ਦਲੇਰੀ ਵਾਲੀਆਂ ਇਹੋ ਜਿਹੀਆਂ ਅੱਜ ਤੱਕ ਵੀ ਜਜਮੈਂਟਾਂ ਆਉਂਦੀਆਂ ਰਹੀਆਂ 2020 ਤੱਕ। ਦੈਟ ਮੀਨਸ ਵੀ 58 ਸਾਲ ਦੇ ਵਿੱਚ ਕੋਈ ਕਾਰਨਾਮੇ ਪੁਲਿਸ ਨੇ ਐਸੇ ਨਹੀਂ ਕੀਤੇ ਜਿਨ੍ਹਾਂ ਨਾਲ ਇਹਨਾਂ ਦੀ ਛਵੀ ਬਰਬਾਦ ਹੋਣ ਤੋਂ ਬਚੀ ਹੋਵੇ। ਛਵੀ ਬਰਬਾਦ ਜ਼ਰੂਰ ਹੋਈ ਹੈ। ਅਗਰ ਜੇ ਇਹੋ ਜਿਹੀ ਪੁਲਿਸ ਹੈ ਤੇ ਫਿਰ ਕਿਉਂ ਨਹੀਂ ਪਾਕਿਸਤਾਨ ਤੋਂ ਮਿਲੀਟੈਂਟ ਜਿਹੜੇ ਹੈ ਇੰਟਰਨੈਸ਼ਨਲ ਪਰ ਇਹੀ ਪੁਲਿਸ ਹੈਗੀ ਹੈ ਭੱਟੀ ਸਾਹਿਬ, ਇਹੀ ਪੁਲਿਸ ਹੈਗੀ ਭੱਟੀ ਸਾਹਿਬ ਜਿਹੜੀ ਬਾਹਰੋਂ ਜਿਹੜੇ ਕ੍ਰਿਮੀਨਲ ਭੱਜਦੇ ਨੇ ਇੱਥੋਂ ਉਹਨੂੰ ਬਾਹਰੋਂ ਲੈ ਕੇ ਆ ਜਾਂਦੀ ਹੈ, ਇੱਥੇ ਪੰਜਾਬ ਦੇ ਵਿੱਚ ਲੈ ਵੀ ਆਉਂਦੀ ਹੈ, ਉਦੋਂ ਫਿਰ ਵਾਹਵਾਹੀ ਵੀ ਖੱਟਦੀ ਹੈ ਪੁਲਿਸ। ਪਰ ਸਿੱਧੂ ਮੂਸੇਵਾਲੇ ਦੇ ਕੇਸ 'ਚ ਕਿਉਂ ਨਹੀਂ ਹੈਗਾ ਇਸ ਤਰ੍ਹਾਂ? ਦੇਖੋ, ਮੈਂ ਇਹਦੇ ਦੋ ਬੜੇ ਕਲੀਅਰ ਕੱਟ ਇੰਸਟੈਂਸਿਸ ਦਿਆਂਗਾ ਤੁਹਾਨੂੰ। ਜਦੋਂ ਇਹ ਲੋਕ ਬਾਹਰ ਜਾਂਦੇ ਨੇ, ਉੱਥੋਂ ਫੜਨ ਲਈ ਜਾਂਦੇ ਆ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁੰਦੀ। ਇਹਨਾਂ ਨੇ ਸਿਰਫ ਟਰਾਂਸਪੋਰਟੇਸ਼ਨ ਹੀ ਕਰਨੀ ਹੁੰਦੀ ਹੈ ਉਸ ਐਕਿਊਜ਼ ਦੀ ਜਾਂ ਉਸ ਕ੍ਰਿਮੀਨਲ ਦੀ ਜਾਂ ਉਸ ਦੋਸ਼ੀ ਦੀ ਜਿਹੜਾ ਇੱਥੇ ਲਿਆਉਣਾ। ਕੋਈ ਇਹਨਾਂ ਦਾ ਯੋਗਦਾਨ ਨਹੀਂ ਹੁੰਦਾ। ਯੋਗਦਾਨ ਦੇਖਣਾ ਤੇ ਇਹਨਾਂ ਦਾ ਆਪਣੇ ਦੇਸ਼ ਦੇ ਵਿੱਚ, ਆਪਣੀ ਸਟੇਟ ਦੇ ਵਿੱਚ ਦੇਖ ਲਓ ਕਿੰਨਾ ਕੁ ਯੋਗਦਾਨ ਹੈ। ਪਾਕਿਸਤਾਨ ਦੇ ਖਾੜਕੂ ਇੱਥੇ ਆ ਜਾਂਦੇ ਨੇ, ਪਾਕਿਸਤਾਨ ਤੋਂ ਨਾਰਕੋਟਿਕ ਡਰੱਗਸ ਇੱਥੇ ਆ ਜਾਂਦੇ ਨੇ, ਸਾਰਾ ਕੁਝ ਇੱਥੇ ਆ ਜਾਂਦਾ। ਇਹ ਹੱਥ ਤੇ ਹੱਥ ਕਰਕੇ ਬੈਠੇ ਨੇ। ਔਰ ਈਵਨ ਲਾਕਡਾਊਨ ਦੇ ਵਿੱਚ ਵੀ ਖਬਰਾਂ ਆਈਆਂ ਨੇ ਨਜਾਇਜ਼ ਸ਼ਰਾਬ ਔਰ ਨਜਾਇਜ਼ ਜਿਹੜੇ ਨੇ ਨਸ਼ੇ ਵਿਕਦੇ ਰਹੇ ਨੇ। ਇਹ ਕਿਹਦੀ ਮਿਲੀ ਭੁਗਤ ਨਾਲ ਵਿਕਦੇ ਰਹੇ ਨੇ? ਅਗਰ ਜੇ ਤੁਸੀਂ ਇਹਨਾਂ ਦੀਆਂ ਕਾਰਾਂ ਦੇ ਉੱਤੇ ਦੇਖੋ, ਇਹਨਾਂ ਦੇ ਬੱਚਿਆਂ ਦੇ ਵਹੀਕਲਸ ਜਿਹੜੇ ਨੇ ਉਹ ਦੇਖੋ, ਉਹਨਾਂ ਉੱਤੇ ਸਪੈਸ਼ਲ ਇਨਸਿਗਨੀਆਂ ਲੱਗੇ ਹੋਏ ਨੇ। ਦੈਟ ਮੀਨਸ ਵੀ ਇਹ ਕਾਰ ਨਹੀਂ ਰੋਕਣੀ। ਇਹ ਕਿਉਂ ਨਹੀਂ ਰੋਕਣੀ ਵੀ ਕਾਰ? ਇਹ ਕਿਹੜੇ ਸਪੈਸ਼ਲ ਪ੍ਰਿਵਿਲੇਜਸ ਇੰਜੋਏ ਕਰ ਰਹੇ ਨੇ? ਅਗਰ ਜੇ ਇਸ ਸਾਰੀ ਚੀਜ਼ ਨੂੰ ਅਗਰ ਜੇ ਮੈਂ ਇੱਕ ਸ਼ਾਰਟ ਜਿਹੀ ਗੱਲ ਇਹ ਕਹਾਂ, 2020 ਦੇ ਵਿੱਚ ਘੱਟੋ ਘੱਟ ਜ਼ਿਆਦਾ ਨਹੀਂ ਤਾਂ 50 ਜਜਮੈਂਟਾਂ ਇਲਾਹਾਬਾਦ ਹਾਈ ਕੋਰਟ ਦੀਆਂ ਐਸੀਆਂ ਆ ਗਈਆਂ ਜਿਹਦੇ ਵਿੱਚ ਉਹਨਾਂ ਨੇ ਫਿਰ ਇਹੀ ਗੱਲ ਕਹੀ ਹੈ ਵੀ ਦੇ ਆਰ ਵੈਲ ਮਾਸਟਰ ਆਫ ਮੇਕਿੰਗ ਕ੍ਰਿਮੀਨਲ ਕਨਸਪੀਰੇਸੀ ਐਂਡ ਕਨਕੌਕਟਿੰਗ ਕ੍ਰਾਈਮ। ਪੁਲਿਸ ਵਾਲੇ ਖੁਦ ਕਹਿੰਦੇ ਆ ਜਿਹੜੇ ਕੰਟਰੀਜ਼ ਕ੍ਰਾਈਮ ਫਰੀ ਹੈ ਸਾਨੂੰ ਉੱਥੇ ਭੇਜ ਦਿਓ, ਵੀ ਵਿਲ ਮੇਕ ਇਟ 1000% ਕ੍ਰਾਈਮ ਫੁੱਲ ਕੰਟਰੀ ਵਿਦਨ 1 ਵੀਕ। ਇਹਦਾ ਕੀ ਮੀਨਿੰਗ ਹੈ? ਦੈਟ ਮੀਨਸ ਇਹਨਾਂ ਨੂੰ ਆਪਣੀ ਕੰਪੀਟੈਂਸੀ ਤੇ ਇਹਨਾਂ ਨੂੰ ਆਪਣੀ ਜਿਹੜੀ ਹੈ ਜੋ ਵੀ ਹੈ ਲਾਨਤ ਜਾਂ ਜ਼ਲਾਲਤ ਜਾਂ ਜੋ ਵੀ ਇਹਨਾਂ ਨੇ ਕਹਿਣੀ ਕਰਨੀ ਹੈ ਜਾਂ ਕੁਝ ਕਰਨੀ ਹੈ, ਇਹਨਾਂ ਨੂੰ ਆਪਣੀ ਕੰਪੀਟੈਂਸੀ ਦੇ ਉੱਤੇ ਇੰਨਾ ਮਾਣ ਹੈ। ਔਰ ਜਿਹੜੇ ਕੰਟਰੀਜ਼ ਵਿੱਚ ਇਸ ਵੇਲੇ ਕ੍ਰਾਈਮ ਨਹੀਂ ਹੈ, 0% ਕ੍ਰਾਈਮ ਨੇ, ਔਰ ਉੱਥੋਂ ਦੀਆਂ ਕਈ ਜੇਲ੍ਹਾਂ ਜਿਹੜੀਆਂ ਸ਼ਟ ਡਾਊਨ ਕਰ ਦਿੱਤੀਆਂ ਉਹਨਾਂ ਨੇ, ਔਰ ਉਹਨਾਂ ਨੂੰ ਹੋਰ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਕਿ ਸਾਡੇ ਦੇਸ਼ ਦੇ ਵਿੱਚ ਅਜਿਹਾ ਨਹੀਂ ਹੋ ਸਕਦਾ। ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ। ਜਿਹੜਾ ਪੁਲਿਸ ਵਾਲਾ VRS ਲੈਂਦਾ ਜਾਂ ਕਿਸੇ ਤਰ੍ਹਾਂ ਵੀ ਡਿਸਮਿਸ ਹੋ ਜਾਂਦਾ ਜਾਂ ਕੁਝ ਹੋ ਜਾਂਦਾ, ਤੁਸੀਂ ਦੇਖਿਆ ਕੈਦ ਹੋਣ ਤੋਂ ਬਾਅਦ ਉਹਨਾਂ ਨੂੰ 4 ਮਹੀਨੇ 6 ਮਹੀਨੇ ਬਾਅਦ ਜਾਂ 2 ਸਾਲ ਬਾਅਦ ਉਹਨਾਂ ਨੂੰ ਮਾਫੀ ਦੇ ਕੇ ਸਰਕਾਰ ਫਿਰ ਉਹਨਾਂ ਨੂੰ ਬਹਾਲ ਕਰ ਦਿੰਦੀ ਹੈ। ਇਹੋ ਜਿਹੇ ਕਿੰਨੇ ਕੇਸ ਪੰਜਾਬ ਸਰਕਾਰ ਨੇ ਕੀਤੇ ਆ, ਭਾਵੇਂ ਉਹ ਅਕਾਲੀ BJP ਗਵਰਨਮੈਂਟ ਸੀ ਤੇ ਭਾਵੇਂ ਕੋਈ ਗਵਰਨਮੈਂਟ ਸੀ। ਕਾਰਨਾਮੇ ਇਹਨਾਂ ਦੇ ਬੜੇ ਸੁਪਰ ਤੇ ਸਪਰਬ ਰਹੇ ਨੇ, ਇਸ ਲਈ ਇਹਨਾਂ ਦੇ ਹੌਸਲੇ ਜਿਹੜੇ ਨੇ ਬੜੇ ਵੱਡੇ ਬੁਲੰਦ ਨੇ। ਜੋਸ਼ੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਇਹ ਕਿਸੇ ਚੀਜ਼ ਵੱਲ ਇਸ਼ਾਰਾ ਕਰ ਰਹੀ ਹੈ। ਅਗਰ ਜੇ ਮੈਂ ਇਹ ਕਹਾਂ
ਪੰਜਾਬ ਦੇ ਲੋਕ ਆਪਣੀ ਰਾਖੀ ਆਪ ਕਰ ਲੈਣਗੇ, ਪੁਲਿਸ ਨੂੰ ਘਰ ਭੇਜ ਦਿਓ, ਮਹਿਕਮਾ ਪੁਲਿਸ ਤੋੜ ਦਿਓ, ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਔਰ ਇਹ ਇੱਕ ਹੋਣਾ, ਅੱਜ ਹੋਣਾ, ਕੱਲ ਹੋਣਾ। ਪਰ ਸਿੱਧੂ ਮੂਸੇਵਾਲੇ ਵਰਗੇ ਲੋਕ ਜਿਹੜੇ ਹੈਗੇ ਨੇ ਆਜ਼ਾਦ ਘੁੰਮਣਗੇ, ਤੁਹਾਡੇ ਕਹਿਣ ਦਾ ਮਤਲਬ ਹੈ ਆਜ਼ਾਦ ਘੁੰਮਣਗੇ। ਔਰ ਇਹੋ ਜਿਹੇ ਕਈ ਲੋਕ ਆਜ਼ਾਦ ਘੁੰਮ ਰਹੇ ਨੇ, ਕਿਤੇ ਸਿਰ ਤੇ ਪੈਸੇ ਦੇ ਜ਼ੋਰ ਤੇ, ਪੈਸੇ ਦੇ ਸਿਰ ਤੇ, ਰਿਜ਼ਰਵ ਬੈਂਕ ਦਾ ਜਿਹੜੇ ਨੋਟ ਚੁੱਕੀ ਫਿਰਦੇ ਨੇ ਉਹਨਾਂ ਦੇ ਜ਼ੋਰ ਤੇ। ਔਰ ਜੇ ਇਹ ਸਵਾਲ ਕੀਤਾ ਜਾਏ ਉਸ ਵੇਲੇ ਦੇ ਸਮੇਂ ਦੇ ਚੀਮਾ ਸਾਹਿਬ ਨੂੰ, ਜੇ ਇਹ ਪੁੱਛਿਆ ਜਾਏ, ਉਹਨਾਂ ਦੀ ਪੂਰੀ ਜਿਹੜੀ ਹੈ ਛਾਣਬੀਨ ਕਰਕੇ, ਉਹਨਾਂ ਨੂੰ ਅਹੁਦੇ ਤੋਂ ਵੱਖਰਾ ਕਰਕੇ, ਉਹਨਾਂ ਦੀ ਪੂਰੀ ਜਿਹੜੀ ਹੈ ਕੀਤੀ ਜਾਏ, ਕਿਸੇ ਤਰ੍ਹਾਂ ਵੀ ਇਨਕੁਆਇਰੀ ਕੀਤੀ ਜਾਏ, ਤੇ ਮੇਰੇ ਖਿਆਲ ਹੈ ਬਈ ਇਟ ਵਿਲ ਸਪੀਕ ਹਾਈ ਵਾਲੀਅਮਸ। ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਮਹਿਕਮਾ ਵਿਜੀਲੈਂਸ ਹੈ ਪੰਜਾਬ ਪੁਲਿਸ ਦਾ, ਉਹਦੇ ਹੀ ਦੇਖੋ ਕੰਪਲੇਂਟਾਂ ਕਿੰਨੀਆਂ ਜਾਂਦੀਆਂ, ਲੇਕਿਨ ਕਲੀਨ ਚਿੱਟ ਸਾਰਿਆਂ ਨੂੰ ਹੀ ਮਿਲਦੀ ਹੈ। ਐਡੇ ਵੱਡੇ ਫਾਈਲਾਂ ਦੇ ਢਿੱਡ ਭਰੇ ਹੁੰਦੇ ਨੇ ਮਟੀਰੀਅਲ ਸਮੇਤ, ਉਹਨੂੰ ਕੋਈ ਦੇਖਣ ਦਾ ਜਿਹੜਾ ਕਸ਼ਟ ਹੀ ਨਹੀਂ ਕਰਦਾ। ਸਾਡੀਆਂ ਮਾਣਯੋਗ ਅਦਾਲਤਾਂ ਜਿਹੜੀਆਂ, ਸਾਡੇ ਜੱਜ ਸਾਹਿਬ ਬੈਠੇ ਨੇ, ਇਹ ਇਸ ਗੱਲ 'ਤੇ ਸਹੀ ਕਰਦੇ ਨੇ ਜਾਂ ਨਹੀਂ ਕਰਦੇ। ਜਦੋਂ 500 ਪੇਜ ਦੀ ਫਾਈਲ ਆ ਜਾਂਦੀ ਹੈ, ਜੱਜ ਸਾਹਿਬ ਆਪਣੇ ਰੀਡਰ ਨੂੰ ਜਾਂ ਕਿਸੇ ਹੋਰ ਮਤਹਿਤ ਨੂੰ ਕਹਿ ਦਿੰਦੇ, ਯਾਰ ਇਹਦੇ ਵਿੱਚੋਂ ਦੇਖ ਲਈ, ਜੇ ਕੋਈ ਨਿਕਲਦੀ ਹੈ ਗੱਲ ਤਾਂ ਦੱਸਦੀ ਮੈਨੂੰ, ਨਹੀਂ ਤਾਂ ਮੈਂ ਆਪ ਤਾਂ ਪੜ੍ਹਨੀ ਨਹੀਂ। ਔਰ ਅਜਿਹਾ ਕੰਮ ਹੋ ਰਿਹਾ ਹੈ ਜਿਸ ਵਜ੍ਹਾ ਕਰਕੇ ਇਹ ਕ੍ਰਾਈਮ ਨੂੰ ਜਿਹੜੀ ਹੈ ਇਨਕਰੇਜਮੈਂਟ ਮਿਲ ਰਹੀ ਹੈ। ਇਹ ਇੱਕ ਬੜੀ ਮੰਦਭਾਗੀ ਘਟਨਾ ਹੈ। ਇਹੀ ਲੋਕ ਦੇਸ਼ ਨੂੰ ਵੇਚ ਰਹੇ ਨੇ, ਪੋਲੀਟੀਸ਼ੀਅਨ ਵੇਚ ਰਹੇ ਨੇ, ਪੁਲਿਸ ਵਾਲੇ ਵੇਚ ਰਹੇ ਨੇ, ਮਾਫੀਆਜ਼ ਵੇਚ ਰਹੇ ਨੇ, ਕੌਣ ਕੁਝ ਵੇਚ ਰਿਹਾ, ਇਹ ਸਾਰਾ ਤੁਹਾਡੇ ਸਾਹਮਣੇ ਇਲੈਕਟ੍ਰੋਨਿਕ ਮੀਡੀਆ ਤੇ ਆ ਰਿਹਾ ਹੈ। ਜੇ ਮੀਡੀਆ ਦੇ ਰੋਲ ਦਾ ਕੀਤਾ ਜਾਏ, ਵਰਣਨ ਕੀਤਾ ਜਾਏ ਜਾਂ ਵਿਵਰਨ ਕੀਤਾ ਜਾਏ, ਇਹ ਇੱਕ ਸ਼ਲਾਘਾਯੋਗ ਰੋਲ ਹੈ ਜਿਹਦੇ ਤੋਂ ਮੀਡੀਆ ਸੁਚੇਤ ਕਰਾ ਸਕਦਾ। ਮੀਡੀਆ ਡਾਂਗ ਫੜ ਕੇ ਜਾਂ AK-47 ਚੁੱਕ ਕੇ ਲੜਾਈ ਨਹੀਂ ਲੜ ਸਕਦਾ। ਜਿਸ ਤਰ੍ਹਾਂ ਉਹ ਲੜਾਈ ਲੜ ਰਹੇ ਨੇ, ਇਹ ਇੱਕ ਬੜਾ ਸ਼ਲਾਘਾਯੋਗ ਕਦਮ ਹੈ। ਬਿਲਕੁਲ। ਅੱਛਾ ਜੋਸ਼ੀ ਸਾਹਿਬ, ਇੱਕ ਚੀਜ਼ ਦੱਸੋ ਮੈਨੂੰ, ਤੁਸੀਂ ਕਾਲਾ ਲਿਬਾਸ ਪਾਉਂਦੇ ਹੋ, ਤੁਸੀਂ ਕਾਨੂੰਨ ਦੀ ਹਿਮਾਇਤ ਕਰਦੇ ਹੋ, ਤੁਸੀਂ ਪਹੁੰਚੇ ਕੋਰਟ ਦੇ ਵਿੱਚ, ਤੁਸੀਂ ਜਾ ਕੇ PIL ਵੀ ਪਾਤੀ ਇਸ ਉਮੀਦ ਦੇ ਨਾਲ ਕਿ ਸਿੱਧੂ ਮੂਸੇਵਾਲੇ ਦੇ ਉੱਤੇ ਆਰਮਸ ਐਕਟ ਲੱਗੇਗਾ, ਕਾਰਵਾਈ ਹੋਏਗੀ। ਲੇਕਿਨ ਅੱਜ ਜੋ ਹੋਇਆ, ਉਸ ਤੋਂ ਬਾਅਦ ਬਤੌਰ ਇੱਕ ਵਕੀਲ ਤੁਹਾਡਾ ਕਾਨੂੰਨ ਦੇ ਉੱਤੇ ਯਕੀਨ ਰਿਹਾ ਥੋੜ੍ਹਾ ਬਹੁਤ? ਦੂਜੀ ਗੱਲ ਇਹ, ਜਦੋਂ ਭੱਟੀ ਸਾਹਿਬ ਕਹਿੰਦੇ ਨੇ ਕਿ ਪੁਲਿਸ ਵਾਲੇ ਡਕੈਤ ਨੇ, ਉਦੋਂ ਤੁਹਾਡੇ ਚਿਹਰੇ ਦੇ ਉੱਤੇ ਮੁਸਕਰਾਹਟ ਆਉਂਦੀ, ਜਿੱਦਾਂ ਮੈਂ ਪਹਿਲੇ ਵਰਣਨ ਕੀਤਾ। ਇਹਨਾਂ ਚੀਜ਼ਾਂ ਨੂੰ ਜੇ ਜੋੜ ਕੇ ਦੇਖਿਆ ਜਾਵੇ ਤੇ ਅੱਜ ਜੋ ਤੁਹਾਡੀ ਉਮੀਦ ਸੀਗੀ ਉਹ ਟੁੱਟੀ ਕਿ ਨਹੀਂ ਟੁੱਟੀ? ਨਹੀਂ, ਸਾਡੀ ਉਮੀਦ ਨਹੀਂ ਟੁੱਟੀ, ਬਿਕੋਜ਼ ਉਮੀਦ ਤੇ ਦੁਨੀਆ ਕਾਇਮ ਹੈ। ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਕਾਨੂੰਨ ਦੇ ਅਸੀਂ ਜਦੋਂ PIL ਪਾਈ ਆ, ਸੋ ਕਿਧਰੇ ਨਾ ਕਿਧਰੇ ਤਾਂ ਪੰਜਾਬ ਪੁਲਿਸ ਦੇ ਨੱਕ ਦੇ ਵਿੱਚ ਨਕੇਲ ਪਈ, ਤਾਂ ਉਹਨਾਂ ਨੇ 50 ਮਿੰਟ ਪਹਿਲਾਂ ਜਿਹੜਾ ਹੈਗਾ ਹੀਅਰਿੰਗ ਤੋਂ ਉਹਨਾਂ ਨੇ ਜਿਹੜਾ ਆਰਮਸ ਐਕਟ ਲਾਇਆ। ਅਦਰਵਾਈਜ਼ ਉਹਨਾਂ ਦੀ ਪੂਰੀ ਕੋਸ਼ਿਸ਼ ਸੀਗੀ ਵੀ ਉਹ ਆਰਮਸ ਐਕਟ ਨਾ ਲੱਗੇ। ਬਿਕੋਜ਼ ਦੇਖੋ DGP ਸਾਹਿਬ ਜਿਹੜੇ ਨੇ, ਉਹਨਾਂ ਨੇ ਜਦੋਂ ਵੀਡੀਓ ਵਾਇਰਲ ਹੋਈ, ਸ਼ਾਇਦ ਮੈਂ ਤੁਹਾਨੂੰ ਨਹੀਂ ਪਤਾ ਹੋਏਗਾ ਜਾਂ ਇੱਕ ਵਾਰੀ ਹੋਰ ਯਾਦ ਕਰਾ ਦਾਂ ਵੀ ਜਦੋਂ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ DGP ਸਾਹਿਬ ਦੇ ਆਰਡਰ ਦੇ ਨਾਲ 188 ਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਦਾ ਪਰਚਾ ਦਰਜ ਹੋਇਆ। SSPs ਨੇ ਉਹ ਵੀ ਨਹੀਂ ਕੀਤਾ, ਬਟ DGP ਦੀ ਡਾਇਰੈਕਸ਼ਨਸ ਤੋਂ ਹੋਇਆ। ਇੱਕ ਪ੍ਰੈਸ ਨੋਟ ਆਇਆ ਸੀਗਾ ਮੇਰੇ ਕੋਲ, ਪ੍ਰੈਸ ਨੋਟ ਮੈਨੂੰ ਮੀਡੀਆ ਵਾਲਿਆਂ ਨੇ ਭੇਜਿਆ ਸੀ ਕਿਸੇ ਨੇ ਪਹਿਲੇ ਦਿਨ। ਉਸ ਤੋਂ ਬਾਅਦ ਜਦੋਂ 4 ਤਰੀਕ ਤੋਂ ਲੈ ਕੇ ਫਿਰ ਅਸੀਂ 7 ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਆਪਣੇ ਆਨਰੇਬਲ ਹਾਈ ਕੋਰਟ ਦੇ ਵਿੱਚ ਵੀ ਸੂ ਮੋਟੋ ਐਕਸ਼ਨ ਲਿੱਤਾ ਜਾਵੇ। ਬਿਕੋਜ਼ ਹਾਈ ਕੋਰਟ ਵੀ ਦੇਖੋ ਜੀ, ਚਲੋ ਕਿੰਨਾ ਕੁ ਭੱਟੀ ਸਾਹਿਬ ਦੀ ਗੱਲ ਕਿਧਰੇ ਨਾ ਕਿਧਰੇ ਜਾਇਜ਼ ਹੈ ਵੀ ਜਦੋਂ ਫਾਈਲਾਂ ਮੋਟੀਆਂ ਹੋ ਜਾਂਦੀਆਂ ਤੇ ਸ਼ਾਇਦ ਪੜ੍ਹੇ ਨਾ, ਬਟ ਲੇਕਿਨ ਸਾਡੀ ਤਾਂ ਫਾਈਲ ਵੀ ਮੋਟੀ ਨਹੀਂ ਸੀ, 3 ਪੇਜਾਂ ਦੀ ਰਿਪਰੈਜ਼ੈਂਟੇਸ਼ਨ ਸੀ ਵੀ ਸੂ ਮੋਟੋ ਐਕਸ਼ਨ ਲਿੱਤਾ ਜਾਵੇ। ਬਿਕੋਜ਼ AK-47 ਯੂਜ਼ ਹੋਈ ਹੈ, ਜਿੱਥੇ ਦੁਨੀਆ ਜਿਹੜੀ ਹੈਗੀ ਆ ਕਰੋਨਾ ਵਾਇਰਸ ਨਾਲ, ਤੇ ਜਿੱਥੇ ਲੇਡੀਜ਼ ਜਿਹੜੀਆਂ ਨੇ ਉਹ ਸੜਕ 'ਤੇ ਡਿਲੀਵਰੀਆਂ ਕਰ ਰਹੀਆਂ, ਤੇ ਪੁਲਿਸ ਵਾਲੇ ਆਪਣੀ ਜਿਪਸੀ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਹਸਪਤਾਲ ਤੱਕ ਨਹੀਂ ਛੱਡ ਰਹੇ, ਤੇ ਉਹਨਾਂ ਨੂੰ ਸੜਕ ਦੇ ਉੱਤੇ ਡਿਲੀਵਰੀਆਂ ਕਰਨੀਆਂ ਪਈਆਂ। ਤੇ ਇੱਥੇ ਪੰਜਾਬ ਪੁਲਿਸ ਦੇ 5 ਪੁਲਿਸ ਆਫੀਸ਼ਲ ਜਿਹੜੇ ਨੇ ਵਿਦਆਊਟ ਐਨੀ ਮਾਸਕ, ਵਿਦਆਊਟ ਐਨੀ ਪ੍ਰੋਟੋਕਾਲ, ਸਭ ਧੱਜੀਆਂ ਉਡਾ ਕੇ ਆਰਮਰ ਤੋਂ ਉੱਥੋਂ ਜਾ ਕੇ AK-47 ਇਸ਼ੂ ਕਰਾਉਂਦੇ ਨੇ, ਤੇ ਬੁਲਟਸ ਜਿਹੜੀਆਂ ਉਹ ਇਸ਼ੂ ਕਰਾਉਂਦੇ ਨੇ, ਤੇ ਉੱਥੇ ਪਹਿਲਾਂ ਲੱਦਾ ਕੋਠੀ ਜਾ ਕੇ ਚਲਾਉਣਗੇ, ਉਸ ਤੋਂ ਬਾਅਦ ਜਾ ਕੇ ਓਪਨ ਜਿਹੜੇ ਹੈਗੇ ਐਗਰੀਕਲਚਰ ਲੈਂਡ ਦੇ ਵਿੱਚੋਂ ਚਲਾ ਰਹੇ ਨੇ ਲੋਕਾਂ ਦੀ ਜ਼ਮੀਨ ਦੇ ਵਿੱਚ। ਸੋ ਕਿਧਰੇ ਨਾ ਕਿਧਰੇ ਮੇਰੀ ਗੱਲ ਵਿੱਚ ਰਹਿ ਗਈ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂਗਾ। ਉਹਦੇ 'ਚ ਜਦੋਂ ਅਸੀਂ PIL ਪਾਈ 4 ਤਰੀਕ ਤੋਂ ਲੈ ਕੇ 18 ਤਰੀਕ ਤੱਕ ਉਹਨਾਂ ਕੋਲੇ ਅਪਰੋਕਸੀਮੇਟਲੀ 2 ਹਫ਼ਤੇ ਦਾ ਟਾਈਮ ਸੀਗਾ। ਪਰ ਲਾਸਟ ਦੇ ਵਿੱਚ ਉਹਨਾਂ ਨੂੰ ਕਿਧਰੇ ਲੱਗਿਆ ਵੀ ਅਸੀਂ ਐਡਮਿਸ਼ਨ ਵੀ ਕਰਤੀ ਤੇ ਅਸੀਂ ਆਰਮਸ ਐਕਟ ਵੀ ਨਹੀਂ ਲਾਇਆ। ਸੋ ਹਾਈ ਕੋਰਟ ਤੋਂ ਜਿਹੜਾ ਕਾਨੂੰਨ ਦਾ ਡੰਡਾ ਜਿਹੜਾ ਹੈਗਾ, ਕਿਧਰੇ ਨਾ ਕਿਧਰੇ ਹਲੇ ਪੁਲਿਸ ਨੂੰ ਕਾਨੂੰਨ ਦੇ ਡੰਡੇ ਦਾ ਡਰ ਸੀਗਾ ਜੋ ਉਹਨਾਂ ਨੇ ਕਰਤਾ। ਇਹ ਵੀ ਦੇਖੋ ਉਹਨਾਂ ਨੇ ਕੋਈ ਨਾ ਕੋਈ ਕਮਿਟਮੈਂਟ ਕੀਤੀ ਹੋਣੀ ਆ,
ਕਿਉਂਕਿ ਡੀਜੀਪੀ ਸਾਹਿਬ ਨੇ ਜਦੋਂ ਇੱਕ ਇਹਨਾਂ ਨੇ ਪਿੱਛੇ ਗਾਣਾ ਕੱਢਿਆ ਸੀ, ਉਹ ਟਵੀਟ ਵੀ ਕੀਤਾ ਸੀਗਾ, ਆਈ ਥਿੰਕ ਬਾਅਦ 'ਚ ਉਹਨਾਂ ਨੇ ਉਹ ਟਵੀਟ ਡਿਲੀਟ ਕਰਤਾ। ਤੇ ਜਦੋਂ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਜਿਹੜੀ ਹੈਗੀ ਆ ਉਹਨੂੰ ਸ਼ਹਿ ਹੋਣੀ ਹੈ ਬਿਕੋਜ਼ ਉਹਨਾਂ ਨੇ ਪ੍ਰੇਜ਼ ਕਰਤੀ ਜਾਂ ਉਹਨਾਂ ਨੇ ਉੱਦਾਂ ਪ੍ਰੇਜ਼ ਕੀਤੀ ਹੈ ਜਾਂ ਪਰਸਨਲੀ ਉਹਨਾਂ ਨੂੰ ਜਾਣਦੇ ਨੇ, ਮੈਂ ਨਹੀਂ ਜਾਣਦਾ ਬਿਕੋਜ਼ ਅਦਰਵਾਈਜ਼ ਗੁਪਤਾ ਜੀ ਬਾਰੇ ਮੈਂ ਜਿੰਨਾ ਸੁਣਿਆ ਬੜੇ ਇਮਾਨਦਾਰ ਆਫੀਸਰ ਨੇ ਤੇ ਬੜੇ ਸੁਲਝੇ ਹੋਏ ਬੰਦੇ ਨੇ, ਬਟ ਫਿਰ ਵੀ ਕਿਧਰੇ ਨਾ ਕਿਧਰੇ ਜਿਹੜਾ ਸ਼ਾਇਦ ਵੀ ਹੈਗਾ ਹੋਣੀ ਹੈ ਤੇ ਸੁਲਝੇ ਹੋਏ ਅਫਸਰ ਵੀ ਹੋਣੇ ਆ। ਹਾਂਜੀ, ਸ਼ਾਇਦ ਵੀ ਹੋਣੀ ਹੈ ਤੇ ਸੁਲਝੇ ਹੋਏ ਅਫਸਰ ਦੇਖੋ ਜੀ, ਸੁਲਝੇ ਹੋਏ ਅਫਸਰ ਜਿਹੜੇ ਹੁੰਦੇ ਹਮੇਸ਼ਾ ਸੋਚ ਸਮਝ ਕੇ ਕੰਮ ਕਰਦੇ ਨੇ ਤੇ ਆਪਣਾ ਫਾਇਦਾ ਪਹਿਲਾਂ ਸੋਚਦੇ ਨੇ, ਇਸ ਸਰਕਾਰ ਦਾ ਫਾਇਦਾ ਬਾਅਦ 'ਚ ਸੋਚਦੇ ਨੇ ਜਾਂ ਆਪਣਾ ਕੰਮ ਨੂੰ ਲੈ ਕੇ। ਤੇ ਕਿਧਰੇ ਨਾ ਕਿਧਰੇ ਉਹਨੂੰ ਇੰਸਟਰਕਸ਼ਨ ਸੀਗੀਆਂ ਬਿਕੋਜ਼ ਨਹੀਂ ਤਾਂ ਦੇਖੋ ਜੀ, ਮਾਨਸਾ ਡਿਸਟ੍ਰਿਕਟ ਮਾਨਸਾ ਦਾ ਐਸਪੀ ਸੰਗਰੂਰ, ਐਸਪੀ ਬਰਨਾਲਾ, ਐਸਪੀ ਸੰਗਰੂਰ, ਉਹਨਾਂ ਤੋਂ ਤਿੰਨਾਂ ਤੋਂ ਮਿਲ ਕੇ ਕਿਧਰੇ ਨਹੀਂ ਫੜਿਆ ਗਿਆ। ਤੇ ਐਸਐਸਪੀ ਮਾਨਸਾ ਜਿਹੜੇ ਨੇ ਉਹ ਕਰੋਨਾ ਵਾਇਰਸ ਤੇ ਚਲੋ ਸੋਸ਼ਲ ਕਾਜ਼ ਵਾਸਤੇ ਸੈਲੀਬ੍ਰਿਟੀਜ਼ ਨੂੰ ਅੱਗੇ ਲੈ ਜਾਂਦੇ ਨੇ ਤੇ ਜਿਨ੍ਹਾਂ ਦੇ ਅੱਗੇ ਪਿੱਛੇ ਪੂਰੀ ਜ਼ਿਲ੍ਹੇ ਦੀ ਪੁਲਿਸ ਤੁਰਦੀ ਆ, ਉਹ ਜਦੋਂ ਐਸਐਸਪੀ ਕੇਕ ਦਾ ਡੱਬਾ ਲੈ ਕੇ ਜਾਂ ਰਾਸ਼ਨ ਲੈ ਕੇ ਤੇ ਉਹ ਸਿੱਧੂ ਮੂਸੇਵਾਲੇ ਵੱਲ ਦੇ ਮਗਰ ਤੁਰੂਗਾ ਤੇ ਉਹਦੇ ਹੱਥਾਂ ਨਾਲ ਅੱਗੇ ਵੰਡਵਾਊਗਾ। ਰੋਲ ਮਾਡਲ ਬਣਨਾ, ਰੋਲ ਮਾਡਲ ਐਸਐਸਪੀ ਸਾਹਿਬ ਵੀ ਬਣ ਸਕਦੇ ਸੀਗੇ, ਉਹ ਵੀ ਕਰ ਸਕਦੇ ਸੀ ਬਿਕੋਜ਼ ਜਿਹੜਾ ਪੁਲਿਸ ਇਸ ਟਾਈਮ, ਕਿਉਂਕਿ ਲੋਕੀ ਪੁਲਿਸ ਤੇ ਇੱਕ ਆਮ ਪਬਲਿਕ ਦਾ ਰਿਸ਼ਤਾ, ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਪੁਲਿਸ ਦਾ ਜਿਹੜਾ ਨਜ਼ਰੀਆ ਦੇਖਣ ਦਾ, ਉਹਨਾਂ ਨੇ ਵੀ ਪੁਲਿਸ ਧੱਕਾ ਕਰਦੀ ਹੈ। ਸੋ ਕਿਧਰੇ ਨਾ ਕਿਧਰੇ ਉਹ ਆਪ ਜੇ ਇਨੀਸ਼ੀਏਟਿਵ ਲੈਂਦੇ ਤੇ ਆਪ ਲੋਕਾਂ ਨਾਲ ਸਿੱਧਾ ਡਾਇਰੈਕਟ ਇਨਵੋਲਵ ਹੁੰਦੇ ਤੇ ਲੋਕਾਂ ਦੇ ਮਨ ਦੇ ਵਿੱਚ ਵੀ ਜਾਣਾ ਸੀ ਨਹੀਂ ਯਾਰ, ਇਹ ਵੀ ਕਿਧਰੇ ਨਾ ਕਿਧਰੇ ਜਿਹੜੀ ਪੰਜਾਬ ਪੁਲਿਸ ਵੀ ਹੈ, ਇਹਨਾਂ ਦਾ ਕਿਧਰੇ ਨਾ ਕਿਧਰੇ ਸਾਡੇ ਵਾਸਤੇ, ਆਮ ਪਬਲਿਕ ਵਾਸਤੇ ਸੌਫਟ ਕਾਰਨਰ ਵੀ ਹੈਗਾ। ਤੇ ਜਿੰਨਾ ਅਸੀਂ ਮਾੜਾ ਸਮਝਦੇ ਹਾਂ ਉਹ ਪੁਲਿਸ ਇੰਨੀ ਮਾੜੀ ਨਹੀਂ ਹੈਗੀ। ਸੋ ਮੈਂ ਇਹ ਤਾਂ ਨਹੀਂ ਕਹੂੰਗਾ ਵੀ 100% ਜਿਹੜਾ ਵੀ ਹਾਂ ਵੀ ਉਹਨਾਂ ਦੀ ਨਜ਼ਰੀਆ ਚੇਂਜ ਹੋਣਾ ਸੀ, ਲੇਕਿਨ 5 ਤੋਂ ਲੈ ਕੇ 10% ਤੱਕ ਜਿਹੜਾ ਨਜ਼ਰੀਆ ਕਿਧਰੇ ਨਾ ਕਿਧਰੇ ਉਹਨਾਂ ਦਾ ਚੇਂਜ ਹੋਣਾ ਸੀਗਾ। ਸੋ ਉਸ ਕਰਕੇ ਇਸ ਚੀਜ਼ਾਂ ਦੀ ਉਹਨੂੰ ਸ਼ਹਿ ਮਿਲੀ ਆ ਵੀ ਮੇਰਾ ਤਾਂ ਐਸਐਸਪੀ ਬਰਨਾਲਾ ਵੀ, ਐਸਐਸਪੀ ਸੰਗਰੂਰ ਵੀ ਤੇ ਐਸਐਸਪੀ ਜਿਹੜਾ ਹੈਗੇ ਆ ਮਾਨਸਾ ਪਲੱਸ ਡੀਐਸਪੀ ਮੁੰਡਾ, ਡੀਐਸਪੀ ਦਾ ਜਿਹੜਾ ਮੁੰਡਾ ਜੰਗਸ਼ੇਰ, ਉਹ ਮੇਰੇ ਨਾਲ ਹੈ ਤੇ AK-47 ਸਾਡੇ ਕੋਲ ਹੈ। ਅਸੀਂ ਪਹਿਲਾਂ ਫਾਇਰ ਕਰਾਂਗੇ ਸੰਗਰੂਰ, ਫਿਰ ਫਾਇਰ ਕਰਾਂਗੇ ਉੱਥੇ। ਤੇ ਅੱਜ ਤਾਂ ਉਹਦਾ ਹੋਰ ਹੌਸਲਾ ਵੱਧ ਗਿਆ ਹੋਣਾ ਵੀ ਦੇਖੋ ਜੀ, ਮੈਨੂੰ ਫੜ ਕੇ ਵੀ ਅੱਜ ਉਹਨੇ ਤਮਾਚਾ ਸਾਡੇ ਮੂੰਹ 'ਤੇ ਨਹੀਂ ਮਾਰਿਆ, ਉਹ ਤਮਾਚਾ ਜਿਹੜਾ ਪੰਜਾਬ ਪੁਲਿਸ 'ਤੇ ਵੱਜਿਆ। ਜਿਹੜੀ ਜਨਤਾ ਆਉਣ ਵਾਲੇ ਟਾਈਮ ਦੇ ਵਿੱਚ ਦੱਸੂਗੀ ਉਹਨਾਂ ਨੂੰ, ਪੰਜਾਬ ਪੁਲਿਸ ਨੂੰ, ਵੀ ਹਾਂ ਵੀ ਤੁਸੀਂ ਇੱਕ ਬੰਦੇ ਨੂੰ ਤਾਂ ਕਾਮਨ ਬੰਦੇ ਨੂੰ ਜਿਹੜਾ ਹੈਗਾ ਤੁਸੀਂ 57 ਹੋਵੇ ਉਹਦੇ 'ਚ ਵੀ ਤੁਸੀਂ ਫੜ ਕੇ ਰੱਖ ਲੈਂਦੇ ਹੋ, ਜਾਂ 323 506 ਦਾ ਪਰਚਾ ਵੀ ਹੋਵੇ ਉਹਦੇ 'ਚ ਵੀ ਤੁਸੀਂ ਫੜ ਕੇ ਰੱਖ ਲੈਂਦੇ ਹੋ, ਜਾਂ ਤੁਸੀਂ ਦੂਜੀ ਸਟੇਟ ਤੋਂ ਫੜ ਕੇ ਲੈਂਦੇ ਹੋ, ਜਾਂ ਕਿਸੇ ਪੋਲੀਟੀਸ਼ੀਅਨ ਦੇ ਘਰਵਾਲੀ ਨਾਲ ਜਦੋਂ ਕੋਈ ਠੱਗੀ ਵੱਜ ਜਾਂਦੀ ਆ ਤੇ ਤੁਸੀਂ ਜਾ ਕੇ ਉੱਤਰਾਖੰਡ ਤੇ ਉੱਤਰਾਂਚਲ ਦੇ ਵਿੱਚੋਂ ਵੀ ਬੰਦੇ ਫੜ ਕੇ ਲੈ ਆਉਂਦੇ ਹੋ ਵਿਦਿਨ 48 ਆਵਰਸ। ਤੇ ਇਹ ਤਾਂ ਤੁਹਾਡੇ ਸਾਹਮਣੇ ਸੀਗਾ, ਤੁਹਾਡੀ ਗੱਡੀ ਦਾ ਪੈਟਰੋਲ ਵੀ ਨਹੀਂ ਵੇਸਟ ਹੋਇਆ ਕਿਧਰੇ, ਤੇ ਤੁਹਾਡੇ ਸਾਹਮਣੇ ਤੁਹਾਨੂੰ ਇਨਫੋਰਮ ਵੀ ਕਰਤਾ, ਫਿਰ ਵੀ ਤੁਸੀਂ ਨਹੀਂ ਫੜਿਆ। ਸੋ ਕਿਧਰੇ ਨਾ ਕਿਧਰੇ ਪੰਜਾਬ ਪੁਲਿਸ ਦੇ ਉੱਤੇ ਬੜਾ ਸਵਾਲੀਆ ਨਿਸ਼ਾਨ ਹੈ ਇਹ। ਜੋਸ਼ ਸਾਹਿਬ, ਮੇਰੇ ਕੋਲ ਇੱਕ ਸਵਾਲ ਹੈਗਾ, ਮੈਂ ਤੁਹਾਡੇ ਕੋਲ ਆਵਾਂਗਾ, ਪਰ ਉਸ ਤੋਂ ਪਹਿਲਾਂ ਲక్ష్మణ ਜੀ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਕਟਘਰੇ ਦੇ ਵਿੱਚ ਜਦੋਂ ਕ੍ਰਿਮੀਨਲ ਆ ਕੇ ਖੜਾ ਹੁੰਦਾ, ਤੁਸੀਂ ਮਾਨਸਿਕਤਾ ਜਾਣਦੇ ਹੁੰਦੇ ਹੋ। ਅੱਜ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਸਿੱਧੂ ਮੂਸੇਵਾਲੇ ਦੀ, ਉਦੋਂ ਮਾਈਕ ਲੈ ਕੇ ਪੱਤਰਕਾਰ ਵੀ ਉਹਦੇ ਕੋਲ ਜਾਂਦੇ ਹੈਗੇ ਨੇ, ਲੇਕਿਨ ਜਦੋਂ ਉਹ ਆਪਣਾ ਚਲਾਨ ਕਟਵਾ ਰਿਹਾ ਹੁੰਦਾ ਉਦੋਂ ਸਾਰਿਆਂ ਨੂੰ ਕਹਿੰਦਾ ਕਿ ਯਾਰ ਬਾਅਦ 'ਚ ਖਿੱਚ ਲੈਣਾ, ਕੋਈ ਗੱਲ ਨਹੀਂ। ਇਹ ਕਿਸ ਮਾਨਸਿਕਤਾ ਦੇ ਨਾਲ ਬੇਖੌਫ ਹੋ ਕੇ ਆਪਣੀ ਰੇਂਜ ਰੋਵਰ ਕਾਲੀ ਦੇ ਵਿੱਚ ਘੁੰਮਦਾ ਫਿਰਦਾ ਸੀਗਾ? ਇਹ ਤੁਸੀਂ ਇਸ ਮਾਨਸਿਕਤਾ ਨੂੰ ਕੀ ਸਮਝਦੇ ਹੋ? ਖੌਫ ਖਤਮ ਹੋ ਗਿਆ? ਨਹੀਂ, ਖੌਫ ਤਾਂ ਨਹੀਂ ਖਤਮ ਹੋਇਆ ਕਹਿ ਸਕਦੇ। ਜਿਵੇਂ ਇਨਵੈਸਟੀਗੇਸ਼ਨ ਸਟੇਜ ਤੇ ਇਲਾਕਾ ਮੈਜਿਸਟ੍ਰੇਟ ਕੋਲ ਸਿਰਫ ਸੁਪਰਵਾਈਜ਼ ਜਾਂ ਮੋਨੀਟਰਿੰਗ ਕਰਨ ਦੀ ਹੁੰਦੀ ਆ ਪਾਵਰ, ਜ਼ਿਆਦਾ ਇੰਟਰਫੇਅਰ ਨਹੀਂ ਕਰ ਸਕਦੀ ਕੋਰਟ ਉਦੋਂ ਹੀ ਆਪਣਾ ਕਰਦੀ ਹੈ ਜਦੋਂ ਉਹਦੇ ਕੋਲ ਚਲਾਨ ਆ ਜਾਂਦਾ, ਫਿਰ ਉਦੋਂ ਦੇਖਣਾ ਵੀ ਇਹਨਾਂ ਦੇ ਸੈਕਸ਼ਨਾਂ ਠੀਕ ਲੱਗੀਆਂ ਨੇ ਜਾਂ ਨਹੀਂ। ਜੇ ਕੋਈ ਕੱਟ ਲੱਗੀ ਆ ਉਹਦਾ ਵੀ ਚਾਰਜ ਕੀਤਾ ਜਾਂਦਾ। ਡਿਊਰਿੰਗ ਟਰਾਇਲ ਜੇ ਦੇਖਿਆ ਜਾਂਦਾ ਪੁਲਿਸ ਦਾ ਕੋਈ ਹੈ ਤਾਂ ਸਟ੍ਰਿਕਚਰ ਵੀ ਪਾਸ ਕਰਦੀ ਆ ਕੋਰਟ, ਪਰ ਇਨਵੈਸਟੀਗੇਸ਼ਨ ਸਟੇਜ ਤੇ ਥੋੜਾ ਕੋਰਟ ਕੋਲ ਥੋੜਾ ਮੋਨੀਟਰਿੰਗ ਦੀ ਪਾਵਰਾਂ ਨੇ, ਸੁਪਰਵਾਈਜ਼ ਕਰਨ ਦੀ। ਪਰ ਜੱਜ ਸਾਹਿਬ, ਵਿੱਚ ਜਿਹੜੇ ਲੋਕ ਹੈਗੇ ਨੇ ਉਹ ਕਹਿੰਦੇ ਹੈਗੇ ਨੇ ਸੈਟਿੰਗ ਹੈ। ਹੁਣ ਇਹ ਸੈਟਿੰਗ ਦਾ ਅਰਥ ਤੁਸੀਂ ਵੀ ਸਮਝਦੇ ਹੋ, ਮੈਂ ਵੀ ਸਮਝਦਾ, ਬਾਕੀ ਲੋਕ ਵੀ ਸਮਝਦੇ ਨੇ। ਇੱਕ ਜੱਜ ਜਿਹੜਾ ਹੁੰਦਾ ਉਹ ਇਸ ਚੀਜ਼ ਨੂੰ ਕਿਸ ਤਰ੍ਹਾਂ ਸਮਝਾਏਗਾ ਲੋਕਾਂ ਨੂੰ ਕਿ ਕੀ ਸੈਟਿੰਗ ਹੋ ਸਕਦੀ ਹੈ? ਜਾਂ ਸਿੱਧੂ ਮੂਸੇਵਾਲਾ ਜਿਹੜਾ ਹੈਗਾ ਨੱਕ ਦੇ ਹੇਠੋਂ ਨਿਕਲ ਕੇ ਚਲਾ ਗਿਆ ਪੁਲਿਸ ਵਾਲੇ ਦੇ, ਜਦ ਕਿ FIR ਮਾਮਲਾ ਦਰਜ ਹੈਗਾ, ਉਹਦੇ ਤੇ ਆਰਮਸ ਐਕਟ ਵੀ ਲੱਗਾ ਹੋਇਆ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕੋਰਟ ਕੋਲ ਤਾਂ ਜਦੋਂ ਕੇਸ ਆਉਣਾ ਉਦੋਂ ਹੀ ਡਿਸੀਜਨ ਲੈਣਾ, ਉਹ ਤੋਂ ਪਹਿਲਾਂ ਆਪਣਾ ਜੋ ਉਹਨਾਂ ਦਾ ਰੋਲ ਆ ਪੁਲਿਸ ਆਫੀਸਰ ਦਾ ਉਹ ਦੇਖਣਾ, ਉਹਨੇ ਠੀਕ ਪਰਫਾਰਮ ਕੀਤਾ ਕਿ ਨਹੀਂ ਕੀਤਾ। ਡਿਊਰਿੰਗ ਟਰਾਇਲ ਜਾਂ ਉਹ ਤੋਂ ਬਾਅਦ ਜਦੋਂ ਡਿਸੀਜਨ ਦੇਣਾ ਉਦੋਂ ਵੀ ਕੋਈ ਐਕਸ਼ਨ ਲਿਆ ਜਾ ਸਕਦਾ ਕੋਰਟ ਵੱਲੋਂ, ਤਾਂ ਪਹਿਲਾਂ ਕੋਈ ਨਹੀਂ। ਜੋਸ਼ ਸਾਹਿਬ, ਅਕਸਰ ਜਦੋਂ ਇਹ ਮਾਮਲਾ ਉੱਭਰ ਕੇ ਸਾਹਮਣੇ ਆਉਂਦਾ ਤਾਂ ਲੋਕ ਇਹ ਵੀ ਕਹਿੰਦੇ ਹੈਗੇ ਨੇ ਕਿ ਯਾਰ ਸੈਲੈਬ੍ਰਿਟੀ ਹੈਗਾ, ਤੁਸੀਂ ਮਗਰ ਹੀ ਪੈ ਗਏ ਹੋ, ਉਹਦੇ ਬੰਦੂਕ ਹੀ ਤਾਂ ਚਲਾਈ ਸੀਗੀ। ਇਹ ਜਿਹੜੇ ਲੋਕ ਹੈਗੇ ਨੇ, ਜਿਹੜਾ ਤਬਕਾ ਹੈਗਾ, ਉਹਨੂੰ ਕਾਨੂੰਨ ਦੀ ਜਾਣਕਾਰੀ ਦੇਣੀ ਹੋਵੇ ਜਾਂ ਉਹਨਾਂ ਨੂੰ ਸਮਝਾਉਣਾ ਹੋਵੇ ਤਾਂ ਕਿਸ ਤਰ੍ਹਾਂ ਸਮਝਾਓਗੇ?
ਬਹੁਤ ਵਧੀਆ ਕੁਐਸਚਨ ਪੁੱਛਿਆ ਬਿਕੋਜ਼ ਇਹ ਕੁਐਸਚਨ ਹੈ ਨਾ ਪਿਛਲੇ 10-12 ਦਿਨ ਤੋਂ ਬਹੁਤ ਆ ਰਿਹਾ ਮੀਡੀਆ ਦੇ ਵਿੱਚ ਵੀ। ਹਾਂ ਵੀ ਨਿਊਜ਼ ਚੈਨਲ ਦੇ ਵਿੱਚ ਮੈਂ ਦੇਖਿਆ ਕਮੈਂਟਸ ਲਿਖਦੇ ਨੇ ਵੀ ਹਾਂ ਵੀ ਨਿਊਜ਼ ਚੈਨਲ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਨੂੰ ਕਹਿੰਦੇ ਨੇ ਵੀ ਤੁਹਾਡੇ ਕੋਲ ਕੋਈ ਹੋਰ ਨਿਊਜ਼ ਨਹੀਂ ਹੈਗੀ। ਬਟ ਮੈਂ ਇੱਕ ਉਹਨਾਂ ਨੂੰ ਸਾਡੇ ਵੱਡੇ ਭਰਾਵਾਂ ਨੂੰ ਛੋਟੇ ਭਰਾਵਾਂ ਨੂੰ ਮੈਂ ਇੱਕ ਦੱਸਣਾ ਚਾਹੂੰਗਾ ਗੱਲ ਵੀ ਜਦੋਂ ਵੀ ਕੋਈ ਲਾਇਸੈਂਸਿੰਗ ਵੈਪਨ ਵੀ ਆਪਾਂ ਯੂਜ਼ ਕਰਦੇ ਹਾਂ ਪਬਲਿਕ ਪਲੇਸ ਦੇ ਵਿੱਚ, ਛੋਟੇ ਭਰਾਵਾਂ ਕੋਲ ਵੀ ਹੋਣਗੇ, ਵੱਡੇ ਭਰਾਵਾਂ ਕੋਲ ਵੀ ਹੋਣਗੇ, ਉਹਨਾਂ ਦੇ ਪਰਿਵਾਰ ਵਾਲਿਆਂ ਕੋਲ ਹੋਣਗੇ, ਉਹਨਾਂ ਦੇ ਬਜ਼ੁਰਗਾਂ ਕੋਲ ਹੋਣਗੇ, ਜਦੋਂ ਵੀ ਉਹ ਪਬਲਿਕ ਗੈਦਰਿੰਗ ਦੇ ਵਿੱਚ ਕਿਧਰੇ ਵੀ ਉਹ ਲਾਇਸੈਂਸੀ ਵੈਪਨ ਯੂਜ਼ ਕਰਦੇ ਨੇ, ਲਾਇਸੈਂਸਿੰਗ ਵੈਪਨ ਮੈਂ ਇਸ ਕਰਕੇ ਕਹਿ ਰਿਹਾ ਜਿਹਦਾ ਲਾਇਸੈਂਸ ਹੈ, ਉਹ ਵੈਪਨ ਜਦੋਂ ਯੂਜ਼ ਕਰਦੇ ਨੇ ਤੇ ਉਹਨਾਂ ਦੇ ਅਗੇਂਸਟ ਵੀ ਜਿਹੜਾ ਆਰਮਸ ਐਕਟ ਲੱਗਦਾ 2554 ਜਿਹੜਾ ਹੈਗਾ ਉਹਦੇ ਆਰਮਸ ਐਕਟ ਲੱਗਦਾ ਤੇ ਪਰਚਾ ਉਹਨਾਂ ਦੇ ਵਿੱਚ ਜਿਹੜਾ ਹੈਗਾ ਦਰਜ ਹੁੰਦਾ। ਪਲੱਸ ਉਹਨਾਂ ਦੀ ਜਿਹੜੀ ਅਰੈਸਟ ਵੀ ਹੁੰਦੀ ਆ, ਪੁਲਿਸ ਰਿਮਾਂਡ ਵੀ ਮੰਗਿਆ ਜਾਂਦਾ ਜੁਡੀਸ਼ੀਅਲ ਆਫੀਸਰ ਕੋਲ ਭੇਜ ਕੇ। ਜੱਜ ਸਾਹਿਬ ਸਾਡੇ ਬੈਠੇ ਨੇ, ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਬਥੇਰਿਆਂ ਦੇ ਪੁਲਿਸ ਰਿਮਾਂਡ ਵੀ ਦਿੱਤੇ ਹੋਣੇ, ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਜਾਣਾ। ਜੁਡੀਸ਼ੀਅਲ ਕਸਟਡੀ ਪੁਲਿਸ ਰਿਮਾਂਡ ਜਦੋਂ ਪੂਰਾ ਹੋ ਜਾਂਦਾ ਉਦੋਂ ਬਾਅਦ ਜੁਡੀਸ਼ੀਅਲ ਕਸਟਡੀ 'ਚ ਭੇਜਦੇ ਨੇ, ਫਿਰ ਉਹ ਆਪਣੀ ਬੇਲ ਫਾਈਲ ਕਰਦਾ, ਰੈਗੂਲਰ ਬੇਲ ਫਾਈਲ ਕਰਦਾ, ਜਾਂ ਉਹ ਪੁਲਿਸ ਤੋਂ ਨਹੀਂ ਫੜਿਆ ਜਾਂਦਾ ਤੇ ਐਂਟੀਸਪੈਕਟਰੀ ਬੇਲ ਫਾਈਲ ਕਰਦਾ, ਥੱਲੇ ਕੋਰਟ ਦੇ ਵਿੱਚ ਕਰਦਾ, ਸੈਸ਼ਨ 'ਚ ਕਰਦਾ ਜਾਂ ਹਾਈ ਕੋਰਟ ਦੇ ਵਿੱਚ ਕਰਦਾ। ਸੋ ਇਸ ਕਰਕੇ ਅਸੀਂ ਕੋਈ ਸਿੱਧੂ ਮੂਸੇਵਾਲੇ ਦੇ ਖਿਲਾਫ ਨਹੀਂ ਹੈਗੇ, ਉਹ ਵੀ ਸਾਡਾ ਛੋਟਾ ਭਰਾ, ਲੇਕਿਨ ਅਸੀਂ ਇਸ ਉਹਦੇ ਐਕਟ ਦੇ ਖਿਲਾਫ ਹਾਂ। ਦੇਖੋ ਜੀ ਉਹਦੀ ਗਾਇਕੀ ਜੋ ਮਰਜ਼ੀ ਕਰੇ, ਬਿਕੋਜ਼ ਹਰ ਇੱਕ ਆਪਣੇ ਜਿਹੜੇ ਬੰਦੇ ਨੇ ਕਰਾਊਡ ਦੇ ਵਿੱਚ ਬੰਦੇ ਜਾਣਾ ਪਸੰਦ ਕਰਦੇ ਨੇ, ਮੰਦਿਰ ਦੇ ਵਿੱਚ ਜਾਂਦੇ, ਕੋਈ ਗੁਰਦੁਆਰੇ 'ਚ ਵੀ ਜਾਂਦੇ ਆ, ਕਈ ਜਿਹੜੇ ਘੁੰਮਣਾ ਫਿਰਨਾ ਪਸੰਦ ਕਰਦੇ ਨੇ, ਕਈ ਤੁਸੀਂ ਜਿੱਥੇ ਵੀ ਜਾਓ ਉੱਥੇ ਓਨਾ ਹੀ ਕਰਾਊਡ ਹੁੰਦਾ, ਇਕੁਅਲ ਕਰਾਊਡ ਹੁੰਦਾ। ਬਸ ਉਹ ਜੁਆਇਨ ਤੁਸੀਂ ਕਰਾਊਡ ਕਿਹੜਾ ਕਰਨਾ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ। ਜੇ ਲੋਕਾਂ ਨੇ ਇਹਦਾ ਕਰਾਊਡ ਜੁਆਇਨ ਕੀਤਾ ਪੁਲਿਸ ਵਾਲੇ ਵੀ ਤੇ ਨਹੀਂ ਨਾ ਇਹ ਸੋਚਦੇ ਕਿ ਸਿੱਧੂ ਮੂਸੇਵਾਲਾ ਸਾਡਾ ਛੋਟਾ ਭਰਾ। ਦੇਖੋ ਆਫਟਰ ਆਲ ਹਰ ਇੱਕ ਬੰਦੇ ਨੂੰ ਬੀਇੰਗ ਅ ਸੈਲੀਬ੍ਰਿਟੀ, ਬੀਇੰਗ ਅ ਸਿੰਗਰ, ਹਰ ਇੱਕ ਬੰਦੇ ਨੂੰ ਕਰੇਜ਼ ਹੁੰਦਾ। ਅਸੀਂ ਵੀ ਜਦੋਂ ਅਸੀਂ ਵੀ ਜਿਨ੍ਹਾਂ ਨੂੰ ਆਪਣਾ ਆਈਡਲ ਮੰਨ ਕੇ ਚੱਲਦੇ ਸੀਗੇ, ਸੁਣਨਾ ਜਿਹਨੂੰ ਪਸੰਦ ਕਰਦੇ ਸੀ, ਸਾਡੇ ਵਾਸਤੇ ਵੀ ਉਹਨਾਂ ਦੇ ਦਿਲ ਦੇ ਵਿੱਚ ਕਿਧਰੇ ਨਾ ਕਿਧਰੇ ਸੌਫਟ ਕਾਰਨਰ ਹੈਗਾ ਵੀ ਯਾਰ ਅਸੀਂ ਉਹਨਾਂ ਨੂੰ ਮਿਲੀਏ। ਇੱਕ ਬੰਦੇ ਨੂੰ ਚਾਹ ਹੁੰਦੀ ਹੈ ਆਪਣੇ ਜਿਹੜਾ ਜਿਹਨੂੰ ਤੁਸੀਂ ਲਾਈਕ ਕਰਦੇ ਹੋ ਆਪਣੇ ਐਜ਼ ਅ ਐਕਟਰ ਜਾਂ ਐਜ਼ ਅ ਸਿੰਗਰ। ਸੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਇਹ ਆਲ ਓਵਰ ਵਰਲਡ ਹੈ ਤੇ ਹਿਊਮਨ ਸਾਈਕੋਲੋਜੀ ਹੈ ਵੀ ਇਹ ਤਾਂ ਚੱਲਦਾ ਹੀ ਰਹਿੰਦਾ। ਬਟ ਇੱਕ AK-47 ਆਪਣਾ ਸਰਵਿਸ ਵੈਪਨ ਫੜਾ ਕੇ ਤੇ ਉਹਨੂੰ ਫਾਇਰ ਕਰ ਦੇਣਾ, ਸਾਡੇ ਵੀ SSP ਵਾਕਫ ਨੇ, ਸਾਡੇ ਵੀ DSP ਵੀ ਵਾਕਫ ਨੇ, ਇੰਸਪੈਕਟਰ ਵੀ ਵਾਕਫ ਨੇ, ਕਿਸੇ ਦਾ ਕੋਈ ਛੋਟੇ ਰੈਂਕ ਦਾ ਹੁੰਦਾ, ਕਿਸੇ ਦਾ ਕੋਈ ਵੱਡੇ ਰੈਂਕ ਦਾ, ਉਹਨਾਂ ਕੋਲ ਵੀ ਸਰਵਿਸ ਵੈਪਨ ਨੇ। ਬਟ ਉਹ ਆਪਣਾ ਵੈਪਨ ਫੜਾਉਂਦੇ ਵੀ ਨਹੀਂ ਕਦੇ, ਉਹ ਕਹਿੰਦੇ ਨਹੀਂ ਯਾਰ ਸਾਡਾ ਸਰਵਿਸ ਵੈਪਨ ਹੈ, ਨਾ ਅਸੀਂ ਕਦੇ ਤੱਕ ਮੰਗਿਆ। ਬਿਕੋਜ਼ ਜਿਹੜਾ ਬੰਦਾ ਆਪਣਾ ਸਰਵਿਸ ਵੈਪਨ ਹੀ ਨਹੀਂ ਸੰਭਾਲ ਸਕਦਾ ਉਹ ਕੱਲ੍ਹ ਨੂੰ ਇੱਕ ਡਿਊਟੀ ਕੀ ਸੰਭਾਲੇਗਾ। ਸੋ ਜਿਹਨੇ ਗਲਤੀ ਕੀਤੀ ਹੈ, ਇਹੀ ਮੈਂ ਉਹਨਾਂ ਦਰਸ਼ਕਾਂ ਨੂੰ, ਉਹਨਾਂ ਨੂੰ ਫੈਨ ਨੂੰ, ਆਪਣੇ ਛੋਟੇ ਭਰਾਵਾਂ ਤੇ ਵੱਡੇ ਭਰਾਵਾਂ ਨੂੰ ਇਹ ਦੱਸਣਾ ਚਾਹੂੰਗਾ ਵੀ ਤੁਸੀਂ ਬਾਹਰ ਇੰਡੀਆ ਤੋਂ ਜਦੋਂ ਬਾਹਰ ਜਾਂਦੇ ਹੋ ਨਾ, ਜਿੱਦਾਂ ਹੀ ਤੁਸੀਂ ਉਹ ਧਰਤੀ ਤੇ ਉਹਨਾਂ ਦੇ ਲੈਂਡ ਕਰਦੇ ਹੋ, ਯੂਰਪ 'ਚ ਕਰੋ, ਭਾਵੇਂ ਤੁਸੀਂ ਕੈਨੇਡਾ ਦੇ ਵਿੱਚ ਕਰੋ, ਭਾਵੇਂ ਅਮਰੀਕਾ ਦੇ ਵਿੱਚ ਕਰੋ, ਤੁਹਾਨੂੰ ਬੇਸ਼ੱਕ ਕਾਨੂੰਨ ਪਤਾ ਨਾ ਹੋਵੇ, ਲੇਕਿਨ ਤੁਹਾਡੇ ਮਨ ਦੇ ਵਿੱਚ ਕਿਧਰੇ ਡਰ ਬਹਿ ਜਾਂਦਾ ਵੀ ਯਾਰ ਸਾਡੇ ਤੋਂ ਗਲਤੀ ਨਾ ਹੋ ਜਾਏ, ਕਿਧਰੇ ਸਾਨੂੰ ਡਿਪੋਰਟ ਨਾ ਕਰ ਦੇਣ। ਚਾਹੇ ਤੁਸੀਂ ਸਟੂਡੈਂਟ ਵੀਜ਼ੇ ਤੇ ਜਾਂਦੇ ਹੋ, ਚਾਹੇ ਵਿਜ਼ਟਰ ਵੀਜ਼ੇ ਤੇ ਜਾਂਦੇ ਹੋ, ਤੁਸੀਂ ਰੂਲ ਐਂਡ ਰੈਗੂਲੇਸ਼ਨ, ਲਾਅ ਐਂਡ ਆਰਡਰ ਜਿਹੜਾ ਉਹ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੇ ਇੰਡੀਆ ਜਿਹੜਾ ਹੈਗਾ, ਕੀ ਗੱਲ ਇੰਡੀਆ ਜਿਹੜਾ ਆਪਣਾ ਕੰਟਰੀ ਹੈ, ਇਸ ਕਰਕੇ ਤੁਸੀਂ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਨਹੀਂ ਸੋਚ ਰਹੇ। ਸੋ ਜਿਹੜੇ ਬੰਦੇ ਨੇ ਗਲਤੀ ਕੀਤੀ ਹੈ ਭਰਾਵਾ, ਉਹਨੂੰ ਉਹਦਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹੋ। ਬਾਕੀ ਸਾਡੀ ਸਿੱਧੂ ਮੂਸੇਵਾਲੇ ਨਾਲ ਪਰਸਨਲੀ ਕੋਈ ਦੁਸ਼ਮਣੀ ਨਹੀਂ ਹੈ, ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਇਹ ਚੱਕਰ ਪੈਣ ਤੋਂ ਪਹਿਲਾਂ ਵੀ ਇਹ ਸਿੰਗਰ ਹੈਗਾ, ਅਸੀਂ ਤਾਂ ਸੋਚਿਆ ਟਿਕਟੋਕ ਸਟਾਰ ਹੈ। ਸੋ ਇਸ ਕਰਕੇ ਸਾਨੂੰ ਨਹੀਂ ਪਤਾ ਸੀਗਾ। ਬਾਕੀ ਜਿਹੜਾ ਸਾਡਾ ਇਹ ਕੰਮ ਹੈ, ਜਿਹੜੇ ਕੁਝ ਗਲਤ ਸ਼ਬਦਾਵਲੀ ਥੱਲੇ ਯੂਜ਼ ਕਰਦੇ ਨੇ ਜਾਂ ਮੀਡੀਆ ਵਾਲਿਆਂ ਨੂੰ ਕੁਝ ਗਲਤ ਕਹਿੰਦੇ ਨੇ ਜਾਂ ਜਿਹੜੇ ਅਸੀਂ ਬੈਠੇ ਹਾਂ ਸਾਨੂੰ ਕੁਝ ਗਲਤ ਕਹਿੰਦੇ ਨੇ, ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਇਸ ਚੀਜ਼ ਨੂੰ ਆਪਣੇ ਉੱਤੇ ਆਪ ਲੈ ਕੇ ਦੇਖੋ। ਜਿਵੇਂ ਸਿੱਧੂ ਮੂਸੇਵਾਲਾ ਭੱਜਿਆ ਫਿਰਦਾ ਨਾ, ਤੁਹਾਨੂੰ ਪੁਲਿਸ ਨੇ ਭੱਜਣ ਦਾ ਰਾਹ ਨਹੀਂ ਦੇਣਾ, ਤੁਹਾਨੂੰ ਉਸੇ ਟਾਈਮ ਇਮੀਡੀਏਟਲੀ ਜਿਹੜੀ ਹੈ FIR ਬਾਅਦ 'ਚ ਲਾਂਚ ਕਰਨਗੇ। ਪਹਿਲਾਂ ਤੁਹਾਨੂੰ ਥਾਣੇ ਦੇ ਵਿੱਚ ਬਿਠਾਉਣਗੇ, ਪਹਿਲਾਂ ਕਰਨਗੇ ਤੁਹਾਡੀ ਛਿੱਤਰ ਪਰੇਡ, ਉਦੋਂ ਬਾਅਦ FIR ਤੁਹਾਡੇ ਕਰਨਗੇ, ਸਾਹਮਣੇ ਦਰਜ ਕਰਨਗੇ ਤੇ ਤੁਹਾਡੇ ਸਾਰੇ ਪਰਿਵਾਰ ਵਾਲਿਆਂ ਨੂੰ ਬਿਠਾਉਣਗੇ। ਕਿਉਂਕਿ ਪਰਿਵਾਰ ਧੀਆਂ ਭੈਣਾਂ ਸਾਰਿਆਂ ਦੀ ਬਰਾਬਰ ਹੁੰਦੀਆਂ, ਮਾਤਾਵਾਂ ਸਾਡੀਆਂ ਜਿਹੜੀਆਂ ਹੈਗੀਆਂ, ਜਿੰਨੀ ਰਿਸਪੈਕਟ ਮੈਂ ਆਪਣੀ ਮਾਂ ਦੀ ਕਰਦਾ ਓਨੀ ਮੈਂ ਆਪਣੇ ਫਰੈਂਡਸ ਦੀ ਵੀ, ਮਦਰਸ ਦੀ ਕਰਦਾ। ਕਿਉਂਕਿ ਮਾਵਾਂ ਜਿਹੜੀਆਂ ਹੈਗੇ ਨੇ ਉਹ ਕਹਿੰਦੇ ਨੇ ਮਾਵਾਂ ਠੰਡੀਆਂ ਛਾਵਾਂ, ਉਹ ਜਦੋਂ ਰੋਂਦੀਆਂ ਨੇ ਨਾ ਉਦੋਂ ਬਹੁਤ ਦੁੱਖ ਹੁੰਦਾ। ਸੋ ਇਸ ਕਰਕੇ ਗੱਲ ਇਹ ਹੈ, ਸਾਡੀ ਜਿਹੜੀ ਲੜਾਈ ਆ ਉਹ ਇੱਕ ਕਾਮਨ ਮੈਨ ਦੀ ਤੇ ਇੱਕ ਸੈਲੀਬ੍ਰਿਟੀ ਤੇ ਇੱਕ VIP ਜਿਹੜਾ ਕਲਚਰ, ਜਿਹੜਾ ਪੰਜਾਬ ਪੁਲਿਸ ਵਾਲੇ ਜਿਹੜੇ ਇੱਕ VIP ਟ੍ਰੀਟਮੈਂਟ ਜਿਹੜੇ ਦੇ ਰਹੇ ਨੇ VIP ਦੇ ਬੱਚਿਆਂ ਨੂੰ, ਸਾਡੀ ਸਿਸਟਮ ਲੜਾਈ ਉਹਨਾਂ ਨਾਲ ਹੈ, ਸਾਡੀ ਸਿੱਧੂ ਮੂਸੇਵਾਲੇ ਨਾਲ ਨਹੀਂ ਹੈ। ਹੋ ਸਕਦਾ ਮੈਨੂੰ ਵੀ ਉਹਦੇ ਗਾਣੇ ਚੰਗੇ ਲੱਗਦੇ ਹੋਣ, ਕੁਛ ਗਾਣੇ ਹਾਲਾਂਕਿ ਮੈਂ ਉਹਦੇ ਸੁਣੇ ਨਹੀਂ ਹੈ, ਲੇਕਿਨ ਕਹਿੰਦੇ ਉਹਨੇ ਮਾਂ ਦੇ ਉੱਤੇ ਬੜਾ ਵਧੀਆ ਗਾਣਾ ਗਾਇਆ ਸੀਗਾ, ਹਾਲਾਂਕਿ ਮੈਂ ਹਾਲੇ ਤੱਕ ਵੀ ਨਹੀਂ ਸੁਣਿਆ, ਬਟ ਲੇਕਿਨ ਐਪਰੀਸ਼ੀਏਟ ਕਰਦੇ ਉਸ ਚੀਜ਼ ਨੂੰ। ਬਟ ਜੇ ਆਪਣੇ ਅਕੋਰਡਿੰਗਲੀ ਉਹ ਫਾਲਟੀ ਨਹੀਂ ਹੈ ਤੇ ਉਹ ਭੱਜਿਆ ਕਿਉਂ ਫਿਰਦਾ?
ਉਹ ਆਵੇ ਇਨਵੈਸਟੀਗੇਸ਼ਨ ਜੁਆਇਨ ਕਰੇ। ਸੰਜੇ ਦੱਤ ਦਾ ਐਗਜ਼ਾਮਪਲ ਮੈਂ ਇਸ ਕਰਕੇ ਬਾਰ-ਬਾਰ ਦੇ ਰਿਹਾ ਬਿਕੋਜ਼ ਸੰਜੇ ਦੱਤ ਜਿਸ ਟਾਈਮ ਸੰਜੇ ਦੱਤ ਨੂੰ ਪਤਾ ਲੱਗਿਆ ਵੀ ਮੇਰੇ ਉੱਤੇ ਜਿਹੜਾ ਆਰਮਸ ਐਕਟ ਲੱਗ ਗਿਆ ਤੇ ਮੈਂ ਆਪਣੇ ਪੁਲਿਸ ਮੈਨੂੰ ਲੱਭ ਰਹੀ ਹੈ, ਉਹ ਉੱਥੋਂ ਵੀ ਭੱਜ ਕੇ ਉੱਧਰੋਂ ਇੰਡੀਆ ਨਹੀਂ ਆ ਸਕਦਾ ਸੀ, ਇੰਡੀਆ ਨਹੀਂ ਆਉਣਾ ਸੀ ਉਹਨੇ, ਪਰ ਉਹ ਇੰਡੀਆ ਆਇਆ, ਉਹਨੂੰ 에ਅਰਪੋਰਟ 'ਤੇ ਅਰੈਸਟ ਕਰ ਲਿਆ। ਸੋ ਸੰਜੇ ਦੱਤ ਤੋਂ ਵੱਡਾ ਤਾਂ ਫੈਨ ਫੋਲੋਇੰਗ ਇਹਦੀ ਹੈ ਨਹੀਂ, ਤਾਂ ਇੰਨਾ ਵੱਡਾ ਤਾਂ ਐਕਟਰ ਜਾਂ ਇੰਨਾ ਵੱਡਾ ਸਿੰਗਰ ਤਾਂ ਉਸ ਹਿਸਾਬ ਨਾਲ ਹੈ ਨਹੀਂ ਇਹ ਪੋਪੂਲੈਰਿਟੀ ਦੇ ਹਿਸਾਬ ਨਾਲ। ਸਿੰਗਰ ਜੇ ਏਡਾ ਵੱਡਾ ਨਹੀਂ ਹੈਗਾ, ਫਿਰ ਵੀ ਪੁਲਿਸ ਦੇ ਕੋਲੋਂ ਨਿਕਲ ਜਾਂਦਾ ਹੈ ਕਹਿ ਕੇ। ਉਸ ਤੋਂ ਬਾਅਦ ਡੀਐਸਪੀ ਸਾਹਿਬ ਕਹਿੰਦੇ ਨੇ ਸਾਨੂੰ ਪਤਾ ਨਹੀਂ ਹੈਗਾ। ਭੱਟੀ ਸਾਹਿਬ ਤੁਹਾਡੇ ਕੋਲੋਂ ਇਸ ਦੇ ਉੱਤੇ ਕਮੈਂਟ ਚਾਹਾਂਗਾ, ਪੁਲਿਸ ਵਾਲੇ ਕੀ ਕਰਦੇ ਪਏ ਹੈਗੇ ਨੇ? ਉਹਨਾਂ ਨੂੰ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਹੈਗੀ ਹੈ ਕਿ ਇਹ ਬੰਦਾ ਜਿਹੜਾ ਹੈਗਾ ਇਹਦੇ 'ਤੇ FIR ਦਰਜ ਹੈਗੀ ਹੈ। 2 FIR ਦਰਜ ਨੇ, ਇੱਕ ਬਰਨਾਲਾ ਇੱਕ ਸੰਗਰੂਰ। ਚਲਾਨ ਕੱਟਦੇ ਨੇ, SHO ਸਾਹਿਬ ਨੂੰ ਰਵੀ ਜੋਸ਼ੀ ਫੋਨ ਕਰਕੇ ਕਹਿੰਦੇ ਨੇ ਕਿ ਸਰ ਇਹਨੂੰ ਅਰੈਸਟ ਕਰੋ ਕਿਉਂਕਿ FIR ਦਰਜ ਹੈ। ਜਿਹੜੇ SHO ਸਾਹਿਬ ਹੈਗੇ ਨੇ ਉਹ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਓਫੀਸ਼ੀਅਲਸ ਮੇਰੇ ਸੀਨੀਅਰ ਨਹੀਂ ਕਹਿੰਦੇ ਉਨੀ ਦੇਰ ਤੱਕ ਮੈਂ ਕਾਰਵਾਈ ਨਹੀਂ ਕਰਾਂਗਾ। ਭੱਟੀ ਸਾਹਿਬ, ਤੁਸੀਂ ਪੁਲਿਸ ਵਾਲਿਆਂ ਨੂੰ ਡਕੈਤ ਕਹਿੰਦੇ ਹੋ, ਤੁਹਾਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਦੇ ਨਾਲ ਕਾਨੂੰਨ ਉਸੇ ਤਰ੍ਹਾਂ ਵਰਤਾਵ ਕਰੇਗਾ ਜਿਸ ਤਰ੍ਹਾਂ ਜੋਸ਼ੀ ਸਾਹਿਬ ਕਹਿੰਦੇ ਨੇ ਕਿ ਜਿਹੜੇ ਆਮ ਬੰਦੇ ਫੜੇ ਜਾਂਦੇ ਨੇ ਉਹਨਾਂ ਦੇ ਨਾਲ ਹੁੰਦਾ? ਲੰਕੇਸ਼ ਜੀ, ਪਹਿਲੇ ਇੱਕ ਚੀਜ਼ ਮੈਂ ਕਲੀਅਰ ਕਰ ਦਿਆਂ, ਮੈਂ ਡਕੈਤ ਨਹੀਂ ਕਿਹਾ, ਇਲਾਹਾਬਾਦ ਹਾਈ ਕੋਰਟ ਨੇ ਡਕੈਤ ਕਿਹਾ ਸੀ, 1960 'ਚ ਕਿਹਾ ਸੀ। ਔਰ 1960 ਤੋਂ ਲੱਗ ਕੇ ਅੱਜ ਤੱਕ 58 ਸਾਲ ਦੇ ਅਰਸੇ ਵਿੱਚ ਕਿੰਨੀ ਵਾਰੀ ਡਕੈਤ ਕਹਿ ਦਿੱਤਾ ਹੈ? 5000 ਵਾਰੀ ਤੋਂ ਉੱਤੇ ਡਕੈਤ ਕਹਿ ਦਿੱਤਾ। ਔਰ ਜਜਮੈਂਟਸ ਨੇ ਇਲਾਹਾਬਾਦ ਹਾਈ ਕੋਰਟ ਦੀਆਂ ਕੱਢ ਕੇ ਤੁਸੀਂ ਮੰਨਦੇ ਹੋ ਜੋ ਇਲਾਹਾਬਾਦ ਕੋਰਟ ਨੇ ਕਿਹਾ? ਸਵਾਲ ਕਿਹਦਾ ਜੀ? ਭੱਟੀ ਸਾਹਿਬ, ਤੁਹਾਡੇ ਕੋਲੋਂ ਜਾਣਨਾ ਚਾਹ ਰਿਹਾ। ਮੈਂ ਇਹ ਮੰਨਦਾ, ਮੈਂ ਇਹ ਇਸ ਲਈ ਮੰਨਦਾ ਕਿਉਂਕਿ ਜੱਜਾਂ ਨੇ ਜੋ ਚੀਜ਼ ਕਹੀ ਹੈ, ਜੱਜਾਂ ਦਾ ਵਰਡ ਜਿਹੜਾ ਹੁੰਦਾ ਉਹ ਜਜਮੈਂਟ ਹੁੰਦਾ। ਔਰ ਜਜਮੈਂਟ ਜਿਹੜੀ ਹੈ ਉਹ ਕਈ ਵਾਲੀਅਮਸ ਦੇ ਵਿੱਚੋਂ, ਕਈ ਸਰਕਮਸਟੈਂਸਿਸ ਦੇ ਵਿੱਚੋਂ, ਕਈ ਫੈਕਟਸ ਦੇ ਵਿੱਚੋਂ ਕ੍ਰੀਏਟ ਹੋ ਕੇ ਸਾਹਮਣੇ ਆਉਂਦੀ ਹੈ। ਜਦੋਂ ਇਹ ਦੇਖਿਆ ਜਾਏ, ਇਹੋ ਜਿਹੀਆਂ ਸੈਲੀਬ੍ਰਿਟੀਜ਼ ਜਿਹੜੀਆਂ ਇਹ ਜਦੋਂ ਪ੍ਰੋਗਰਾਮ ਪਰਫਾਰਮ ਕਰਦੀਆਂ ਤੇ ਪੁਲਿਸ ਵਾਲਿਆਂ ਦੇ ਵੀ ਕਰਦੀਆਂ, ਔਰ ਪੁਲਿਸ ਵਾਲਿਆਂ ਦੇ ਅਫਸਰਾਂ ਦੇ ਵੀ ਕਰਦੀਆਂ। ਔਰ ਪੁਲਿਸ ਵਾਲੇ ਅਫਸਰ ਜਿਹੜੇ ਹੁੰਦੇ ਆ, DSP ਹੁੰਦੇ ਆ ਜਾਂ ਹੋਰ ਹੁੰਦੇ ਆ, ਜਿਹੜੇ ਆਪਣੇ ਵੱਡੇ ਅਫਸਰਾਂ ਲਈ ਇੱਕ ਮੈਸੇਂਜਰ ਦਾ ਕੰਮ ਕਰਦੇ ਆ, ਬਈ ਮੂਸੇਵਾਲਾ ਸਾਹਿਬ ਤੁਸੀਂ ਅੱਜ ਸਾਡੇ ਫਲਾਣੇ ਅਫਸਰ ਦੇ ਪ੍ਰੋਗਰਾਮ ਦੇਣਾ, ਫਲਾਣੇ ਅਫਸਰ ਦੇ ਕਰਨਾ। ਇਹ ਜਿਹੜੀ ਪ੍ਰੋਗਰਾਮਿੰਗ ਹੈ, ਇਹ ਪ੍ਰੋਗਰਾਮਿੰਗ ਦੇ ਵਿੱਚ ਵਿਦਿਨ ਪ੍ਰੋਗਰਾਮਿੰਗ ਹੈ। ਪ੍ਰੋਗਰਾਮਿੰਗ ਵਿਦਿਨ ਪ੍ਰੋਗਰਾਮਿੰਗ ਜਿਹੜੀ ਹੈ, ਇਹ ਇਸ ਚੀਜ਼ ਦਾ ਨਤੀਜਾ ਜਿਹੜਾ ਇਹ ਸਾਹਮਣੇ ਆਇਆ। ਔਰ ਜੋਸ਼ੀ ਜੀ ਨੇ ਇੱਕ ਮੁੱਦਾ ਉਠਾਇਆ ਸਾਰਿਆਂ ਦੇ ਵਿੱਚ। ਇੱਥੇ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹਾਂਗਾ, ਪੁਲਿਸ ਵਾਲੇ ਜਿਹੜੇ ਨੇ ਇਮਾਨਦਾਰ ਵੀ ਰੱਜ ਕੇ ਨੇ, ਔਰ ਮੇਰੇ ਬੜੇ ਮਿੱਤਰ ਨੇ, ਬੜੇ ਸੱਜਣ ਨੇ, ਅਪ ਟੂ DGP ਲੈਵਲ ਰੈਂਕ ਤੱਕ ਮੇਰੇ ਅੱਛੇ ਮਿੱਤਰ ਰਹੇ ਨੇ, ਜਿਨ੍ਹਾਂ ਨੂੰ ਮੈਂ ਜੇ ਇਹ ਕਹਾਂ ਵੀ ਮੈਂ ਉਹਨਾਂ ਦੀ ਜਾਮਨੀ ਦੇ ਤਾਂ ਨਹੀਂ ਸਕਦਾ ਲੇਕਿਨ ਭਰ ਵੀ ਸਕਦਾ, ਹਾਮੀ ਵੀ ਭਰ ਸਕਦਾ। ਇਹ ਅਪਰਾਈਟ ਪਰਸਨ ਨੇ, ਇਹ ਅੱਛੇ ਅਹੁਦੇ 'ਤੇ ਕੰਮ ਕੀਤਾ। ਲੇਕਿਨ ਜਿਹੜੀ ਪੁਲਿਸ ਦੀ ਸਾਖ ਹੈ, ਕਹਿੰਦੇ ਇੱਕ ਮੱਛਲੀ ਜਿਹੜੀ ਹੈ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ। ਪੁਲਿਸ ਦੀ ਸਾਖ ਗਿਰਾਨ ਦੇ ਵਿੱਚ ਕਿਹਦਾ ਹੱਥ ਹੈ ਔਰ ਇਹਨੂੰ ਸਾਹਮਣਾ ਕਿੰਨੇ ਹੈ? ਟੌਪ ਆਫੀਸ਼ੀਅਲਸ ਆਫ ਦੀ ਪੁਲਿਸ ਨੇ ਸਾਹਮਣਾ। ਅਗਰ ਜੇ ਉਹ ਨਹੀਂ ਸਾਂਭਦੇ ਤਾਂ ਫਿਰ ਇਹ ਗੱਲ ਬਿਲਕੁਲ ਸਾਹਮਣੇ ਆ ਰਹੀ ਹੈ ਜੀ ਸਾਨੂੰ ਉੱਤੋਂ ਜਿਹੜਾ ਹੁਕਮ ਨਹੀਂ ਆਇਆ, ਇਸ ਲਈ ਅਸੀਂ ਇਹਨੂੰ ਨਹੀਂ ਫੜ ਸਕਦੇ। ਜੋਸ਼ੀ ਸਾਹਿਬ ਨੇ ਕਲੀਅਰ ਕੀਤਾ, ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਔਰ ਗੰਭੀਰ ਮੁੱਦਾ ਹੈ। ਆਮ ਲੋਕ ਦੇ ਨਾਲ ਪੁਲਿਸ ਕਿਸ ਤਰ੍ਹਾਂ ਦਾ ਵਰਤਾਅ ਕਰਦੀ ਹੈ। ਹੁਣੇ ਜੋਸ਼ੀ ਜੀ ਨੇ ਕਿਹਾ ਬਈ ਕਈਆਂ ਨੇ ਮਾਸਕ ਨਹੀਂ ਲਾਏ ਹੁੰਦੇ, ਉਹਨਾਂ ਨੂੰ ਛੱਡ ਦਿੰਦੇ, ਕਈਆਂ ਨੇ ਲਾਏ ਹੁੰਦੇ, ਉਹਨਾਂ ਦਾ ਵੀ ਚਲਾਨ ਕਰਕੇ ਹੱਥ ਹੀ ਫੜਾ ਦਿੰਦੇ ਆ। ਔਰ ਇਹ ਚਲਾਨ ਜਿਹੜੇ ਨੇ ਕਿਸ ਤਰ੍ਹਾਂ ਕਿਸ ਹਿਸਾਬ ਨਾਲ ਕੀਤੇ ਜਾ ਰਹੇ ਨੇ, ਜੇ ਤੁਸੀਂ ਇਹਨਾਂ ਦਾ ਚਲਾਨ ਫਾਰਮ ਦੇਖੋ, ਜਿਹੜੀ ਚਲਾਨ ਦੀ ਰਸੀਦ ਦੇਖੋ, ਉਹ ਇੰਨੀ ਇਲੀਗਲ ਹੈ, ਉਹ ਅੱਜ ਤੱਕ ਸਾਰਵਜਨਿਕ ਨਹੀਂ ਕੀਤੀ ਇਹਨਾਂ ਨੇ ਵੀ ਕਿਵੇਂ ਤੇ ਕਿਸ ਹਿਸਾਬ ਨਾਲ ਕਿੰਨਾ ਪੈਸਾ ਇਕੱਠਾ ਹੋਇਆ ਔਰ ਇਹਦੀ ਯੂਟੀਲਾਈਜੇਸ਼ਨ ਕੀ ਹੋਣੀ ਹੈ, ਇਹ ਅੱਜ ਤੱਕ ਨਹੀਂ ਇਹਨਾਂ ਨੇ ਸਾਰਵਜਨਿਕ ਕੀਤੀ। ਔਰ ਇਹ ਇੱਕ ਬੜਾ ਵੱਡਾ ਡਿਜ਼ਾਸਟਰ ਹੈ, ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਅੰਡਰ ਡਿਜ਼ਾਸਟਰ ਹੈ। ਔਰ ਇਸ ਡਿਜ਼ਾਸਟਰ ਨੂੰ ਕਿਵੇਂ ਰੋਕਣਾ, ਇਹ ਇੱਕ ਜਿਹੜੀ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। 4 ਦਿਨ ਪਹਿਲੇ ਬੀਬੀ ਹਰਸਿਮਰਤ ਕੌਰ TV ਚੈਨਲ 'ਤੇ ਸੀ, ਉਹ ਸਾਫ਼ ਤੇ ਸਪਸ਼ਟ ਤੌਰ 'ਤੇ ਕਹਿ ਰਹੀ ਸੀ ਕੈਪਟਨ ਸਾਹਿਬ ਨੂੰ ਤੇ ਵੇਰੀ ਨਹੀਂ ਆਪਣੇ ਫਾਰਮ ਹਾਊਸ ਤੋਂ ਨਿਕਲਣ ਜਾਂ ਆਪਣੇ ਘਰ ਵਿੱਚੋਂ ਨਿਕਲਣ ਤੇ ਪੰਜਾਬ ਦੇ ਲੋਕਾਂ ਦੀ ਸੁਰਤ ਲੈਣ। ਅੱਗੇ ਪਿੱਛੇ ਜਿਹੜੇ ਕੈਪਟਨ ਸਾਹਿਬ ਤੁਸੀਂ ਦੇਖੋ ਕਿੰਨੇ ਹਵਾਈ ਯਾਤਰਾ ਕਰਦੇ ਸੀਗੇ, ਸਾਰਾ ਕੁਝ ਕਰਦੇ ਸੀ। ਇੱਕ ਸੱਜਣ ਨੇ ਕਿਹਾ ਜਿਸ ਦਿਨ ਕਰੋਨਾ ਖਤਮ ਹੋ ਜਾਏਗਾ ਨਾ, ਇਹਨਾਂ ਦੀਆਂ ਹਵਾਈ ਯਾਤਰਾਵਾਂ ਸ਼ੁਰੂ ਹੋ ਜਾਣਗੀਆਂ, ਤੁਸੀਂ ਸਮਝ ਲਿਓ ਕਰੋਨਾ ਖਤਮ ਹੈ, ਨਹੀਂ ਤੇ ਉਨੀ ਦੇਰ ਤੱਕ ਕਰੋਨਾ ਚੱਲਣਾ ਹੀ ਚੱਲਣਾ। ਇਹ ਕਿਉਂ ਅਜਿਹੀਆਂ ਗੱਲਾਂ ਤੁਰਦੀਆਂ ਨੇ? ਦੇਖੋ ਗੱਲਾਂ ਤੁਰਦੀਆਂ ਨੇ, ਗੱਲਾਂ ਨਿਕਲਦੀਆਂ। ਆਮ ਤੌਰ 'ਤੇ ਸਿਆਣੇ ਇਹ ਕਹਿੰਦੇ ਨੇ ਧੂੰਆਂ ਉੱਥੇ ਹੀ ਹੁੰਦਾ ਜਿੱਥੇ ਥੱਲੇ ਅੱਗ ਹੁੰਦੀ ਹੈ ਔਰ ਅੱਗ ਬਲ ਸਕਦੀ ਹੈ, ਜਿੱਥੋਂ ਉੱਥੇ ਧੂਣੀ ਹੁੰਦੀ ਹੈ, ਧੂੰਆਂ ਹੁੰਦਾ ਔਰ ਉਹ ਧੂੰਆਂ ਜਿਹੜਾ ਅੱਗ ਦੇ ਵਿੱਚ ਵੀ ਕਨਵਰਟ ਹੋ ਸਕਦਾ। ਜੇ ਧੂਣੀ ਹੈ, ਅੱਗ ਹੈ, ਤਾਂ ਇਹ ਇੱਕ ਰਿਸ਼ਤਾ ਮੰਨਿਆ ਗਿਆ
ਤਾਂ ਮੇਰਾ ਖਿਆਲ ਹੈ ਇਸ ਰਿਸ਼ਤੇ ਨੂੰ ਪਾਕ ਤੇ ਪਵਿੱਤਰ ਵੀ ਮੰਨਿਆ ਗਿਆ ਵੀ ਜੇ ਧੂਣੀ ਹੈ ਤੇ ਧੂਣੀ ਨੂੰ ਅੱਗ ਨਹੀਂ ਖਤਮ ਕਰਨਾ ਤੇ ਅੱਗ ਜਿਹੜੀ ਹੈ ਉਹ ਖਤਮ ਕਰਦੀ ਹੈ, ਇਹਦੇ ਵਿੱਚ ਕੋਈ ਜੀ ਦੋ ਸਾਹਿਬ ਇੱਕ ਚੀਜ਼ ਪੁੱਛਣਾ ਚਾਹਾਂਗਾ, ਐਸਐਚਓ ਨੂੰ ਤੁਹਾਨੂੰ ਕੀ ਲੱਗਦਾ ਪਤਾ ਨਹੀਂ ਸੀਗਾ ਕਿ ਜਿਸ ਨੂੰ ਉਹ ਫੜਨ ਜਾ ਰਿਹਾ ਉਹ ਸਿੱਧੂ ਮੂਸੇਵਾਲਾ ਹੈ? ਉਹ ਸਿੱਧੂ ਮੂਸੇਵਾਲਾ ਜਿਸ ਤੇ ਆਰਮਸ ਐਕਟ ਦੇ ਤਹਿਤ ਪਰਚਾ ਵੀ ਦਰਜ ਹੈ। ਹੁਣ ਤੁਹਾਡੇ ਕੋਲੋਂ ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਜੋਸ਼ੀ ਸਾਹਿਬ ਜਿਸ ਐਸਐਚਓ ਨੇ ਐਸੇ ਸਿੰਗਰ ਨੂੰ ਫੜਨ ਦੀ ਗੁਸਤਾਖੀ ਕੀਤੀ ਹੋਵੇ ਜਿਹਦੇ ਪਿੱਛੇ ਇੰਨੀ ਪਾਵਰ ਹੈਗੀ ਹੈ, ਨਾ ਲਸ਼ਕਰ ਹੈਗਾ, ਅੱਜ ਉਸ ਐਸਐਚਓ ਦੀ ਰਾਤ ਕਿਵੇਂ ਲੰਘੇਗੀ? ਮੈਨੂੰ ਤਾਂ ਲੱਗਦਾ ਨਹੀਂ ਵੀ ਜਿਹੜਾ ਐਸਐਚਓ ਦੇ ਉੱਤੇ ਪ੍ਰੈਸ਼ਰ ਜਿਹੜਾ ਹੈਗਾ ਕਿਸੇ ਟਾਈਪ ਦਾ ਉਸ ਟਾਈਮ ਤੱਕ ਸੀਗਾ, ਬਿਕੋਜ਼ ਜਦੋਂ ਫੋਨ ਕਰਤਾ ਤੇ ਉਹਨੇ ਜੇ ਮੈਨੂੰ ਕਲੀਅਰ ਕੱਟ ਸ਼ਬਦਾਂ ਦੇ ਵਿੱਚ ਗੱਲ ਕਹੀ ਵੀ ਮੈਂ ਤਾਂ ਆਪਣੇ ਸੀਨੀਅਰਸ ਦੀ ਇੰਸਟਰਕਸ਼ਨਸ ਮੰਨਣੀ ਆ। ਸੋ ਕਿਧਰੇ ਨਾ ਕਿਧਰੇ ਉਹ ਮੈਂਟਲੀ ਪਹਿਲਾਂ ਹੀ ਪ੍ਰਪੇਅਰ ਸੀ ਵੀ ਹਾਂ ਵੀ ਮੈਂ ਇਹਨੂੰ ਫੜ ਤਾਂ ਲਿਆ, ਬਿਕੋਜ਼ ਇਹਦਾ ਚਲਾਨ ਕਰਨਾ ਪੈਣਾ ਤੇ ਪਬਲਿਕ ਹੈਗੀ ਹੈ ਇੱਥੇ। ਜੇ ਕਿਧਰੇ ਮੈਨੂੰ ਲੱਗਦਾ ਉੱਥੇ ਪਬਲਿਕ ਗੈਦਰਿੰਗ ਨਾ ਹੁੰਦੀ ਤੇ ਸ਼ਾਇਦ ਉਹਦਾ ਚਲਾਨ ਵੀ ਨਾ ਕਰਦਾ। ਇੱਕ ਗੱਲ ਹੋਰ ਮੈਨੂੰ ਮੀਡੀਆ ਰਾਹੀਂ ਪਤਾ ਲੱਗੀ ਹੈ, ਉੱਥੇ ਮੈਂ ਵੀਡੀਓ ਆਈ ਸੀ, ਮੈਨੂੰ ਕਿਸੇ ਨੇ ਭੇਜੀ ਸੀ ਉੱਥੇ ਲੋਕਲ, ਉਹਦੇ ਕੋਲ ਅਸਲਾ ਵੀ ਸੀਗਾ। ਉਹ ਕਹਿੰਦੇ ਉਹਦੇ ਕੋਲ ਲਾਇਸੈਂਸੀ ਅਸਲਾ ਸੀਗਾ। ਸੋ ਹੁਣੇ ਮੈਂ ਇੱਕ ਹੋਰ ਚੈਨਲ 'ਤੇ ਬੈਠਾ ਸੀਗਾ, ਉਹਦੇ 'ਚ ਡੀਜੀਪੀ ਸਾਹਿਬ ਮੇਰੇ ਨਾਲ ਸੀਗੇ ਰਿਟਾਇਰਡ, ਉਹਨਾਂ ਨੇ ਗੱਲ ਕਹੀ ਵੀ ਦੇਖੋ ਜੀ ਫੜਨਾ ਜਿਹੜਾ ਹੈਗਾ ਉਹ ਪੁਲਿਸ ਵਾਲਿਆਂ ਦੀ ਮਰਜ਼ੀ ਹੈ ਵੀ ਉਹ ਕੱਲ ਅੱਗੇ ਕੋਈ ਵਾਰਦਾਤ ਕਰਨ ਜਾ ਰਿਹਾ ਜਾਂ ਨਹੀਂ ਜਾ ਰਿਹਾ ਜਾਂ ਉਹ ਅੱਗੇ ਵਾਰਦਾਤ ਕਰ ਸਕਦਾ। ਸੋ ਉਹਨਾਂ ਦੀ ਮਰਜ਼ੀ ਹੈ ਵੀ ਉਹਨਾਂ ਦੀ ਜੱਜਮੈਂਟ ਦੇ ਹਿਸਾਬ ਨਾਲ ਵੀ ਹਾਂ ਵੀ ਤਾਂ ਜੱਜਮੈਂਟ ਜਿਹੜੀ ਆ ਉਹ ਉਹਨੇ ਅਸਲਾ ਨਾਲ ਫੜਿਆ ਹੋਇਆ ਸੀਗਾ ਤੇ ਕਿਧਰੇ ਨਾ ਕਿਧਰੇ ਕੋਈ ਐਦਾਂ ਦਾ ਵੀ ਇਨਸੀਡੈਂਟ ਹੋ ਸਕਦਾ ਸੀਗਾ, ਕਿਧਰੇ ਕੋਈ ਲੜਾਈ ਝਗੜਾ ਹੋ ਜਾਂਦਾ ਜਾਂ ਕਿਧਰੇ ਕੋਈ ਹੋਰ ਗੱਲਬਾਤ ਹੋ ਜਾਂਦੀ ਤੇ ਅਸਲਾ ਉਹਦੇ ਕੋਲ ਸੀਗਾ। ਤੇ ਅਸਲਾ ਉਹਨਾਂ ਨੇ ਕਿਉਂ ਨਹੀਂ ਫੜਿਆ ਉਹਦੇ ਕੋਲੋਂ? ਬਿਕੋਜ਼ ਇਸ ਟਾਈਮ ਉਹ ਅਸਲਾ ਵੀ ਲੈ ਕੇ ਘੁੰਮ ਰਿਹਾ ਜਿੱਥੇ ਹਾਲੇ ਲੋਕਡਾਊਨ ਦੀ ਕੰਡੀਸ਼ਨ ਵੀ ਚੱਲ ਰਹੀ ਹੈ, ਸਭ ਕੁਛ ਹੈ। ਸੋ ਕਈ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਤੇ ਮੇਰੇ ਹਿਸਾਬ ਨਾਲ ਲੱਗਦਾ ਨਹੀਂ ਵੀ ਮੈਨੂੰ ਕੋਈ ਐਸਐਚਓ, ਮੈਨੂੰ ਤਾਂ ਉਸ ਟਾਈਮ ਲੱਗਿਆ ਨਹੀਂ ਉਹ ਪ੍ਰੈਸ਼ਰ ਦੇ ਵਿੱਚ ਸੀਗਾ। ਉਹ ਮੈਂਟਲੀ ਪ੍ਰਪੇਅਰ ਪਹਿਲਾਂ ਹੀ ਸੀਗਾ ਵੀ ਮੈਂ ਇਹਨੂੰ ਫੜਨਾ ਹੀ ਨਹੀਂ। ਤੇ ਉਹ ਤਾਂ ਕੁਦਰਤੀ ਮੇਰਾ ਫੋਨ ਆ ਗਿਆ ਤੇ ਮੈਂ ਉਹਨੂੰ ਗੱਲ ਕਹਿ ਵੀ ਦਿੱਤੀ, ਬਿਕੋਜ਼ ਕਿਸੇ ਦੇ ਗੱਲ ਰਿਕਾਰਡ ਕਰਨੀ ਵੀ ਚੰਗੀ ਗੱਲ ਨਹੀਂ ਹੈ, ਲੇਕਿਨ ਮੈਂ ਉਹਨੂੰ ਵੀ ਗੱਲ ਕਹਿਤੀ ਵੀ ਮੈਂ ਤੁਹਾਡੀ ਇਹ ਗੱਲ ਰਿਕਾਰਡ ਕਰ ਰਿਹਾ ਬਿਕੋਜ਼ ਮੇਰੀ ਡਿਊਟੀ ਬਣਦੀ ਹੈ ਮੈਂ ਤੁਹਾਨੂੰ ਦੱਸਾਂ ਵੀ ਇਹਦੇ ਅਗੇਂਸਟ ਜਿਹੜੀ ਨੇ 2 FIR'ਾਂ ਨੇ ਤੇ ਇਸ ਚੀਜ਼ ਨੂੰ ਜੇ ਉਹ ਗੱਲ ਸਮਝਦਾ ਤਾਂ ਸਮਝੀ ਜਾਵੇ, ਹੁਣ ਉਹਨਾਂ ਦਾ ਪਾਰਟ ਹੈ। ਬਾਕੀ ਜਦੋਂ ਕਹਿੰਦੇ ਨੇ ਵੱਡੇ ਬੰਦੇ ਜਿਹੜੇ ਨੇ ਆਫੀਸਰ ਜਿਹੜੇ ਨੇ ਉਹ ਇਨਵੋਲਵ ਹੋਣ ਤੇ ਉਹਨਾਂ ਨੂੰ ਛੋਟਿਆਂ ਦੀ ਗਲਤੀ ਥੋੜ੍ਹਾ ਲੱਗਦੀ ਹੈ। ਹਾਂ, ਜੇ ਕਿਧਰੇ ਵੱਡੇ ਬੰਦੇ ਇਸ 'ਚ ਇਨਵੋਲਵ ਨਾ ਹੁੰਦੇ, ਵੱਡੀ ਮਛਲੀ ਇਨਵੋਲਵ ਨਾ ਹੋਣ ਇਸ ਕੇਸ ਦੇ ਵਿੱਚ, ਫਿਰ ਐਸਐਚਓ ਨੂੰ ਮੈਨੂੰ ਲੱਗਦਾ ਹਫ਼ਤਾ 10 ਦਿਨ ਨੀਂਦ ਨਹੀਂ ਆਉਂਦੀ। ਬਟ ਉਹਨੂੰ ਪਤਾ ਵੀ ਹਾਂ ਵੀ ਵੱਡੇ ਅਫਸਰਾਂ ਨੇ ਸਾਂਭ ਲੈਣਾ, ਉਹਨਾਂ ਦੀ ਇੰਸਟਰਕਸ਼ਨਸ ਹੈਗੀਆਂ ਨੇ ਤੇ ਕਿਧਰੇ ਨਾ ਕਿਧਰੇ ਆਰਾਮ ਨਾਲ ਸੋਊਗਾ। ਹੁਣ ਲਛਮਣ ਜੀ, ਮੈਂ ਤੁਹਾਡੇ ਕੋਲੋਂ ਇੱਕ ਚੀਜ਼ ਜਾਣਨਾ ਚਾਹਾਂਗਾ, ਕਿਉਂਕਿ ਤੁਸੀਂ ਅਕਸਰ ਬਹੁਤ ਅੱਛੀਆਂ ਜੱਜਮੈਂਟਸ ਵੀ ਦਿੱਤੀਆਂ ਹੋਣਗੀਆਂ। ਜਦੋਂ ਇਸ ਤਰ੍ਹਾਂ ਦਾ ਪ੍ਰੋਸੈਸ ਚੱਲ ਰਿਹਾ ਹੁੰਦਾ ਹੈ, ਉਸ ਵੇਲੇ ਜਿਹੜਾ ਜਿਹਦੇ ਉੱਤੇ ਕਾਰਵਾਈ ਚੱਲ ਰਹੀ ਹੁੰਦੀ ਹੈ, ਉਹ ਬੰਦਾ ਜਿਹੜਾ ਹੁੰਦਾ ਹੈ ਉਹ ਉਸ ਦੀ ਰਾਤ ਕਿਸ ਤਰ੍ਹਾਂ ਗੁਜ਼ਰਦੀ ਹੁੰਦੀ ਹੈ, ਜਾਂ ਫਿਰ ਉਸ ਦੀ ਆਪਣੀ ਕੀ ਮਾਨਸਿਕਤਾ ਰਹਿੰਦੀ ਹੁੰਦੀ ਹੈ ਕਿ ਯਾਰ ਮੈਂ ਜੋ ਅੱਜ ਬਾਹਰ ਨਿਕਲਿਆ ਸੀਗਾ, ਮੈਂ ਗੱਡੀ ਦੇ ਵਿੱਚ ਘੁੰਮਦਾ ਪਿਆ ਸੀਗਾ, ਸ਼ਾਇਦ ਉਹ ਨਾ ਕਰਦਾ ਤੇ ਜ਼ਿਆਦਾ ਬੈਟਰ ਹੁੰਦਾ। ਮਾਨਸਿਕਤਾ ਤਾਂ ਫਿਰ ਜਦੋਂ ਐਕਟ ਹੋਣ ਤੋਂ ਬਾਅਦ ਹੀ ਫੀਲ ਹੁੰਦੀ ਹੈ, ਪਰ ਪਹਿਲਾਂ ਸੋਚਦਾ ਵੀ ਚਲੋ ਕੋਰਟ ਤੋਂ ਐਂਟੀਸਪੇਟਰੀ ਬੇਲ ਲਈਏ, ਜੇ ਕੋਈ ਕੇਸ ਹੋ ਗਿਆ ਰਜਿਸਟਰਡ, ਜੇ ਸੈਸ਼ਨ ਕੋਰਟ ਤੋਂ ਨਹੀਂ ਮਿਲੀ ਤਾਂ ਹਾਈ ਕੋਰਟ ਤੋਂ ਲਈਏ। ਉਹ ਤੋਂ ਬਾਅਦ ਫਿਰ ਪੁਲਿਸ ਵਾਲਿਆਂ ਨੇ ਦੇਖਣਾ ਹੁੰਦਾ ਵੀ ਉਹਨੂੰ ਅਰੈਸਟ ਕਰਨਾ, ਫੜ ਕੇ। ਮੇਰਾ ਅਗਲਾ ਸਵਾਲ ਤੁਹਾਡੇ ਕੋਲੋਂ ਵੀ ਹੋਏਗਾ ਤੇ ਭੱਟੀ ਸਾਹਿਬ ਕੋਲੋਂ ਵੀ ਇਹੀ ਹੋਏਗਾ। ਤੁਸੀਂ ਉਸ ਜਗ੍ਹਾ ਤੇ ਬੈਠੇ ਹੋ ਜਿੱਥੇ ਜਦੋਂ ਕੋਈ ਜੱਜਮੈਂਟ ਪਾਸ ਕਰਦਾ ਤਾਂ ਸਮਾਜ ਦੇ ਵਿੱਚ ਇੱਕ ਸੁਚੱਜਾ ਵਿਚਾਰ ਜਾਂਦਾ ਹੈ। ਅੱਜ ਜੋ ਹੋਇਆ, ਅੱਜ ਜੋ ਪੁਲਿਸ ਦੀ ਕਾਰਵਾਈ ਰਹੀ ਹੈ, ਉਹਦੇ ਨਾਲ ਸਮਾਜ ਦੇ ਵਿੱਚ ਕੀ ਵਿਚਾਰ ਗਿਆ ਹੋਏਗਾ? ਲੋਕ ਜਿਹੜੇ ਨੌਜਵਾਨ ਪੀੜ੍ਹੀ ਦੇ ਹੈਗੇ ਨੇ ਉਹ ਕੀ ਸੋਚਦੇ ਹੋਣਗੇ ਕਿ ਯਾਰ ਆਰਮਸ ਐਕਟ ਦੇ ਤਹਿਤ ਪਰਚਾ ਵੀ ਦਰਜ ਸੀਗਾ, ਪਰ ਦੇਖੋ ਜੀ, ਕਿਉਂਕਿ ਕਈ ਕਮੈਂਟ ਇਸ ਤਰ੍ਹਾਂ ਦੇ ਵੀ ਆ ਰਹੇ ਸੀ ਕਿ ਦੇਖੋ ਜੱਟ ਦਾ ਕੁਝ ਵਿਗਾੜ ਨਹੀਂ ਸਕੇ ਫਿਰ ਵੀ ਚਲਾ ਗਿਆ। ਕੀ ਸੋਚਦੇ ਹੈਗੇ ਹੋ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਵਿਚਾਰ ਗਿਆ ਹੋਏਗਾ ਲਛਮਣ ਜੀ? ਵਿਚਾਰ ਤਾਂ ਇਹੀ ਗਿਆ ਹੋਊਗਾ ਵੀ ਜੋ ਪੈਸੇ ਵਾਲੇ ਨੇ ਉਹ ਥੋੜ੍ਹਾ ਆਪਣਾ ਅਸਰ ਰਸੂਖ ਕਰਕੇ ਮੈਨੇਜ ਕਰ ਲੈਂਦੇ ਨੇ, ਪਰ ਅਲਟੀਮੇਟਲੀ ਤਾਂ ਰੂਲ ਆਫ ਲਾ ਪ੍ਰਵੇਲ ਹੁੰਦਾ ਹੀ ਹੁੰਦਾ। ਕਾਨੂੰਨ ਦੇ ਹੱਥ ਲੰਬੇ ਨੇ, ਇੱਕ ਨਾ ਇੱਕ ਦਿਨ ਤਾਂ ਫੜੇ ਜਾਂਦੇ ਹੀ ਨੇ। ਭੱਟੀ ਸਾਹਿਬ ਤੁਹਾਡੇ ਕੋਲੋਂ ਵੀ। ਦੇਖੋ ਲੰਕੇਸ਼ ਜੀ, ਮੈਂ ਜੈ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਨਹੀਂ। ਕਾਨੂੰਨ ਦੇ ਹੱਥ ਲੰਬੇ ਨੇ, ਇਹ ਫਿਲਮੀ ਡਾਇਲਾਗ ਹੈ। ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ। ਜਿਹੜੇ ਆਮ ਲੋਕ ਨੇ, ਜਿਹੜੇ ਉਹਨਾਂ ਦੇ ਹੱਥ ਜਿਹੜੇ ਆ ਕਾਨੂੰਨ ਤੋਂ ਵੀ ਜ਼ਿਆਦਾ ਲੰਬੇ ਆ, ਉਹ ਕਾਨੂੰਨ ਦੇ ਹੱਥਾਂ ਨੂੰ ਵੀ ਬੰਨ੍ਹ ਕੇ ਰੱਖ ਦਿੰਦੇ ਆ।
ਔਰ ਉਹ ਇਸ ਹਿਸਾਬ ਨਾਲ ਬੰਦੇ ਆ, ਕਿਸ ਹਿਸਾਬ ਨਾਲ ਬੰਦੇ ਆ, ਸਾਰਾ ਕੁਝ ਸਾਹਮਣੇ ਹੈ। ਅਗਰ ਜੇ ਮੈਂ ਇੱਥੇ ਸ਼ਾਰਟ 'ਚ ਕਵਾਂ ਸਾਮ ਦਾਮ ਦੰਦ ਭੇਦ ਇਹ ਹੁੰਦਾ ਹੈ, ਜਾਈ ਸਾਹਿਬ ਇਸ ਗੱਲ ਤੋਂ ਇਨਕਾਰੀ ਨਹੀਂ ਕਿਸੇ ਤਰ੍ਹਾਂ ਵੀ। ਔਰ ਜੇ ਇਨਕਾਰੀ ਨੇ ਤਾਂ ਮੇਰੀ ਗੱਲ ਦਾ ਇੱਥੇ ਲਾਈਵ ਜਵਾਬ ਦੇਣ, ਇਸ ਗੱਲ ਤੋਂ ਇਨਕਾਰੀ ਹਨ ਜਾਂ ਨਹੀਂ ਹਨ। ਦੂਜੀ ਚੀਜ਼ ਮੈਂ ਇੱਕ ਗੱਲ ਇੱਥੇ ਇਹ ਕਹਾਂਗਾ, ਬੜੀ ਸਾਫ਼ ਤੇ ਸਪਸ਼ਟ ਕਹਾਂਗਾ, ਜਦੋਂ ਇਸ਼ਾਰਿਆਂ ਦੀ ਭਾਸ਼ਾ ਚੱਲਦੀ ਹੈ ਤੇ ਇਸ਼ਾਰਿਆਂ ਦੇ ਵਿੱਚ ਮੂਸਾਵਾਲਾ ਸਾਹਿਬ ਨੇ ਜ਼ਰੂਰ ਇਸ਼ਾਰਾ ਕਰ ਦਿੱਤਾ ਹੋਏਗਾ ਚੀਮਾ ਸਾਹਿਬ ਨੂੰ ਵੀ ਭਾਈ ਸਾਹਿਬ ਤੁਹਾਡਾ ਰਾਸ਼ਨ ਪਾਣੀ ਪਹੁੰਚ ਗਿਆ, ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਮੈਨੂੰ ਹਵਾ 'ਚ ਉੱਡਣ ਦਿਓ, ਹਵਾ 'ਚ ਉੱਡਦਾ ਪਿਆ ਮੈਂ, ਉੜਦਿਆਂ ਦੇ ਪਿੱਛੇ ਜਿਹੜਾ ਹੈ ਨਾ ਉਹ ਪਿੱਛੇ ਨਹੀਂ ਕਰੀਦੇ। ਔਰ ਜਿਹੜੀ ਉੜਦਾ ਪੰਜਾਬ ਪਿਕਚਰ ਬਣੀ ਸੀ ਨਾ, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸੰਕੇਤ ਸੀਗਾ ਉਹਨਾਂ ਪ੍ਰੋਡਿਊਸਰਸ ਦਾ ਤੇ ਉਹਨਾਂ ਕਲਾਕਾਰਾਂ ਦਾ ਜਿਨ੍ਹਾਂ ਨੇ ਉੜਦਾ ਪੰਜਾਬ ਬਣਾਈ ਸੀ। ਔਰ ਉੜਦਾ ਪੰਜਾਬ ਜਿਹੜੀ ਹੈ ਇਹੀ ਚੀਜ਼ ਹੈ, ਜਦੋਂ ਤੁਹਾਡੇ ਪੈਰ ਜਿਹੜੇ ਧਰਤੀ 'ਤੇ ਨਹੀਂ ਲੱਗਣੇ, ਅਸਮਾਨ ਵਿੱਚ ਹੀ ਲੱਗਣੇ ਆ, ਤਾਂ ਫਿਰ ਉਹ ਅਸਮਾਨ ਦੇ ਉੱਤੇ ਚੱਲਦੇ ਪੈਰ ਜਿਹੜੇ ਨੇ ਧਰਤੀ ਉੱਤੇ ਲੱਗ ਨਹੀਂ ਸਕਦੇ। ਅਤੇ ਉਹ ਲੱਗਣ ਕੌਣ ਨਹੀਂ ਦਿੰਦਾ, ਇਹ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ। ਇਹਦੇ ਵਿੱਚ ਸਾਰੇ ਜਿੰਨੇ ਵੀ ਹੈ ਕਾਰਿਆਕ੍ਰਮ ਅਤੇ ਕਿਰਿਆਕ੍ਰਮ ਦੋਨੋਂ ਮੈਂ ਕਹਾਂਗਾ ਸ਼ਾਮਲ ਹੁੰਦੇ ਆ। ਠੀਕ ਹੈ ਪੱਟੀ ਸਾਹਿਬ, ਇਜਾਜ਼ਤ ਲਵਾਂਗਾ ਤੁਹਾਡੇ ਕੋਲੋਂ। ਪੱਟੀ ਸਾਹਿਬ ਨੇ ਗੱਲ ਮੁਕਾਈ ਹੈ, ਕਹਿੰਦੇ ਨੇ ਕਿ ਰਾਸ਼ਨ ਪਾਣੀ ਦੇ ਦਾਂਗਾ, ਅੱਖ ਮਾਰ ਦਿੱਤੀ ਹੋਣੀ ਹੈ SHO ਸਾਹਿਬ ਨੂੰ। ਦੂਜੇ ਪਾਸੇ ਜੱਜ ਸਾਹਿਬ ਕਹਿੰਦੇ ਨੇ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ, ਪਰ ਕਿੰਨੇ ਲੰਬੇ ਹੁੰਦੇ ਨੇ ਉਹ ਤੁਸੀਂ ਸਾਰਿਆਂ ਨੇ ਅੱਜ ਵੀਡੀਓਜ਼ ਦੇ ਵਿੱਚ ਵੇਖਿਆ। ਕਾਲੀ ਰੇਂਜ ਦੇ ਵਿੱਚ ਆਏ ਸੀਗੇ ਭਾਈ ਸਾਹਿਬ, ਚਲੇ ਗਏ। ਲੇਕਿਨ ਪੱਟੀ ਸਾਹਿਬ ਦੂਜੇ ਪਾਸੇ ਇਹ ਕਹਿੰਦੇ ਨੇ ਕਿ ਜਿਹੜੇ ਆਮ ਲੋਕ ਹੁੰਦੇ ਨੇ ਉਹਨਾਂ ਦੇ ਜ਼ਿਆਦਾ ਹੱਥ ਲੰਬੇ ਹੁੰਦੇ ਨੇ, ਕਾਨੂੰਨ ਦੇ ਨਾਲੋਂ ਜ਼ਿਆਦਾ ਹੱਥ ਲੰਬੇ ਹੁੰਦੇ ਨੇ। ਜੋਸ਼ੀ ਸਾਹਿਬ ਤੁਹਾਡਾ ਆਖਰੀ ਕਮੈਂਟ ਲੈਣਾ ਚਾਹਾਂਗਾ, ਕੁਝ ਕਹਿਣਾ ਚਾਹੋਗੇ? ਮੈਂ ਲਾਸਟ ਦੇ ਵਿੱਚ ਇਹੀ ਗੱਲ ਕਹਿਣਾ ਚਾਹੂੰਗਾ, ਕਈ ਲੋਕਾਂ ਨੇ ਥੱਲੇ ਕਮੈਂਟਸ ਵਗੈਰਾ ਵੀ ਕੀਤੇ, ਇਹ ਨੇਮ ਵਾਸਤੇ ਜਾਂ ਫੇਮ ਵਾਸਤੇ ਕੁਛ ਇੱਦਾਂ ਦੀ ਗੱਲ ਕਰ ਰਹੇ ਨੇ, ਜਾਂ ਕੁਛ ਕੋਵਿਡ-19 ਕਰਕੇ ਜਿਹੜੇ ਸਾਰੇ ਫ੍ਰੀ ਨੇ। ਸੋ ਮੈਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਗੱਲ ਕਹਿਣਾ ਚਾਹੂੰਗਾ ਵੀ ਜਦੋਂ ਵੀ ਬੰਦਾ ਕਿਸੇ ਸਿਸਟਮ ਨਾਲ ਲੜਦਾ, ਚਾਹੇ ਉਹ ਕੋਈ ਕਾਮਨ ਮੈਨ, ਬਿਕੋਜ਼ ਸਿਸਟਮ ਨਾਲ ਹਮੇਸ਼ਾ ਕਾਮਨ ਮੈਨ ਨਹੀਂ ਲੜਦਾ, ਕਿਉਂਕਿ ਜਿਹੜੇ VIP ਬੰਦੇ ਹੁੰਦੇ ਆ ਉਹਨਾਂ ਨੂੰ ਤਾਂ ਸਿਸਟਮ ਨਾਲ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ, ਉਹਨਾਂ ਨੂੰ ਤਾਂ ਭਾਵੇਂ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨਾਂ ਦਾ ਤਾਂ ਸਿਸਟਮ ਚੱਲਦਾ ਰਹਿਣਾ। ਕਾਮਨ ਮੈਨ ਨੂੰ ਹੀ ਹਮੇਸ਼ਾ ਜਿਹੜਾ ਪਿਸਦਾ। ਸੋ ਸਾਡੀ ਜਿਹੜੀ ਲੜਾਈ ਹੁਣ ਚੱਲ ਰਹੀ ਹੈ ਇਹ ਕੋਈ ਆਸਾਨ ਲੜਾਈ ਨਹੀਂ ਹੈ। ਇਹ ਕਿਤੇ ਸਿੱਧੂ ਮੂਸੇਵਾਲਾ ਦੀ ਕੱਲ੍ਹ ਨੂੰ ਬੇਲ ਹੋ ਗਈ ਜਾਂ ਆਪਣੇ ਉਹਦਾ ਟ੍ਰਾਇਲ ਚੱਲੀ ਜਾਊਗਾ, ਉਹ ਰੂਟੀਨ ਦਾ ਪ੍ਰੋਸੈਸ ਹੈ। ਬਟ ਸਾਡੀ ਲੜਾਈ ਕਿਧਰੇ ਨਾ ਕਿਧਰੇ ਪੰਜਾਬ ਪੁਲਿਸ ਦੇ ਆਫੀਸ਼ੀਅਲਸ ਨਾਲ ਵੀ ਜਿਹੜੀ ਹੈ ਉਹ ਸਟਾਰਟ ਹੋ ਚੁੱਕੀ ਹੈ ਡਿਊ ਟੂ ਸਿੱਧੂ ਮੂਸੇਵਾਲਾ। ਅਤੇ ਜਿਹੜਾ ਅਸੀਂ ਅੱਜ ਫੋਨ ਕੀਤਾ ਜਾਂ ਜਿਹੜਾ IG ਸਾਹਿਬ ਨੂੰ ਵੀ ਫੋਨ ਕੀਤਾ, ਕਿਤੇ ਕੀ ਉਹ ਲੱਗਦਾ ਵੀ ਇਸ ਗੱਲ ਨੂੰ ਲਾਈਟਲੀ ਲੈਣਗੇ? ਅਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਲੜਾਈ ਲੜਨੀ ਕੋਈ ਸੌਖੀ ਵੱਡੀ ਟੈਲਿੰਗ ਸਟੇਟਮੈਂਟ ਦੇ ਰਹੇ ਹੋ ਤੁਸੀਂ ਜੋਸ਼ੀ ਸਾਹਿਬ, ਤੁਸੀਂ ਕਹਿ ਰਹੇ ਹੋ ਸਾਡੀ ਲੜਾਈ ਪੁਲਿਸ ਵਾਲਿਆਂ ਦੇ ਨਾਲ ਵੀ ਸ਼ੁਰੂ ਹੋ ਗਈ ਹੋਈ ਹੈ। ਜੀ ਪੁਲਿਸ ਵਾਲਿਆਂ ਨਾਲ ਇਸ ਕਰਕੇ ਸਟਾਰਟ ਕਰ ਰਹੇ ਹਾਂ ਬਿਕੋਜ਼ ਉਹਨਾਂ ਨੂੰ ਅਸੀਂ ਪਹਿਲੇ ਦਿਨ ਤੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਪੁਲਿਸ ਵਾਲਿਆਂ ਨੂੰ ਇੱਕ VIP ਟਰੀਟਮੈਂਟ ਦੇ ਰਹੇ ਹਾਂ, ਅਤੇ ਜਿਹੜਾ ਕਿ ਅੱਜ ਪ੍ਰੂਵ ਹੋ ਗਿਆ। ਆਨਰੇਬਲ ਹਾਈ ਕੋਰਟ ਦੇ ਵਿੱਚ IG ਸਾਹਿਬ ਨੇ 14 ਤੇ 18 ਤਰੀਕ ਨੂੰ ਐਫਆਈਆਰ ਜਮ੍ਹਾਂ ਕੀਤਾ ਅਤੇ ਉਹਨਾਂ ਨੇ ਕਿਹਾ ਅਸੀਂ ਫੇਰ ਇਨਵੈਸਟੀਗੇਸ਼ਨ ਕਰਾਂਗੇ, ਅਸੀਂ ਸਟ੍ਰਿਕਟ ਟੂ ਸਟ੍ਰਿਕਟ ਐਕਸ਼ਨ ਲਵਾਂਗੇ। ਅਤੇ 18 ਤਰੀਕ ਨੂੰ ਉਹਨਾਂ ਨੇ ਆਰਮਜ਼ ਐਕਟ ਵੀ ਲਾਤਾ। 20 ਤਰੀਕ ਨੂੰ ਅਸੀਂ ਇੱਕ ਲੈਟਰ ਲਿਖਿਆ। ਆਹ ਲੈਟਰ ਜਿਹੜਾ ਹੈਗਾ 20 ਤਰੀਕ ਦਾ, ਇਹ 7 ਪੇਜਾਂ ਦਾ ਲੈਟਰ ਹੈ, ਜਿਹਦੇ 'ਚ ਅਸੀਂ ਆਪਣੇ ਗਵਰਨਰ ਸਾਹਿਬ ਨੂੰ ਵੀ ਲਿਖਿਆ, CM ਸਾਹਿਬ ਨੂੰ ਵੀ ਲਿਖਿਆ, ਅਤੇ ਪਲੱਸ DGP ਸਾਹਿਬ ਨੂੰ ਲਿਖਿਆ, IG ਸਾਹਿਬ ਨੂੰ ਵੀ, ਹਿਊਮਨ ਰਾਈਟਸ ਨੂੰ ਵੀ ਲਿਖਿਆ। ਅਤੇ ਉਸ ਤੋਂ ਬਾਵਜੂਦ ਵੀ ਇਹਨਾਂ ਨੇ ਅਰੈਸਟ ਨਹੀਂ ਕੀਤਾ। ਅਤੇ ਅੱਜ ਦੇਖੋ ਪੁਲਿਸ ਵਾਲੇ ਪਹਿਲਾਂ ਕਹਿੰਦੇ ਸੀ ਅਸੀਂ ਲੱਭ ਰਹੇ ਹਾਂ, ਸਾਨੂੰ ਮਿਲ ਨਹੀਂ ਰਿਹਾ, ਕਿਧਰੇ ਨਾ ਕਿਧਰੇ ਉਹਨਾਂ ਕੋਲ ਬਹਾਨਾ ਸੀਗਾ। ਸੋ ਅੱਜ ਜਦੋਂ ਬਿਲਕੁਲ ਉਹ ਕਹਿੰਦੇ ਨੇ ਵੀ ਬੇਨਕਾਬ ਹੋ ਗਏ ਪੰਜਾਬ ਪੁਲਿਸ, ਅੱਜ ਤਾਂ ਉਹਨਾਂ ਦੇ ਕੋਲ ਸੀਗਾ ਉਹ, ਅਤੇ ਅਸੀਂ ਇਨਫੋਰਮੇਸ਼ਨ ਵੀ ਦੇਤੀ ਵੀ ਇਹਦੇ ਅਗੇਂਸਟ 2 ਪਰਚੇ ਦਰਜ ਨੇ। IG ਸਾਹਿਬ ਨੂੰ ਦੱਸਤਾ ਜਿਨ੍ਹਾਂ ਨੇ ਐਫਆਈਆਰ ਫਾਈਲ ਕੀਤੇ ਨੇ, ਅਤੇ ਅਸੀਂ ਚੀਕ ਕੇ ਪਹਿਲੇ ਦਿਨ ਤੋਂ ਕਰ ਉਹ ਚੀਜ਼ ਪ੍ਰੂਵ ਹੋ ਗਈ। ਅਤੇ ਕਿਧਰੇ ਨਾ ਕਿਧਰੇ ਉਹਦੀ ਜਿਹੜੀ ਗਾਜ਼ ਜਿਹੜੀ ਹੈਗੀ ਆ ਉਹ ਕਿਧਰੇ ਨਾ ਕਿਧਰੇ ਸਾਡੇ ਤੋਂ ਵੀ ਖੁੰਦਾ ਕੱਢਣਗੇ ਉਹ। ਬਟ ਸਾਨੂੰ ਇਹਦਾ ਕੋਈ ਉਹ ਨਹੀਂ ਹੈਗਾ, ਬਿਕੋਜ਼ ਅਸੀਂ ਬੀਇੰਗ ਐਜ਼ ਪਰ ਲਾਅ ਅਸੀਂ ਗੱਲ ਕੀਤੀ ਹੈ। ਅਤੇ ਅਸੀਂ ਤਾਂ ਪੁਲਿਸ ਵਾਲਿਆਂ ਨੂੰ ਦੱਸਿਆ, ਇੰਟੀਮੇਟ ਕੀਤਾ। ਪੁਲਿਸ ਵਾਲੇ ਵੀ ਜਿਹੜੇ ਨੇ ਵਿਦਾਊਟ ਇਨਫੋਰਮੇਸ਼ਨ, ਵਿਦਾਊਟ ਕਿਸੇ 'ਤੇ ਵੀ ਕੋਈ ਸ਼ੱਕ ਹੁੰਦਾ, ਲੰਕੇਸ਼ ਜੀ ਬੁਰਾ ਨਾ ਮੰਨਿਓ, ਹੋ ਸਕਦਾ ਤੁਹਾਡੇ 'ਤੇ ਵੀ ਕਿਸੇ ਨਾ ਕਿਸੇ ਪੁਲਿਸ ਵਾਲੇ ਨੇ ਕਦੇ ਨਾ ਕਦੇ ਕੋਈ ਇਹੋ ਜਿਹਾ ਤੁਸੀਂ ਵਾਕਿਆ ਚਲਾ ਰਹੇ ਹੋ, ਜਾਂ ਇਹੋ ਜਿਹਾ ਕੋਈ ਸਿਸਟਮ ਜਿਹੜਾ ਮੀਡੀਆ ਦੇ ਵਿੱਚ ਤੁਸੀਂ ਕਵਰ ਕਰ ਰਹੇ ਹੋ ਸਕਦਾ ਤੁਹਾਡਾ ਵੀ ਫੋਨ ਜਿਹੜਾ ਹੈਗਾ ਸਰਵੇਲੈਂਸ 'ਤੇ ਲਾਇਆ ਹੋਵੇ। ਅਤੇ ਅਸੀਂ ਉਹਨਾਂ ਦੇ ਇੱਕ ਜਿਹੜੀ ਹੈਗੀ SHO ਨੂੰ ਉਹਨੂੰ ਕਹਿ ਕੇ ਵੀ ਤੇਰਾ ਫੋਨ ਜਿਹੜਾ ਅਸੀਂ ਰਿਕਾਰਡਿੰਗ 'ਤੇ ਲਾਇਆ, ਅਤੇ ਉਹ ਵੀ ਇੱਕ ਐਵੀਡੈਂਸ ਵੀ ਹਾਂ ਵੀ ਅਸੀਂ ਦੱਸਤਾ, ਕੱਲ੍ਹ ਨੂੰ ਅਸੀਂ ਆਨਰੇਬਲ ਹਾਈ ਕੋਰਟ ਦੇ ਵਿੱਚ ਅਸੀਂ ਦੱਸ ਸਕਦੇ ਵੀ ਹਾਂ ਅਸੀਂ SHO ਨੂੰ ਦੱਸਿਆ ਸੀਗਾ। ਸੋ ਉਸ ਚੀਜ਼ ਨੂੰ ਕਿਧਰੇ ਨਾ ਕਿਧਰੇ ਮਤਲਬ ਅਸੀਂ ਕਰੀਏ ਤਾਂ ਉਹ ਜਿਹੜੀ ਚੋਰੀ ਹੈ, ਅਤੇ ਜਿਹੜੇ ਪੁਲਿਸ ਵਾਲੇ ਕਰਨ ਤਾਂ ਉਹ ਮਤਲਬ ਉਹਨਾਂ ਦਾ ਕੁਝ ਨਹੀਂ ਹੈਗਾ। ਪੱਟੀ ਸਾਹਿਬ ਲਾਸਟ 20 ਸੈਕਿੰਡ।
ਇੱਕ ਇੰਸਟੈਂਸ ਬੜੀ ਵਧੀਆ ਮੈਨੂੰ ਯਾਦ ਆਈ ਹੈ ਆਪਣੇ अर्ਲੀ ਡੇਜ਼ ਆਫ ਪ੍ਰੈਕਟਿਸ 1983 ਦੀ, ਜਦੋਂ ਮੈਂ ਵਕਾਲਤ ਸ਼ੁਰੂ ਕੀਤੀ ਸੀ। ਮੇਰੇ ਕੋਲ ਇੱਕ ਇਮੀਡੀਏਟਲੀ ਕੇਸ ਆ ਗਿਆ। ਮੈਂ ਖਾਣਾ ਖਾ ਰਿਹਾ ਸੀ ਰਾਤ ਦਾ, ਔਰ ਉਹਨਾਂ ਦੀ ਐਮਰਜੈਂਸੀ ਬੜੀ ਐਕਸਟ੍ਰੀਮ ਸੀਗੀ। ਮੈਂ ਉਹਨਾਂ ਦਾ ਕੇਸ ਬਣਾਇਆ, ਤਿਆਰ ਕੀਤਾ, 3-4 ਪੇਜ ਦਾ ਪਟੀਸ਼ਨ ਬਣਿਆ। ਉਦੋਂ ਟਾਈਪਰਾਈਟਰ ਹੁੰਦੇ ਸੀ, ਬਣ ਕੇ ਤਿਆਰ ਕਰਾ ਕੇ ਅਸੀਂ 11:30 ਪੌਣੇ 12 ਵਜੇ ਜੱਜ ਸਾਹਿਬ ਦੇ ਘਰ ਪਹੁੰਚੇ ਰਾਤ। ਜੱਜ ਸਾਹਿਬ ਨੇ ਇਹ ਨਹੀਂ ਕਿਹਾ ਥਰੂ ਪ੍ਰੋਪਰ ਚੈਨਲ ਆਓ ਜਾਂ ਕੁਛ ਆਓ, ਉਹਨਾਂ ਨੇ ਕਿਹਾ ਹਾਈ ਕੋਰਟ ਇਜ਼ ਆਲਵੇਜ਼ ਵਰਕਿੰਗ, ਔਰ ਉਹਨਾਂ ਨੇ ਆਰਡਰਸ ਦਿੱਤੇ ਸੀ ਮੈਨੂੰ, ਔਰ ਬੰਦੇ ਦੀ ਲਾਈਫ ਐਂਡ ਲਿਬਰਟੀ ਜਿਹੜੀ ਸੀ ਅੰਡਰ ਥ੍ਰੈਟ ਸੀਗੀ, ਔਰ ਉਹਨਾਂ ਨੇ ਪ੍ਰੋਟੈਕਟ ਕੀਤੀ ਸੀ। ਔਰ ਨਾਲ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ, ਹਾਈ ਕੋਰਟ ਇਜ਼ ਆਲਵੇਜ਼ ਹੈਵਿੰਗ ਐਨ ਹੌਕ ਆਈ 24 ਆਵਰਸ, 24 ਘੰਟੇ ਹਾਈ ਕੋਰਟ ਦੀ ਜਿਹੜੀ ਅੱਖ ਹੈ ਘੁੰਮਦੀ ਰਹਿੰਦੀ ਹੈ, ਵੀ ਕਿਸੇ ਨਾਲ ਜ਼ਿਆਦਤੀ ਨਾ ਹੋਵੇ, ਸੰਵਿਧਾਨਕ ਅਧਿਕਾਰਾਂ ਦਾ ਉਲੰਘਣ ਨਾ ਹੋਵੇ। ਅੱਜ ਜਿਹੜੀ ਸਿਊਮੋਟੋ ਪਾਵਰ ਹੈ, ਸਿਊਮੋਟੋ ਪਾਵਰ ਤੇ ਜ਼ਰੂਰ ਹੈਗੀ ਹੈ, ਅੱਜ ਇਹ ਐਕਸਰਸਾਈਜ਼ ਹੋਣੀ ਚਾਹੀਦੀ ਸੀ ਜਾਂ ਨਹੀਂ, ਇਹ ਇੱਕ ਲੋਕਾਂ ਦੀ ਅਦਾਲਤ ਵਿੱਚ ਬੜਾ ਵੱਡਾ ਸਵਾਲ ਹੈ। ਦੋਸਤੋ, ਮੈਂ ਜੋਸ਼ੀ ਸਾਹਿਬ ਨੂੰ ਕਾਗਜ਼ ਸਮੇਟਦੇ ਹੋਇਆਂ ਦੇਖਿਆ। ਕਾਗਜ਼ ਸਮੇਟਣ ਤੋਂ ਮੈਨੂੰ ਗੱਲ ਚੇਤੇ ਆ ਗਈ ਜਦੋਂ ਡਿਬੇਟ ਦੇ ਸ਼ੁਰੂਆਤ ਦੇ ਵਿੱਚ ਹੋਈ ਸੀਗੀ ਕਿ ਅਕਸਰ ਮੋਟੀਆਂ-ਮੋਟੀਆਂ ਫਾਈਲਾਂ ਦੱਬੀਆਂ ਰਹਿ ਜਾਂਦੀਆਂ ਨੇ। ਹੁਣ ਗੱਲ ਦੇਖਣ ਵਾਲੀ ਇਹ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੇ ਜੋਸ਼ੀ ਸਾਹਿਬ ਨੇ ਕਾਗਜ਼ ਤਿਆਰ ਕੀਤੇ ਨੇ, ਜਿਹਦੇ ਤਹਿਤ ਆਰਮਜ਼ ਐਕਟ ਲੱਗਾ ਸਿੱਧੂ ਮੂਸੇਵਾਲੇ ਤੇ ਅੱਜ ਸਿੱਧੂ ਮੂਸੇਵਾਲਾ ਕਾਲੀ ਰੇਂਜ ਦੇ ਵਿੱਚੋਂ ਨਿਕਲਦਾ ਹੈ, ਚਲਾਨ ਕਟਵਾਉਂਦਾ ਹੈ, ਪੀਲਾ ਪਰਨਾ ਬਣ ਕੇ ਨਿਕਲ ਜਾਂਦਾ ਹੈ। ਕਿ ਆਉਣ ਵਾਲੇ ਵਕਤ ਦੇ ਵਿੱਚ ਉਸੇ ਤਰ੍ਹਾਂ ਉਸ 'ਤੇ ਕਾਰਵਾਈ ਹੋਏਗੀ ਜਿਸ ਤਰ੍ਹਾਂ ਇੱਕ ਆਮ ਇਨਸਾਨ 'ਤੇ ਹੁੰਦੀ ਜਦੋਂ ਉਹ ਫੜਿਆ ਜਾਂਦਾ? ਇਹ ਇੱਕ ਸਵਾਲ ਹੈ, ਤੇ ਸਵਾਲ ਕਿਤੇ ਸ਼ਾਇਦ ਅੰਤਰਿਕਸ਼ ਦੇ ਵਿੱਚ ਘੁੰਮਦਾ ਨਾ ਰਹਿ ਜਾਵੇ। ਮੈਨੂੰ ਦਵੋ ਇਜਾਜ਼ਤ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਰ ਜੁੜਨ ਦੇ ਲਈ ਸਾਡੇ ਨਾਲ।